ਆਉਣ ਦਾ ਮਕਸਦ ਹੈ ਜਦੋਂ ਇਹ ਨਵੀਂ ਸਰਕਾਰ ਬਣੀ ਸਾਨੂੰ ਮਤਲਬ ਬੜੀਆਂ ਆਸਾਂ ਵੱਜੀਆਂ ਸਾਡੀ ਕਾਨੂੰਗੋ ਐਸੋਸੀਏਸ਼ਨ ਨੂੰ। ਅਸੀਂ ਸਾਡੇ ਦੋ ਮੇਨ ਇਸ਼ੂ ਸੀ ਕਾਨੂੰਗੋਆਂ ਦੇ, ਤਿੰਨ ਸੀਗੇ। ਇੱਕ ਸਾਡਾ ਇਹਨਾਂ ਨੇ ਪੂਰਾ ਕਰ ਦਿੱਤਾ, ਜੋ ਸੇਵਾਦਾਰ ਨਹੀਂ ਸੀ ਸਾਡੇ ਕੋਲੇ, ਬੜੇ ਅਸੀਂ ਖੱਜਲ ਖੁਆਰ ਹੁੰਦੇ ਸੀ। ਉਸ ਗੱਲ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਸਰਕਾਰ ਦਾ ਕਿ ਸਾਡੇ ਹੁਣ ਕਾਨੂੰਗੋਆਂ ਨੇ ਇਹਨਾਂ ਨੇ 500-600 ਬੰਦਾ ਭਰਤੀ ਕਰਕੇ ਆਊਟਸੋਰਸ ਰਾਹੀਂ ਸੇਵਾਦਾਰ ਜਿਹੜੇ ਉਹ ਦੇਣੇ ਸ਼ੁਰੂ ਕਰ ਦਿੱਤੇ ਆ ਵੀ ਜਿਹੜੇ ਕਿ ਇਸ ਹਫ਼ਤੇ 'ਚ ਪੂਰੇ ਹੋ ਜਾਣਗੇ। ਬਾਕੀ 5 ਅਪ੍ਰੈਲ 2022 ਨੂੰ ਸਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਹੋਈ। ਅਸੀਂ ਜੋ ਦੋ ਅੱਜ ਇਸ਼ੂ ਇੱਥੇ ਰੱਖਣ ਲੱਗੇ ਹਾਂ, ਅਸੀਂ ਜਿਹੜਾ ਲੈਟਰ ਲਿਖਿਆ ਸੀਐਮ ਸਾਹਿਬ ਨੂੰ, ਸੀਐਮ ਸਾਹਿਬ ਨੇ ਸਾਡੀ ਬੜੀ ਗੌਰ ਦੇ ਨਾਲ ਗੱਲ ਸੁਣੀ। ਉਹਨਾਂ ਨੇ ਸਾਡੇ ਮੰਤਰੀ ਸਾਹਿਬ ਦੀ ਅਤੇ ਸਾਡੇ ਐਫਸੀਆਰ ਸਾਹਿਬ ਦੀ ਡਿਊਟੀ ਲਾਈ ਵੀ ਇਹਨਾਂ ਦੇ ਦੋਵੇਂ ਇਸ਼ੂ ਜਿਹੜੇ ਆ ਇਹ ਹੱਲ ਕਰਾਓ। ਤਾਂ ਅਸੀਂ 9 ਸਤੰਬਰ ਨੂੰ, ਕਿਉਂਕਿ ਜਿਹੜਾ ਸਾਡਾ ਇਹ ਸਕੇਲ ਦਾ ਮਸਲਾ ਹੈ, ਮੈਂ ਹੀ ਇਹ ਡੀਲ ਕਰ ਰਿਹਾ। ਮੇਰੇ ਵੱਲੋਂ 2016 ਦੇ ਵਿੱਚ ਪਟਵਾਰ ਯੂਨੀਅਨ ਦੇ ਵਿੱਚ ਹੁੰਦਿਆਂ ਹੋਇਆਂ ਇਹ ਮੰਗ ਜਿਹੜੀ ਉਠਾਈ ਗਈ ਸੀ, ਕਿਉਂਕਿ ਜੋ ਸਾਡਾ ਪੇ ਕਮਿਸ਼ਨ 1993 'ਚ ਉੱਠਿਆ, ਉਹਨੇ ਪਟਵਾਰੀਆਂ ਨੂੰ 950 1800 ਦਾ ਸਕੇਲ ਦਿੱਤਾ ਸੀ। ਤਾਂ ਪੰਜਾਬ ਸਰਕਾਰ ਤੋਂ ਅਸੀਂ ਮੰਗ ਰੱਖੀ ਵੀ ਸਾਰੇ ਪਟਵਾਰੀਆਂ ਨੂੰ 1365 2410 ਦਾ ਸਕੇਲ ਦਿੱਤਾ ਜਾਵੇ। ਪਰ ਵਿੱਤ ਵਿਭਾਗ ਨੇ ਸਾਡੇ ਨਾਲ ਕੀ ਚਲਾਕੀ ਕੀਤੀ ਵੀ ਉਹਨਾਂ ਨੇ 50% ਨੂੰ 950 1800 ਦਾ ਸਕੇਲ ਦੇ ਦਿੱਤਾ ਔਰ 50% ਨੂੰ 1365 2410 ਦਾ ਸਕੇਲ ਦੇ ਦਿੱਤਾ। ਅਤੇ ਇਹ 1186 ਤੋਂ ਲੈ ਕੇ 31/12/95 ਤੱਕ ਚੱਲਦਾ ਰਿਹਾ। 1/1/1996 ਨੂੰ ਆ ਕੇ ਇਹਨਾਂ ਨੇ ਇਹ ਖਤਮ ਕਰਕੇ ਇੱਕੋ ਸਕੇਲ ਬਣਾਤਾ। ਪਰ ਉਸ ਸਪੀਡ ਦੇ ਜਿਹੜੇ ਪਟਵਾਰੀ ਸੀ ਉਹਨਾਂ ਦਾ ਅੱਜ ਪੈਨਸ਼ਨ ਦੇ ਵਿੱਚ ਔਰ ਤਨਖਾਹਾਂ ਦੇ ਵਿੱਚ ਅੰਤਰ ਪੈ ਗਿਆ। ਭਾਵੇਂ ਸਾਡੇ ਕਈ ਸਾਥੀ ਪ੍ਰਮੋਟ ਹੋ ਕੇ ਕਾਨੂੰਗੋ ਵੀ ਬਣ ਗਏ, ਨਾਇਬ ਤਹਿਸੀਲਦਾਰ ਵੀ ਬਣ ਗਏ, ਪਰ ਉਹ ਪਟਵਾਰੀ ਨਾਲੋਂ ਘੱਟ ਤਨਖਾਹ ਲੈ ਰਹੇ ਨੇ, ਕਿਉਂਕਿ ਉਹਨਾਂ ਦੀ ਜਿਹੜੀ ਫਿਕਸੇਸ਼ਨ ਆ 950 1800 ਦੇ ਮੁਤਾਬਕ ਚੱਲੀ ਆ ਰਹੀ ਹੈ। ਸੋ ਇਹ ਭਾਰਤੀ ਸੰਵਿਧਾਨ ਦੇ ਆਰਟੀਕਲ 39D ਦੀ ਉਲੰਘਣਾ ਹੈ ਕਿ ਹਿੰਦੁਸਤਾਨ ਦੇ ਵਿੱਚ ਇੱਕੋ ਜਿਹਾ ਕੰਮ ਕਰਨ ਵਾਲਿਆਂ ਦੀ ਸੈਲਰੀ ਦੇ ਵਿੱਚ ਅੰਤਰ ਨਹੀਂ ਹੋ ਸਕਦਾ। ਤਾਂ ਇਹ ਸਾਰੇ ਮਾਮਲੇ ਨੂੰ ਲੈ ਕੇ ਅਸੀਂ ਆਪਣੇ ਮੰਤਰੀ ਸਾਹਿਬ ਦੇ ਨੋਟਿਸ 'ਚ ਲਿਆਂਦੀ। ਉਹਨਾਂ ਨੇ ਮੰਨਿਆ ਵੀ ਵਾਕਈ ਬਹੁਤ ਵੱਡਾ ਧੱਕਾ ਹੈ ਤੁਹਾਡੇ ਨਾਲ। ਸਾਡੇ ਡਿਪਾਰਟਮੈਂਟ ਨੇ ਸਿਫਾਰਿਸ਼ ਕਰਕੇ ਭੇਜੀ ਤਾਂ ਸਾਡੇ ਮੰਤਰੀ ਸਾਹਿਬ ਜਿੰਪਾ ਸਾਹਿਬ ਜੀ ਨੇ ਫਾਈਨਾਂਸ ਮਿਨਿਸਟਰ ਦੇ ਨਾਲ ਟਾਈਮ ਲੈ ਕੇ ਮੀਟਿੰਗ ਰੱਖੀ ਸਾਂਝੀ। ਪਟਵਾਰ ਯੂਨੀਅਨ, ਕਾਨੂੰਗੋ ਐਸੋਸੀਏਸ਼ਨ, ਸੈਕਟਰੀ ਸਾਡੇ ਵਿੱਤ ਕਮਿਸ਼ਨਰ ਮਾਲ ਜੋ ਅੱਜ ਕੱਲ੍ਹ ਹੈ ਕੈਪਸਨਾ ਜੀ, ਉਹ ਵਿੱਚ ਸ਼ਾਮਲ ਸੀ। ਸੈਕਟਰੀ ਫਾਈਨਾਂਸ ਮੈਡਮ ਗੁਰਪ੍ਰੀਤ ਕੌਰ ਸਪਰਾ, ਔਰ ਮੈਡਮ ਗੁਰਪ੍ਰੀਤ ਕੌਰ ਸਪਰਾ ਨੇ ਉੱਥੇ ਉਸ ਮੀਟਿੰਗ ਦੇ ਵਿੱਚ ਇਹ ਸਿਫਾਰਿਸ਼ ਕੀਤੀ ਬਈ ਬਾਕੀ ਬਹੁਤ ਵੱਡਾ ਧੱਕਾ ਇਹਨਾਂ ਨਾਲ। ਮੰਤਰੀ ਸਾਹਿਬ ਫਾਈਨਾਂਸ ਮਿਨਿਸਟਰ ਨੂੰ ਕਿਹਾ ਵੀ ਇਹਨਾਂ ਦੀ ਤਨਖਾਹ ਸਾਨੂੰ ਇੱਕਸਾਰ ਕਰਨੀ ਚਾਹੀਦੀ ਹੈ, ਕਿਉਂਕਿ ਸਰਕਾਰ ਦੇ ਜੋ ਫਾਈਨੈਂਸ਼ੀਅਲੀ ਹਾਲਾਤ ਨੇ ਅਸੀਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਬਕਾਇਆ ਲੈਣ ਤੋਂ ਇਨਕਾਰ ਕਰ ਦਿੱਤਾ। ਭਾਵੇਂ ਕਿ ਹੋਰ ਡਿਪਾਰਟਮੈਂਟਾਂ ਦੇ ਵਿੱਚ ਸਰਕਾਰ ਨੇ ਬਕਾਇਆ ਵੀ ਦਿੱਤਾ ਹੈ। ਉਦਾਹਰਨ ਦੇ ਤੌਰ 'ਤੇ ਹੋਮਗਾਰਡ ਨੂੰ 400 ਕਰੋੜ ਰੁਪਈਆ ਇਹਨਾਂ ਨੇ ਬਕਾਇਆ ਦਿੱਤਾ, ਔਰ ਜਿਹੜੇ ITI ਦੇ ਇੰਸਟਰਕਟਰ ਨੇ ਉਹਨਾਂ ਦਾ ਵੀ ਇਹੀ ਕੇਸ ਸੀ, ਉਹਨਾਂ ਨੂੰ ਵੀ 2010 ਦੇ ਵਿੱਚ ਸਾਰਿਆਂ ਦੀ ਇੱਕ ਸਾਰ ਤਨਖਾਹ ਕਰਕੇ ਬਕਾਇਆ ਵੀ ਦਿੱਤਾ ਹੈ। ਪਰ ਅਸੀਂ ਫਾਈਨੈਂਸ਼ੀਅਲੀ ਹਾਲਾਤ ਸਰਕਾਰ ਨੂੰ ਦੇਖਦੇ ਹੋਏ ਅਸੀਂ ਬਕਾਇਆ ਛੱਡਣ ਨੂੰ ਤਿਆਰ ਹਾਂ, ਜੋ ਕਿ 500-600 ਕਰੋੜ ਰੁਪਈਆ ਬਣਦਾ। ਅਸੀਂ ਕਹਿੰਦੇ ਅੱਜ ਹੀ ਸਾਡੀ ਪੈਨਸ਼ਨ ਤੇ ਜਿਹੜੀ ਤਨਖਾਹ ਹੈ ਉਹ ਇੱਕਸਾਰ ਕੀਤੀ ਜਾਵੇ। ਤਾਂ ਮੰਤਰੀ ਸਾਹਿਬ ਨੇ ਇਹ ਗੱਲ, ਦੋਵਾਂ ਮੰਤਰੀਆਂ ਨੇ, ਵਿੱਤ ਮੰਤਰੀ ਨੇ ਅਤੇ ਰੈਵਨਿਊ ਮੰਤਰੀ ਨੇ, ਇਹ ਗੱਲ ਮੰਨ ਲਈ ਬਾਕੀ ਠੀਕ ਹੈ। ਅਤੇ ਮੰਤਰੀ ਸਾਹਿਬ ਨੇ ਕਿਹਾ 9 ਸਤੰਬਰ ਨੂੰ ਵੀ ਮੇਰੇ ਨੋਟ ਪੁੱਟ ਅਪ ਕਰੋ ਤਾਂ ਜੋ ਮੈਂ ਸਾਈਨ ਕਰਕੇ ਗੱਲ ਨੂੰ ਸੈਂਕਸ਼ਨ ਕਰਦਾ। ਪਰ ਜਿਹੜੀ ਅਫਸਰਸ਼ਾਹੀ ਹੈ ਉਹ ਸਾਡੇ ਪੈਰ ਨਹੀਂ ਲੱਗਣ ਦੇ ਰਹੀ। 2016 ਤੋਂ ਪਹਿਲਾਂ ਤਾਂ 2017 ਦੇ ਵਿੱਚ ਇਹੀ ਫਾਈਲ ਪਰਮਿੰਦਰ ਸਿੰਘ ਢੀਂਡਸਾ ਕਲੀਅਰ ਲੱਗਿਆ ਸੀ ਕਰਨ, ਉਸ ਟਾਈਮ ਵਿੱਤ ਵਿਭਾਗ ਦੇ ਅਫਸਰਾਂ ਨੇ ਫਾਈਲ ਗੁੰਮ ਕਰਤੀ, ਔਰ ਇਹ ਫਾਈਲ 2017 ਦੀ ਗੁੰਮ ਹੋਈ। ਮੈਂ ਮੁੜ ਕੈਪਟਨ ਕਰਨੈਲ ਸਿੰਘ ਜੋ IAS ਨੇ, ਉਹ DLR ਸੀ, ਉਹਨਾਂ ਨੇ ਮੇਰੇ ਨਾਲ ਮਦਦ ਕੀਤੀ। ਇਹ ਫਾਈਲ ਅਸੀਂ 2020 'ਚ ਲੱਭੀ। ਹੁਣ ਇਹ 2020 ਦੀ ਚੱਲਦੀ ਫਾਈਲ, ਅਤੇ ਸਾਨੂੰ ਇਹ ਸਰਕਾਰ ਤੋਂ ਆਸ ਵੱਜੀ ਸੀ ਵੀ ਹੁਣ ਹੋ ਜਾਊਗੀ, ਪਰ ਹੁਣ ਫਿਰ ਉਹੀ ਅਫਸਰਸ਼ਾਹੀ ਨੇ ਸਾਡੇ ਨਾਲ ਧੋਖਾ ਕੀਤਾ। ਅਸੀਂ ਤਾਂ ਮੰਤਰੀ ਸਾਹਿਬ ਵੀ ਸਾਡੇ ਮੰਨ ਕੇ ਬਹਿ ਗਏ ਗੱਲ ਵੀ ਇਹ ਕੰਮ ਹੋ ਗਿਆ, ਅਸੀਂ ਵੀ ਮੰਨ ਕੇ ਬਹਿ ਗਏ ਹੋ ਗਿਆ। ਪਰ 8 ਦਸੰਬਰ ਨੂੰ ਸਾਡੀ ਮੀਟਿੰਗ ਜਦੋਂ ਸ੍ਰੀ ਕੈਪਸਿਨਾ ਜੋ IAS ਸਾਡੇ FCR ਨੇ ਉਹਨਾਂ ਦੇ ਨਾਲ ਹੁੰਦੀ ਹੈ, ਉਹਨਾਂ ਨੇ ਸਾਨੂੰ ਦੱਸਿਆ ਵੀ ਨਹੀਂ ਯਾਰ ਆਪਣੀ ਫਾਈਲ ਕਲੀਅਰ ਨਹੀਂ ਹੋਈ, ਉਹ ਤਾਂ ਕੋਈ ਮਾੜੀ ਮੋਟੀ ਕੁਆਰੀ ਪਾ ਕੇ ਵਾਪਸ DLR ਨੂੰ ਭੇਜਤੀ। ਤਾਂ ਸਾਨੂੰ ਬੜਾ ਦੁੱਖ ਲੱਗਿਆ ਇਸ ਗੱਲ ਦੇ ਉੱਤੇ। ਅਤੇ ਇਹ ਅੱਜ ਅਸੀਂ CM ਸਾਹਿਬ ਦੇ ਨੋਟਿਸ 'ਚ ਲਿਆਂਦੀ ਗੱਲ ਵੀ ਜੋ ਤੁਸੀਂ ਸਾਡੇ ਵਾਸਤੇ ਕਿਹਾ ਸੀ ਸਾਡੀ ਗੱਲ ਨਹੀਂ ਮੰਨੀ ਗਈ। ਦੂਸਰਾ ਇਸ਼ੂ ਸਾਡਾ ਇਹ ਆ, ਕਿਉਂਕਿ ਸਾਡੇ ਮਹਿਕਮੇ ਦੇ ਵਿੱਚ 198 ਲਗਭਗ ਨਾਇਬ ਤਹਿਸੀਲਦਾਰ ਦੀਆਂ ਪੋਸਟਾਂ ਨੇ, ਜਿਹਦੇ ਵਿੱਚ 50% ਕਾਨੂੰਨਾਂ ਤੋਂ ਪ੍ਰਮੋਟ ਕੀਤੇ ਜਾਂਦੇ ਨੇ, 47% ਜਿਹੜੀ ਉਹ ਸਿੱਧੀ ਭਰਤੀ ਕੀਤੀ ਜਾਂਦੀ ਹੈ, 3% ਸੀਨੀਅਰ ਅਸਿਸਟੈਂਟਾਂ ਦੇ ਵਿੱਚੋਂ ਲਏ ਜਾਂਦੇ ਨੇ। ਹੁਣ ਇੱਥੇ ਹੋ ਕੀ ਰਿਹਾ, ਜਿਹੜੇ ਸੀਨੀਅਰ ਅਸਿਸਟੈਂਟ ਆਉਂਦੇ ਨੇ ਤਾਂ ਉਹਨਾਂ ਨੂੰ
ਜੇ ਉਹ ਪੇਪਰ ਪਾਸ ਕਰ ਜਾਂਦੇ ਨਾਇਬ ਤਹਿਸੀਲਦਾਰ ਦੇ ਤਾਂ ਉਹਨਾਂ ਨੂੰ 11 ਮਹੀਨੇ ਦੀ ਟ੍ਰੇਨਿੰਗ ਕਰਨੀ ਪੈਂਦੀ ਹੈ। ਪਰ ਇੱਥੇ ਬੜੇ ਦੁੱਖ ਦੀ ਗੱਲ ਹੈ ਵੀ ਉਹਨਾਂ ਦੇ ਕੋਟਾ ਤਾਂ ਬਣਦਾ 6 ਸੀਟਾਂ ਦਾ, ਅੱਜ ਉਹ 32 ਸੀਟਾਂ 'ਤੇ ਕੰਮ ਕਰ ਰਹੇ ਨੇ। ਤਾਂ 32 ਸੀਟਾਂ ਦੇ ਉੱਤੇ ਜਿਹੜਾ ਹੈਗਾ ਉਹ ਕੰਮ ਕਰ ਰਹੇ ਨੇ, ਅਤੇ ਜਦ ਕਿ ਸੀਟਾਂ 6 ਬਣੇ 26 ਸੀਟਾਂ ਉਹ ਵੱਧ ਲਈ ਬੈਠੇ ਨੇ। ਉਹਨਾਂ ਨੇ ਕੋਈ ਟ੍ਰੇਨਿੰਗ ਨਹੀਂ ਕੀਤੀ ਹੋਈ। ਔਰ ਸਾਡੀ ਸਰਕਾਰ ਤੋਂ ਇਹੀ ਮੰਗ ਆ ਵੀ ਅੱਜ ਪੰਜਾਬ ਦੇ ਅੰਦਰ 137 ਕਾਨੂੰਗੋ ਜਿਹੜਾ ਹੈ ਉਹ ਪੇਪਰ ਪਾਸ ਕਰੀ ਬੈਠਾ ਨਾਇਬ ਤਹਿਸੀਲਦਾਰ ਦੇ। ਔਰ ਸਾਡੇ ਜਿਹੜੇ ਪੇਪਰ ਉਹ ਸਾਲ 'ਚ 2 ਵਾਰ ਹੁੰਦੇ ਆ, ਪਰ ਇਹ ਸਾਡੇ ਪੇਪਰ ਨਹੀਂ ਹੋਣ ਦੇ ਰਹੇ। ਇਹ ਸਾਰਾ ਜਿਹੜਾ ਹੈ ਇਹ ਮਤਲਬ ਮਿਲੀ ਭੁਗਤ ਨਾਲੇ ਸਾਰਾ ਕੁਝ ਚੱਲ ਰਿਹਾ। ਅਤੇ ਉਹ ਜਿਹੜੇ ਹੁਣ ਸਾਡੀ ਮੰਗ ਹੈ ਸਰਕਾਰ ਤੋਂ ਵੀ ਉਹ 26 ਜੋ ਸੀਨੀਅਰ ਅਸਿਸਟੈਂਟ ਜਿਨ੍ਹਾਂ ਨੇ ਕੋਈ ਟ੍ਰੇਨਿੰਗ ਨਹੀਂ ਕੀਤੀ, ਜਿਨ੍ਹਾਂ ਕਰਕੇ ਸਾਡੇ ਰਿਕਾਰਡ ਦਾ ਰੈਵਨਿਊ ਦਾ ਭੱਠਾ ਬੈਠ ਰਿਹਾ, ਅਤੇ ਉਹਨਾਂ ਨੂੰ ਪਾਸੇ ਕਰਕੇ ਜਿਹੜੇ 137 ਬੰਦੇ ਅੱਜ ਪੇਪਰ ਪਾਸ ਬੈਠੇ ਨੇ ਉਹਨਾਂ ਦੇ ਵਿੱਚੋਂ ਉਹ ਨਾਇਬ ਤਹਿਸੀਲਦਾਰਾਂ ਦਾ ਚਾਰਜ ਦਿੱਤਾ ਜਾਵੇ, ਕਿਉਂਕਿ ਉਹ ਸਿੱਧੇ ਕੋਟੇ ਦੀਆਂ ਪੋਸਟਾਂ ਨੇ। ਸਿੱਧੇ ਕੋਟੇ ਤੋਂ ਕੋਈ ਬੰਦਾ ਪ੍ਰਮੋਟ ਨਹੀਂ ਹੋ ਸਕਦਾ। ਪਰ ਬੜੀ ਹੈਰਾਨੀ ਦੀ ਗੱਲ ਹੈ ਵੀ ਉਹਨਾਂ ਨੂੰ ਪ੍ਰਮੋਟ ਕੀਤਾ ਉਹ ਨਾਇਬ ਤਹਿਸੀਲਦਾਰ ਦੀ ਤਨਖਾਹ ਵੀ ਲੈ ਰਹੇ ਨੇ, ਜਦੋਂ ਕਿ ਸਿੱਧੇ ਕੋਟੇ ਦੀ ਤਨਖਾਹ ਨਹੀਂ ਲੈ ਸਕਦੇ। ਅੱਜ ਸਾਡੇ ਕੋਲ ਤਜਰਬੇਕਾਰ ਕਾਨੂੰਗੋ ਹੈਗੇ ਨੇ। ਸਾਡੀ ਸਰਕਾਰ ਤੋਂ ਇਹ ਮੰਗ ਹੈ ਮੁੱਖ ਮੰਤਰੀ ਸਾਹਿਬ ਤੋਂ ਵੀ ਸਾਡੇ ਜਿਹੜੇ ਤਜਰਬੇਕਾਰ ਕਾਨੂੰਗੋ ਨੇ, ਜਿੰਨਾ ਚਿਰ ਨਵੀਂ ਭਰਤੀ ਹੋ ਕੇ ਨਹੀਂ ਆਉਂਦੀ, ਕਿਉਂਕਿ ਉਹ ਕੇਸ ਰਜਿਸਟਰਡ ਹੋ ਗਿਆ, ਇਸ ਕਰਕੇ ਜਲਦੀ ਜੇ ਭਰਤੀ ਨਹੀਂ ਹੋਣੀ। ਜੇ ਉਹ ਲਾਗੇ ਸਿਲੈਕਟ ਹੋ ਵੀ ਜਾਂਦੇ ਨੇ ਤਾਂ 11 ਮਹੀਨੇ ਉਹਨਾਂ ਨੂੰ ਟ੍ਰੇਨਿੰਗ ਕਰਨੀ ਪਊਗੀ। ਇਸ ਕਰਕੇ ਜਿੰਨਾ ਚਿਰ ਉਹ ਨਹੀਂ ਆਉਂਦੇ ਸਾਡੇ ਕਾਨੂੰਗੋ ਨੂੰ ਜਿਹੜੇ ਚਾਰਜ ਉਹ ਨਾਇਬ ਤਹਿਸੀਲਦਾਰ ਦੇ ਦਿੱਤੇ ਜਾਣੇ ਚਾਹੀਦੇ। ਅਸੀਂ ਮੇਲ ਰਾਹੀਂ ਭੇਜਿਆ ਜੀ, ਮੇਲ ਕਰ ਦਿੱਤੀ ਉਹਨਾਂ ਨੂੰ। ਕੋਈ ਜਵਾਬ ਆਇਆ? ਨਹੀਂ, ਅੱਜ ਹੀ ਮੇਲ ਕੀਤੀ ਹੈ ਜੀ, ਅੱਜ ਹੀ ਲੈਟਰ ਭੇਜਿਆ। ਨਹੀਂ ਤੁਹਾਡੀ ਗੱਲ ਮੰਨਦੇ ਕੋਈ ਐਕਸ਼ਨ? ਹਾਂ ਜੀ, ਅਸੀਂ 21 ਤਰੀਕ ਨੂੰ ਮੀਟਿੰਗ ਸੱਦ ਲਈ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਲੁਧਿਆਣਾ ਵਿਖੇ। ਫਿਰ ਸਮੁੱਚੇ ਪੰਜਾਬ ਤੋਂ ਸਾਡੇ ਜਿਹੜੇ ਕਾਨੂੰਗੋ ਉੱਥੇ ਸਾਡੀਆਂ ਡਿਸਟ੍ਰਿਕਟ ਬੋਡੀਆਂ ਆ ਰਹੀਆਂ ਨੇ, ਉੱਥੇ ਫਿਰ ਅਸੀਂ ਕੋਈ ਸੰਘਰਸ਼ ਦਾ ਜਿਹੜਾ ਬਿਗਲ ਵਜਾਵਾਂਗੇ ਜੇ ਸਾਡੀ ਗੱਲ ਨਹੀਂ ਸੁਣੀ ਜਾਂਦੀ। ਇਹ ਕਿੰਨੇ ਤੁਹਾਡੇ ਮੈਂਬਰ ਕਿੰਨੇ ਹੈਗੇ ਨੇ ਕਾਨੂੰਗੋ ਐਸੋਸੀਏਸ਼ਨ ਦੇ? ਸਾਡੇ 650 ਪੋਸਟ ਆ ਸਾਰੇ ਪੰਜਾਬ ਦੇ ਅੰਦਰ ਜੀ। ਪੰਜਾਬ ਦੇ ਵਿੱਚ? ਹਾਂਜੀ। ਅੱਛਾ, ਜਿਸ ਹਿਸਾਬ ਨਾਲ ਹੁਣ ਭਗਵੰਤ ਮਾਨ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ, ਤੇ ਤੁਹਾਨੂੰ ਲੱਗਦਾ ਵੀ ਤੁਹਾਡਾ ਪ੍ਰੋਟੈਸਟ ਹੈਗਾ ਉਹ ਕਰਨ ਦੇਣਗੇ ਜਾਂ ਉਹਨੂੰ ਉਹ ਮੰਨਣਗੇ ਕਿਸੇ ਨਾ ਕਿਸੇ ਤਰੀਕੇ? ਸਾਡਾ ਜੇ ਤੁਹਾਡੀ ਮੰਗਾਂ ਨਹੀਂ ਮੰਨੀਆਂ, ਅਸੀਂ ਕੋਈ ਗੈਰ ਕਾਨੂੰਨੀ ਪ੍ਰੋਟੈਸਟ ਨਹੀਂ ਕਰਾਂਗੇ। ਸਾਡਾ ਜਿਹੜਾ ਮਾਟੋ ਹੱਕਾਂ ਦੀ ਖਾਤਰ ਅਤੇ ਅਨਿਆਂ ਦੇ ਖਿਲਾਫ ਲੜਨਾ, ਕਿਉਂਕਿ ਸਾਡੇ ਨਾਲ ਅਨਿਆਂ ਹੋ ਰਿਹਾ। ਜੇ ਭਗਵੰਤ ਮਾਨ ਜੀ ਵੀ ਪ੍ਰੋਟੈਸਟ 'ਚੋਂ ਹੀ ਨਿਕਲ ਕੇ ਆਏ ਨੇ, ਪ੍ਰੋਟੈਸਟ ਜੇ ਕਿਸੇ ਬੰਦੇ ਨਾਲ ਅਨਿਆਂ ਹੋ ਰਿਹਾ ਉਹ ਤਾਂ ਕਰਨ ਦਾ ਹੱਕ ਰੱਖਦਾ, ਤਾਂ ਸਾਡਾ ਕਾਨੂੰਨ ਵੀ ਸਾਨੂੰ ਇਸ ਗੱਲ ਦੀ ਆਗਿਆ ਦਿੰਦਾ ਹੈ। ਜੇ ਕਿਸੇ ਬੰਦੇ ਨਾਲ ਧੱਕਾ ਹੋ ਰਿਹਾ ਤਾਂ ਉਹ ਆਪਣੀ ਆਵਾਜ਼ ਤਾਂ ਉਠਾਏਗਾ। ਅਸੀਂ ਕੋਈ ਪਬਲਿਕ ਨੂੰ ਨਾਲ ਜੋੜਾਂਗੇ, ਆਪਣੇ ਪਬਲਿਕ ਦੇ ਅੱਗੇ ਵੀ ਇੱਕ ਗੱਲ ਰੱਖਾਂਗੇ। ਤੁਸੀਂ ਕਹਿੰਦੇ ਪਏ ਹੋ ਵੀ ਜਿਹੜੇ ਮੰਤਰੀ ਸਾਹਿਬ ਹੈ ਉਹ ਮੰਨ ਗਏ ਨੇ, ਅਫਸਰਸ਼ਾਹੀ ਜਿਹੜਾ ਤੁਹਾਨੂੰ ਕੋਈ ਬਾਂਹ ਨਹੀਂ ਫੜਾਉਂਦੀ ਪਈ ਹੈ? ਬਿਲਕੁਲ। ਤੁਸੀਂ ਇਹ ਮੰਨਦੇ ਹੋ ਵੀ ਅਫਸਰਸ਼ਾਹੀ ਹਾਵੀ ਹੈਗੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹੈਗੇ ਨੇ, ਮੰਤਰੀ ਹੈਗੇ? ਦੇਖੋ, ਲੀਡਰਾਂ ਨਾਲ ਨਹੀਂ ਸਾਡਾ ਕੋਈ ਸੰਬੰਧ। ਸਾਡੇ ਆਪਦੇ ਡਿਪਾਰਟਮੈਂਟ ਦੇ ਅਫਸਰ ਸਾਡਾ ਸਾਥ ਦਿੰਦੇ ਨੇ, ਪਰ ਜਿਹੜੇ ਫਾਈਨਾਂਸ ਡਿਪਾਰਟਮੈਂਟ ਦੇ ਅਫਸਰ ਨੇ ਉਹ ਸਾਡੇ ਨਾਲ ਧੋਖਾ ਕਰਦੇ ਨੇ। ਉੱਥੇ ਮੰਨ ਜਾਂਦੇ ਨੇ, ਮੀਟਿੰਗ 'ਚ ਗੱਲ ਮੰਤਰੀ ਸਾਹਮਣੇ ਸਾਰੀ ਗੱਲ ਮੰਨ ਜਾਂਦੇ ਨੇ, ਤੇ ਬਾਅਦ 'ਚ ਸਾਡੀ ਫਾਈਲ ਲੁਕੋ ਲੈਂਦੇ ਨੇ ਜਾਂ ਉਹ 'ਤੇ ਕੋਈ ਕੁਆਰੀ ਪਾ ਕੇ ਤੋੜ ਦਿੰਦੇ ਨੇ। ਕਿਉਂ ਲੱਗਦਾ ਤੁਹਾਨੂੰ ਇਦਾਂ ਹੋ ਰਿਹਾ? ਪਹਿਲਾਂ ਵੀ ਤੁਸੀਂ ਕਿਹਾ ਵੀ 2017 ਚ ਫਾਈਲ ਲੁਕੋ ਲਈ, ਹੁਣ ਫੇਰ ਇਦਾਂ ਹੋ ਰਿਹਾ? ਪਤਾ ਨਹੀਂ, ਹੁਣ ਇਹ ਤਾਂ ਉਹ ਦੱਸ ਸਕਦੇ ਨੇ ਵੀ ਕਿਉਂ ਕਰ ਰਹੇ ਨੇ। ਦੇਖੋ, ਜੇ ਮਤਲਬ ਸਾਡਾ ਸਰਕਾਰ ਨਾਲ ਲੜਾਉਣਾ ਚਾਹੁੰਦੇ ਨੇ, ਜਾਂ ਸਰਕਾਰ ਇਹ ਗੱਲ ਮੰਨਣ ਨੂੰ ਤਿਆਰ ਹੈ, ਸਾਡਾ ਮੰਤਰੀ ਮੰਨ ਰਿਹਾ ਵੀ ਵਾਕਈ ਇਹਨਾਂ ਨਾਲ ਧੱਕਾ ਹੈ, ਧੋਖਾ ਵੀ, ਅਸੀਂ ਕੋਈ ਬਕਾਇਆ ਨਹੀਂ ਮੰਗ ਰਹੇ। ਠੀਕ ਹੈ, ਸਾਨੂੰ ਫਾਈਨੈਂਸ਼ੀਅਲ ਹਾਲ ਪਤਾ ਉਹਨਾਂ ਨੂੰ ਵੀ ਚਾਹੇ ਉਸ ਸੀਟ ਤੇ ਕੋਈ ਹੋਵੇ, ਅੱਜ 500 ਕਰੋੜ ਰੁਪਈਆ ਬਕਾਇਆ ਕੋਈ ਨਹੀਂ ਦੇ ਸਕਦਾ। ਅਸੀਂ ਅੱਜ ਤਾਂ ਠੀਕ ਕਰ ਦਿਓ। ਨਹੀਂ, ਪਰ ਜਦੋਂ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਸੀ ਤੇ ਤੁਸੀਂ ਕਿਹਾ ਵੀ ਉਦੋਂ ਵੀ ਕਲੀਅਰ ਹੋ ਗਈ ਸੀ। ਹਾਂਜੀ। ਤੇ ਫਿਰ ਉਦੋਂ ਕੀ ਉਦੋਂ ਫਿਰ ਕੋਡ ਆਫ ਕੰਡਕਟ ਦੇ ਇਹਨਾਂ ਨੇ ਪਹਿਲਾਂ ਅੱਜ ਕਰਾਉਣੇ, ਅੱਜ ਕਰਦੇ ਆ, ਮਤਲਬ ਇਹ ਇਸ ਉਡੀਕ 'ਚ ਸੀ ਵੀ ਕੋਡ ਆਫ ਕੰਡਕਟ ਕਦੋਂ ਲੱਗਦਾ, ਤੇ ਮੁੜ ਕੇ ਕੋਡ ਆਫ ਕੰਡਕਟ ਲੱਗ ਗਿਆ, ਤੇ ਮੁੜ ਕੇ ਉਹ ਫਾਈਲ ਅਸੀਂ ਇਹਨਾਂ ਦੀ ਗੁੰਮ ਕਰੀ ਹੋਈ 2020 'ਚ ਲੱਭੀ ਆ ਸਾਨੂੰ ਜਾ ਕੇ। ਤੁਹਾਨੂੰ ਲੱਭੀ ਹੈ? ਅਸੀਂ ਨਹੀਂ, ਸਾਰਾ ਡਿਪਾਰਟਮੈਂਟ ਲੱਗੇ ਰਿਹਾ, DLR ਸੀ ਕੈਪਟਨ ਕਰਨੈਲ ਸਿੰਘ, ਉਹ ਨਾਲ ਲੱਗੇ, ਫਿਰ ਜਾ ਕੇ ਸਾਨੂੰ ਇਹ ਫਾਈਲ ਜਿਹੜੀ 2020 'ਚ ਲੱਭੀ ਹੈ। ਜਨਾਬ, ਇਸ 'ਚ ਨਾ ਤੁਸੀਂ ਇੱਕ ਗੱਲ ਕੀਤੀ ਹੈ ਕਿ ਸੀਨੀਅਰ ਅਸਿਸਟੈਂਟ ਨੂੰ ਕਾਨੂੰਗੋ ਲਗਾਇਆ ਜਾ ਰਿਹਾ, ਇਹ ਕੀ ਕਹਾਣੀ? ਨਾਇਬ ਤਹਿਸੀਲਦਾਰ ਜੀ, ਹਾਂ, ਕਿਉਂਕਿ ਉਹਨਾਂ ਦਾ ਜਿਹੜਾ ਪ੍ਰਮੋਸ਼ਨ ਕੋਟਾ ਉਹ 3% ਹੈ। 6 ਪੋਸਟਾਂ ਬਣਦੀਆਂ ਨੇ 198 ਦੇ ਅਗੇਂਸਟ, ਤੇ ਪਰ ਅੱਜ ਉਹ ਲੱਗੇ ਹੋਏ 32 ਨੇ। 26 ਬੰਦੇ ਬਿਨਾਂ ਟ੍ਰੇਨਿੰਗ ਤੋਂ ਲਾ ਰੱਖੇ ਨੇ। ਫਾਰ ਐਗਜ਼ਾਮਪਲ, ਜਿੰਨੀ ਸੰਗਤ ਆਪਣੇ ਕੋਲ ਇੱਥੇ ਬੈਠੇ ਅੱਜ, ਜੇ ਤੁਹਾਨੂੰ ਸਾਰਿਆਂ ਨੂੰ ਅੱਜ ਰੈਵਨਿਊ ਡਿਪਾਰਟਮੈਂਟ ਦੀ ਕੁਰਸੀ 'ਤੇ ਬਿਠਾ ਕੇ ਰਜਿਸਟਰੀਆਂ ਕਰਨ ਲਾਇਆ ਜਾਵੇ ਜਾਂ ਕੋਰਟ ਕੇਸ ਕਰਨ ਲਾਇਆ ਜਾਵੇ, ਕੀ ਹੋ ਸਕਦਾ ਹੈ? ਸੰਭਵ ਹੈ? ਪਰ ਇਹ ਕਰ ਰਹੇ ਨੇ 26 ਬੰਦੇ, ਤੇ ਫਿਰ ਰਿਕਾਰਡ ਬਚੂਗਾ ਰੈਵਨਿਊ ਦਾ। ਰੈਵਨਿਊ ਰਿਕਾਰਡ ਵਾਸਤੇ ਭਾਵੇਂ ਕੋਈ IAS ਹੈ, PCS ਹੈ, ਤਹਿਸੀਲਦਾਰ ਹੈ, ਪਟਵਾਰੀ ਹੈ, ਕਾਨੂੰਗੋ, ਸਭ ਦਾ ਸਿਸਟਮ ਬਣਿਆ। ਉਹਨੂੰ ਟ੍ਰੇਨਿੰਗ ਕਰਨੀ ਪੈਂਦੀ ਹੈ, ਸਰਟੀਫਿਕੇਟ ਲੈਣਾ ਪੈਂਦਾ। ਜਿੰਨਾ ਚਿਰ ਸਰਟੀਫਿਕੇਟ ਟ੍ਰੇਨਿੰਗ ਦਾ ਜਾਰੀ ਨਹੀਂ ਹੁੰਦਾ, ਉਹ ਕੰਮ ਨਹੀਂ ਕਰ ਸਕਦਾ। 26 ਬੰਦਿਆਂ ਨੇ ਨਹੀਂ ਜੀ, ਉਹਨਾਂ ਨੇ ਕੋਈ ਟ੍ਰੇਨਿੰਗ ਨਹੀਂ ਲਈ ਹੋਈ, ਬਿਨਾਂ ਟ੍ਰੇਨਿੰਗ ਤੋਂ ਉਹ ਕੰਮ ਕਰ ਰਹੇ ਨੇ। ਪਿਛਲੀ ਗਵਰਨਮੈਂਟ 'ਚ ਹੋਇਆ ਜਾਂ ਕਿਵੇਂ? ਅਪਰੂਵਲ ਕਦੋਂ ਮਿਲੀ ਹੈ
ਇਹ ਲਗਭਗ 5-6 ਸਾਲ ਤੋਂ ਪ੍ਰੋਸੈਸ ਚੱਲ ਰਿਹਾ ਹੈ ਇਹ। ਲਾਗੂ ਕਦੋਂ ਤੋਂ ਹੋਇਆ ਕਿਉਂਕਿ ਫਾਈਲ ਨੂੰ ਇਹ ਪ੍ਰੋਸੈਸ ਚ ਆਉਂਦੇ ਟਾਈਮ ਲੱਗ ਜਾਂਦਾ। ਨਹੀਂ, ਤੁਰੰਤ ਜਿਵੇਂ ਉਹ ਪੇਪਰ ਪਾਸ ਕਰਕੇ ਆਏ ਤੇ ਉਹ ਉਹਨਾਂ ਨੂੰ ਚੱਕ ਕੇ ਬਸ ਲਾਤਾ। ਕਾਨਪੁਰ ਦੀ ਫਿਰ ਇਹ ਸਬੰਧ ਦੇ ਵਿੱਚ ਨਾਇਬ ਤਹਿਸੀਲਦਾਰ ਹਾਂਜੀ ਕਾਨਪੁਰ ਦੀ ਅਗਲੀ ਪ੍ਰਮੋਸ਼ਨ ਹੈ ਨਾਇਬ ਤਹਿਸੀਲਦਾਰ ਜੀ ਉਹ ਡਾਇਰੈਕਟ ਲੱਗੇ। ਡਾਇਰੈਕਟ ਨਹੀਂ ਲੱਗੋ, ਅਸਿਸਟੈਂਟ ਤੋਂ ਪ੍ਰਮੋਟ ਹੋ ਕੇ ਲੱਗੇ ਵੀ ਅਸੀਂ ਪੇਪਰ ਪਾਸ ਆ। ਟ੍ਰੇਨਿੰਗ ਕੋਈ ਕੀਤੀ ਨਹੀਂ, ਕਿਉਂਕਿ ਟ੍ਰੇਨਿੰਗ ਤੋਂ ਬਾਅਦ ਹੀ ਸਰਟੀਫਿਕੇਟ ਜਾਰੀ ਹੋਣ ਤੋਂ ਬਾਅਦ ਹੀ ਕੋਈ ਬੰਦਾ ਲੱਗ ਸਕਦਾ। ਉਹ ਕਲੋਜ਼ ਹੋਏਗਾ ਵੀ ਜੇ ਪੇਪਰ ਕਲੀਅਰ ਕਰ ਬਿਲਕੁਲ ਬਣ ਸਕਦੇ ਨੇ। ਨਹੀਂ ਜੀ, ਹੈਗਾ ਕੋਈ ਉਹ ਸਿਰਫ 3% ਬਣ ਸਕਦੇ ਨੇ। 6 ਸੀਟਾਂ ਨੇ, 32 ਤੇ ਨਹੀਂ ਨਾ ਲੱਗ ਸਕਦੇ। ਓਕੇ ਹਾਂ, ਮਤਲਬ ਉਹਨਾਂ ਦੀ ਨੇੜਤਾ ਹੋਣ ਕਰਕੇ ਅਫਸਰਾਂ ਦੇ ਨਾਲ। ਤੇ ਨਹੀਂ ਇਹ ਵੀ ਹੋ ਸਕਦਾ ਕਿ ਕੋਈ ਪੈਸਾ ਚੱਲਿਆ ਹੋਵੇ। ਇਹ ਤਾਂ ਹੁਣ ਤੁਸੀਂ ਪੱਤਰਕਾਰ ਭਾਈਚਾਰਾ ਖੋਜ ਕਰੋ। ਅੱਜ ਕੱਲ੍ਹ ਖਾਸੀ ਖੋਜ ਕਰ ਰਹੇ ਹੋ ਤੁਸੀਂ ਕਰੋ ਨਾ ਵੀ ਚੱਲਿਆ ਕਿ ਨਹੀਂ ਚੱਲਿਆ। ਮੇਰੇ ਮੂੰਹ ਨਾ ਕਹੋ। ਤੁਸੀਂ ਲੱਭੋ ਵੀ ਕਿਉਂ ਹੋਇਆ। ਤੁਸੀਂ ਮੰਗ ਕਰ ਸਕਦੇ ਹੋ ਕਿ ਜੇ ਭ੍ਰਸ਼ਟਾਚਾਰ ਜੇ ਇਹਦੇ ਚ ਹੋਇਆ ਤਾਂ ਤੁਸੀਂ ਇਹ ਵੀ ਮੰਗ ਕਰ ਸਕਦੇ ਹੋ ਕਿ ਇਹਦੇ ਤੇ ਕਿਤੇ ਨਾ ਕਿਤੇ ਰਿਸ਼ਵਤ ਕੋਈ ਚੱਲੀ ਹੈ। ਉਹ ਸਰਕਾਰ ਦਾ ਮਸਲਾ, ਸਾਡਾ ਮਸਲਾ ਇੰਨਾ ਵੀ ਉਹਨਾਂ ਨੂੰ ਹਟਾਓ ਤੇ ਸਾਡਾ ਰਿਕਾਰਡ ਬਚਾਓ। ਤੇ ਸਾਡੇ ਕੋਲ ਤਜਰਬੇਕਾਰ 137 ਬੰਦਾ ਹੈ, ਉਹਨਾਂ ਨੂੰ ਦਿਓ ਚਾਰਜ। ਇਹਦਾ ਕੋਈ ਫਿਰ ਕਾਨੂੰਨੀ ਵੀ ਰਸਤਾ ਅਖਤਿਆਰ ਕਰ ਸਕਦੇ ਹੋ ਤੁਸੀਂ ਵੀ ਤੁਹਾਡੇ ਨਾਲ ਧੱਕਾ ਹੋਇਆ। ਨਹੀਂ, ਕਾਨੂੰਨੀ ਸਾਡੇ ਨਾਲ ਨਹੀਂ ਧੱਕਾ ਹੋਇਆ, ਕਿਉਂਕਿ ਇਹਨਾਂ ਨੇ ਇਹ ਡਾਇਰੈਕਟ ਕੋਟੇ ਦੇ ਅਗੇਂਸਟ ਇਹ ਤਾਂ ਨਹੀਂ ਤੁਹਾਡੇ ਬੰਦੇ ਦਾ ਹੱਕ ਤਾਂ ਮਾਰਿਆ ਗਿਆ ਨਾ, ਜਿਹੜੇ 30-32 ਬੰਦੇ ਆ। ਸਾਡੇ ਬੰਦਿਆਂ ਦਾ ਹੱਕ ਨਹੀਂ ਮਾਰਿਆ ਗਿਆ। ਸਾਡੇ ਬੰਦੇ ਅਸੀਂ ਤਾਂ ਆਉਣ ਦਾ ਮਕਸਦ ਹੈ, ਜਦੋਂ ਇਹ ਨਵੀਂ ਸਰਕਾਰ ਬਣੀ ਸਾਨੂੰ ਮਤਲਬ ਬੜੀਆਂ ਆਸਾਂ ਵੱਜੀਆਂ ਸਾਡੀ ਕਾਨੂੰਗੋ ਐਸੋਸੀਏਸ਼ਨ ਨੂੰ। ਸਾਡੇ 2 ਮੇਨ ਇਸ਼ੂ ਸੀ ਕਾਨੂੰਗੋਆਂ ਦੇ, 3 ਸੀਗੇ। ਇੱਕ ਸਾਡਾ ਇਹਨਾਂ ਨੇ ਪੂਰਾ ਕਰ ਦਿੱਤਾ, ਜੋ ਸੇਵਾਦਾਰ ਨਹੀਂ ਸੀ ਸਾਡੇ ਕੋਲੇ, ਬੜੇ ਅਸੀਂ ਖੱਜਲ ਖੁਆਰ ਹੁੰਦੇ ਸੀ। ਉਸ ਗੱਲ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਸਰਕਾਰ ਦਾ ਕਿ ਸਾਡੇ ਹੁਣ ਕਾਨੂੰਗੋਆਂ ਨੇ ਇਹਨਾਂ ਨੇ 500-600 ਬੰਦਾ ਭਰਤੀ ਕਰਕੇ ਆਊਟਸੋਰਸ ਰਾਹੀਂ ਸੇਵਾਦਾਰ ਜਿਹੜੇ ਉਹ ਦੇਣੇ ਸ਼ੁਰੂ ਕਰ ਦਿੱਤੇ ਆ, ਵੀ ਜਿਹੜੇ ਕਿ ਇਸ ਹਫ਼ਤੇ 'ਚ ਪੂਰੇ ਹੋ ਜਾਣਗੇ। ਬਾਕੀ 5 ਅਪ੍ਰੈਲ 2022 ਨੂੰ ਸਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਹੋਈ। ਅਸੀਂ ਜੋ 2 ਅੱਜ ਇਸ਼ੂ ਇੱਥੇ ਰੱਖਣ ਲੱਗੇ ਹਾਂ, ਅਸੀਂ ਜਿਹੜਾ ਲੈਟਰ ਲਿਖਿਆ ਸੀਐਮ ਸਾਹਿਬ ਨੂੰ, ਸੀਐਮ ਸਾਹਿਬ ਨੇ ਸਾਡੀ ਬੜੀ ਗੌਰ ਦੇ ਨਾਲ ਗੱਲ ਸੁਣੀ। ਉਹਨਾਂ ਨੇ ਸਾਡੇ ਮੰਤਰੀ ਸਾਹਿਬ ਦੀ ਤੇ ਸਾਡੇ ਐਫਸੀਆਰ ਸਾਹਿਬ ਦੀ ਡਿਊਟੀ ਲਾਈ ਵੀ ਇਹਨਾਂ ਦੇ ਦੋਵੇਂ ਇਸ਼ੂ ਜਿਹੜੇ ਆ ਇਹ ਹੱਲ ਕਰਾਓ। ਤਾਂ ਅਸੀਂ 9 ਸਤੰਬਰ ਨੂੰ, ਕਿਉਂਕਿ ਜਿਹੜਾ ਸਾਡਾ ਇਹ ਸਕੇਲ ਦਾ ਮਸਲਾ ਹੈ, ਮੈਂ ਹੀ ਇਹ ਡੀਲ ਕਰ ਰਿਹਾ। ਮੇਰੇ ਵੱਲੋਂ 2016 ਦੇ ਵਿੱਚ ਪਟਵਾਰ ਯੂਨੀਅਨ ਦੇ ਵਿੱਚ ਹੁੰਦਿਆਂ ਹੋਇਆਂ ਇਹ ਮੰਗ ਜਿਹੜੀ ਉਠਾਈ ਗਈ ਸੀ, ਕਿਉਂਕਿ ਜੋ ਸਾਡਾ ਪੇ ਕਮਿਸ਼ਨ 1993 'ਚ ਉੱਠਿਆ, ਉਹਨੇ ਪਟਵਾਰੀਆਂ ਨੂੰ 950 1800 ਦਾ ਸਕੇਲ ਦਿੱਤਾ ਸੀ। ਤਾਂ ਪੰਜਾਬ ਸਰਕਾਰ ਤੋਂ ਅਸੀਂ ਮੰਗ ਰੱਖੀ ਵੀ ਸਾਰੇ ਪਟਵਾਰੀਆਂ ਨੂੰ 1365 2410 ਦਾ ਸਕੇਲ ਦਿੱਤਾ ਜਾਵੇ। ਪਰ ਵਿੱਤ ਵਿਭਾਗ ਨੇ ਸਾਡੇ ਨਾਲ ਕੀ ਚਲਾਕੀ ਕੀਤੀ ਵੀ ਉਹਨਾਂ ਨੇ 50% ਨੂੰ 950 1800 ਦਾ ਸਕੇਲ ਦੇ ਦਿੱਤਾ ਔਰ 50% ਨੂੰ 1365 2410 ਦਾ ਸਕੇਲ ਦੇ ਦਿੱਤਾ। ਤੇ ਇਹ 1186 ਤੋਂ ਲੈ ਕੇ 31/12/95 ਤੱਕ ਚੱਲਦਾ ਰਿਹਾ। 1/1/1996 ਨੂੰ ਆ ਕੇ ਇਹਨਾਂ ਨੇ ਇਹ ਖਤਮ ਕਰਕੇ ਇੱਕੋ ਸਕੇਲ ਬਣਾਤਾ। ਪਰ ਉਸ ਸਪੀਡ ਦੇ ਜਿਹੜੇ ਪਟਵਾਰੀ ਸੀ ਉਹਨਾਂ ਦਾ ਅੱਜ ਪੈਨਸ਼ਨ ਦੇ ਵਿੱਚ ਔਰ ਤਨਖਾਹਾਂ ਦੇ ਵਿੱਚ ਅੰਤਰ ਪੈ ਗਿਆ। ਭਾਵੇਂ ਸਾਡੇ ਕਈ ਸਾਥੀ ਪ੍ਰਮੋਟ ਹੋ ਕੇ ਕਾਨੂੰਗੋ ਵੀ ਬਣ ਗਏ, ਨਾਇਬ ਤਹਿਸੀਲਦਾਰ ਵੀ ਬਣ ਗਏ, ਪਰ ਉਹ ਪਟਵਾਰੀ ਨਾਲੋਂ ਘੱਟ ਤਨਖਾਹ ਲੈ ਰਹੇ ਨੇ, ਕਿਉਂਕਿ ਉਹਨਾਂ ਦੀ ਜਿਹੜੀ ਫਿਕਸੇਸ਼ਨ ਆ 950 1800 ਦੇ ਮੁਤਾਬਕ ਚੱਲੀ ਆ ਰਹੀ ਹੈ। ਸੋ ਇਹ ਭਾਰਤੀ ਸੰਵਿਧਾਨ ਦੇ ਆਰਟੀਕਲ 39D ਦੀ ਉਲੰਘਣਾ ਹੈ ਕਿ ਹਿੰਦੁਸਤਾਨ ਦੇ ਵਿੱਚ ਇੱਕੋ ਜਿਹਾ ਕੰਮ ਕਰਨ ਵਾਲਿਆਂ ਦੀ ਸੈਲਰੀ ਦੇ ਵਿੱਚ ਅੰਤਰ ਨਹੀਂ ਹੋ ਸਕਦਾ। ਤਾਂ ਇਹ ਸਾਰੇ ਮਾਮਲੇ ਨੂੰ ਲੈ ਕੇ ਅਸੀਂ ਆਪਣੇ ਮੰਤਰੀ ਸਾਹਿਬ ਦੇ ਨੋਟ 'ਚ ਲਿਆਂਦੀ। ਉਹਨਾਂ ਨੇ ਮੰਨਿਆ ਵੀ ਵਾਕਈ ਬਹੁਤ ਵੱਡਾ ਧੱਕਾ ਹੈ ਤੁਹਾਡੇ ਨਾਲ। ਸਾਡੇ ਡਿਪਾਰਟਮੈਂਟ ਨੇ ਸਿਫਾਰਿਸ਼ ਕਰਕੇ ਭੇਜੀ ਤਾਂ ਸਾਡੇ ਮੰਤਰੀ ਸਾਹਿਬ ਜਿੰਪਾ ਸਾਹਿਬ ਜੀ ਨੇ ਫਾਈਨਾਂਸ ਮਿਨਿਸਟਰ ਦੇ ਨਾਲ ਟਾਈਮ ਲੈ ਕੇ ਮੀਟਿੰਗ ਰੱਖੀ ਸਾਂਝੀ। ਪਟਵਾਰ ਯੂਨੀਅਨ, ਕਾਨੂੰਗੋ ਐਸੋਸੀਏਸ਼ਨ, ਸੈਕਟਰੀ ਸਾਡੇ ਵਿੱਤ ਕਮਿਸ਼ਨਰ ਮਾਲ ਜੋ ਅੱਜ ਕੱਲ੍ਹ ਹੈ ਕੈਪਸਨਾ ਜੀ, ਉਹ ਵਿੱਚ ਸ਼ਾਮਲ ਸੀ। ਸੈਕਟਰੀ ਫਾਈਨਾਂਸ ਮੈਡਮ ਗੁਰਪ੍ਰੀਤ ਕੌਰ ਸਪਰਾ ਔਰ ਮੈਡਮ ਗੁਰਪ੍ਰੀਤ ਕੌਰ ਸਪਰਾ ਨੇ ਉੱਥੇ ਉਸ ਮੀਟਿੰਗ ਦੇ ਵਿੱਚ ਇਹ ਸਿਫਾਰਿਸ਼ ਕੀਤੀ ਬਈ ਬਾਕੀ ਬਹੁਤ ਵੱਡਾ ਧੱਕਾ ਇਹਨਾਂ ਨਾਲ। ਮੰਤਰੀ ਸਾਹਿਬ ਫਾਈਨਾਂਸ ਮਿਨਿਸਟਰ ਨੂੰ ਕਿਹਾ ਵੀ ਇਹਨਾਂ ਦੀ ਤਨਖਾਹ ਸਾਨੂੰ ਇੱਕਸਾਰ ਕਰਨੀ ਚਾਹੀਦੀ ਹੈ, ਕਿਉਂਕਿ ਸਰਕਾਰ ਦੇ ਜੋ ਫਾਈਨੈਂਸ਼ੀਅਲੀ ਹਾਲਾਤ ਨੇ ਅਸੀਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਬਕਾਇਆ ਲੈਣ ਤੋਂ ਇਨਕਾਰ ਕਰ ਦਿੱਤਾ। ਭਾਵੇਂ ਕਿ ਹੋਰ ਡਿਪਾਰਟਮੈਂਟਾਂ ਦੇ ਵਿੱਚ ਸਰਕਾਰ ਨੇ ਬਕਾਇਆ ਵੀ ਦਿੱਤਾ ਹੈ। ਉਦਾਹਰਨ ਦੇ ਤੌਰ 'ਤੇ ਹੋਮਗਾਰਡ ਨੂੰ 400 ਕਰੋੜ ਰੁਪਈਆ ਇਹਨਾਂ ਨੇ ਬਕਾਇਆ ਦਿੱਤਾ ਔਰ ਜਿਹੜੇ ITI ਦੇ ਇੰਸਟਰਕਟਰ ਨੇ ਉਹਨਾਂ ਦਾ ਵੀ ਇਹੀ ਕੇਸ ਸੀ, ਉਹਨਾਂ ਨੂੰ ਵੀ 2010 ਦੇ ਵਿੱਚ ਸਾਰਿਆਂ ਦੀ ਇੱਕ ਸਾਰ ਤਨਖਾਹ ਕਰਕੇ ਬਕਾਇਆ ਵੀ ਦਿੱਤਾ ਹੈ। ਪਰ ਅਸੀਂ ਫਾਈਨੈਂਸ਼ੀਅਲੀ ਹਾਲਾਤ ਸਰਕਾਰ ਨੂੰ ਦੇਖਦੇ ਹੋਏ ਅਸੀਂ ਬਕਾਇਆ ਛੱਡਣ ਨੂੰ ਤਿਆਰ ਹਾਂ, ਜੋ ਕਿ 500-600 ਕਰੋੜ ਰੁਪਈਆ ਬਣਦਾ। ਅਸੀਂ ਕਹਿੰਦੇ ਅੱਜ ਹੀ ਸਾਡੀ ਪੈਨਸ਼ਨ ਤੇ ਜਿਹੜੀ ਤਨਖਾਹ ਹੈ ਉਹ ਇੱਕਸਾਰ ਕੀਤੀ ਜਾਵੇ। ਤਾਂ ਮੰਤਰੀ ਸਾਹਿਬ ਨੇ ਇਹ ਗੱਲ ਦੋਵਾਂ ਮੰਤਰੀਆਂ ਨੇ
ਵਿੱਤ ਮੰਤਰੀ ਨੇ ਤੇ ਰੈਵਨਿਊ ਮੰਤਰੀ ਨੇ ਇਹ ਗੱਲ ਮੰਨ ਲਈ, ਬਾਕੀ ਠੀਕ ਹੈ। ਤੇ ਮੰਤਰੀ ਸਾਹਿਬ ਨੇ ਕਿਹਾ 9 ਸਤੰਬਰ ਨੂੰ ਵੀ ਮੇਰੇ ਨੋਟ ਪੁੱਟ ਅਪ ਕਰੋ ਤਾਂ ਜੋ ਮੈਂ ਸਾਈਨ ਕਰਕੇ ਗੱਲ ਨੂੰ ਸੈਂਕਸ਼ਨ ਕਰਦਾ। ਪਰ ਜਿਹੜੀ ਅਫਸਰਸ਼ਾਹੀ ਹੈ ਉਹ ਸਾਡੇ ਪੈਰ ਨਹੀਂ ਲੱਗਣ ਦੇ ਰਹੀ 2016 ਤੋਂ। ਪਹਿਲਾਂ ਤਾਂ 2017 ਦੇ ਵਿੱਚ ਇਹੀ ਫਾਈਲ ਪਰਮਿੰਦਰ ਸਿੰਘ ਢੀਂਡਸਾ ਕਲੀਅਰ ਲੱਗਿਆ ਸੀ ਕਰਨ, ਉਸ ਟਾਈਮ ਵਿੱਤ ਵਿਭਾਗ ਦੇ ਅਫਸਰਾਂ ਨੇ ਫਾਈਲ ਗੁੰਮ ਕਰਤੀ ਔਰ ਇਹ ਫਾਈਲ 2017 ਦੀ ਗੁੰਮ ਹੋਈ। ਮੈਂ ਮੁੜ ਕੈਪਟਨ ਕਰਨੈਲ ਸਿੰਘ ਜੋ IAS ਨੇ, ਉਹ DLR ਸੀ, ਉਹਨਾਂ ਨੇ ਮੇਰੇ ਨਾਲ ਮਦਦ ਕੀਤੀ। ਇਹ ਫਾਈਲ ਅਸੀਂ 2020 ਚ ਲੱਭੀ। ਹੁਣ ਇਹ 2020 ਦੀ ਚੱਲਦੀ ਫਾਈਲ ਤੇ ਸਾਨੂੰ ਇਹ ਸਰਕਾਰ ਤੋਂ ਆਸ ਵੱਜੀ ਸੀ ਵੀ ਹੁਣ ਹੋ ਜਾਊਗੀ, ਪਰ ਹੁਣ ਫੇਰ ਉਹੀ ਅਫਸਰਸ਼ਾਹੀ ਨੇ ਸਾਡੇ ਨਾਲ ਧੋਖਾ ਕੀਤਾ। ਅਸੀਂ ਤਾਂ ਮੰਤਰੀ ਸਾਹਿਬ ਵੀ ਸਾਡੇ ਮੰਨ ਕੇ ਬਹਿ ਗਏ ਗੱਲ ਵੀ ਇਹ ਕੰਮ ਹੋ ਗਿਆ, ਅਸੀਂ ਵੀ ਮੰਨ ਕੇ ਬਹਿ ਗਏ ਹੋ ਗਿਆ। ਪਰ 8 ਦਸੰਬਰ ਨੂੰ ਸਾਡੀ ਮੀਟਿੰਗ ਜਦੋਂ ਸ੍ਰੀ ਕੈਪ ਸਿਨਹਾ ਜੋ IAS ਸਾਡੇ FCR ਨੇ ਉਹਨਾਂ ਦੇ ਨਾਲ ਹੁੰਦੀ ਹੈ, ਉਹਨਾਂ ਨੇ ਸਾਨੂੰ ਦੱਸਿਆ ਵੀ ਨਹੀਂ ਯਾਰ ਆਪਣੀ ਫਾਈਲ ਕਲੀਅਰ ਨਹੀਂ ਹੋਈ, ਉਹ ਤਾਂ ਕੋਈ ਮਾੜੀ ਮੋਟੀ ਕੁਆਰੀ ਪਾ ਕੇ ਵਾਪਸ DLR ਨੂੰ ਭੇਜਤੀ। ਤਾਂ ਸਾਨੂੰ ਬੜਾ ਦੁੱਖ ਲੱਗਿਆ ਇਸ ਗੱਲ ਦੇ ਉੱਤੇ ਤੇ ਇਹ ਅੱਜ ਅਸੀਂ CM ਸਾਹਿਬ ਦੇ ਨੋਟ 'ਚ ਲਿਆਂਦੇ ਗੱਲ ਵੀ ਜੋ ਤੁਸੀਂ ਸਾਡੇ ਵਾਸਤੇ ਕਿਹਾ ਸੀ ਸਾਡੀ ਗੱਲ ਨਹੀਂ ਮੰਨੀ। ਦੂਸਰਾ ਇਸ਼ੂ ਸਾਡਾ ਇਹ ਆ ਕਿਉਂਕਿ ਸਾਡੇ ਮਹਿਕਮੇ ਦੇ ਵਿੱਚ 198 ਲਗਭਗ ਨਾਇਬ ਤਹਿਸੀਲਦਾਰ ਦੀਆਂ ਪੋਸਟਾਂ ਨੇ, ਜਿਹਦੇ ਵਿੱਚ 50% ਕਾਨੂੰਨਾਂ ਤੋਂ ਪ੍ਰਮੋਟ ਕੀਤੇ ਜਾਂਦੇ ਨੇ, 47% ਜਿਹੜੀ ਉਹ ਸਿੱਧੀ ਭਰਤੀ ਕੀਤੀ ਜਾਂਦੀ ਹੈ, 3% ਸੀਨੀਅਰ ਅਸਿਸਟੈਂਟਾਂ ਦੇ ਵਿੱਚੋਂ ਲਏ ਜਾਂਦੇ ਨੇ। ਹੁਣ ਇੱਥੇ ਹੋ ਕੀ ਰਿਹਾ, ਜਿਹੜੇ ਸੀਨੀਅਰ ਅਸਿਸਟੈਂਟ ਆਉਂਦੇ ਨੇ ਤਾਂ ਉਹਨਾਂ ਨੂੰ ਜੇ ਉਹ ਪੇਪਰ ਪਾਸ ਕਰ ਜਾਂਦੇ ਨਾਇਬ ਤਹਿਸੀਲਦਾਰ ਦੇ ਤਾਂ ਉਹਨਾਂ ਨੂੰ 11 ਮਹੀਨੇ ਦੀ ਟ੍ਰੇਨਿੰਗ ਕਰਨੀ ਪੈਂਦੀ ਹੈ। ਪਰ ਇੱਥੇ ਬੜੇ ਦੁੱਖ ਦੀ ਗੱਲ ਹੈ ਵੀ ਉਹਨਾਂ ਦੇ ਕੋਟਾ ਤਾਂ ਬਣਦਾ 6 ਸੀਟਾਂ ਦਾ, ਅੱਜ ਉਹ 32 ਸੀਟਾਂ ਤੇ ਕੰਮ ਕਰ ਰਹੇ ਨੇ। ਤਾਂ 32 ਸੀਟਾਂ ਦੇ ਉੱਤੇ ਜਿਹੜਾ ਹੈਗਾ ਉਹ ਕੰਮ ਕਰ ਰਹੇ ਨੇ ਤੇ ਜਦ ਕਿ ਸੀਟਾਂ 6 ਬਣਦੇ 26 ਸੀਟਾਂ ਉਹ ਵੱਧ ਲਈ ਬੈਠੇ ਨੇ, ਉਹਨਾਂ ਨੇ ਕੋਈ ਟ੍ਰੇਨਿੰਗ ਨਹੀਂ ਕੀਤੀ ਹੋਈ। ਔਰ ਸਾਡੀ ਸਰਕਾਰ ਤੋਂ ਇਹੀ ਮੰਗ ਆ ਵੀ ਅੱਜ ਪੰਜਾਬ ਦੇ ਅੰਦਰ 137 ਕਾਨੂੰਗੋ ਜਿਹੜਾ ਹੈ ਉਹ ਪੇਪਰ ਪਾਸ ਕਰੀ ਬੈਠਾ ਨਾਇਬ ਤਹਿਸੀਲਦਾਰ ਦੇ। ਔਰ ਸਾਡੇ ਜਿਹੜੇ ਪੇਪਰ ਉਹ ਸਾਲ 'ਚ 2 ਵਾਰ ਹੁੰਦੇ ਆ, ਪਰ ਇਹ ਸਾਡੇ ਪੇਪਰ ਨਹੀਂ ਹੋਣ ਦੇ ਰਹੇ। ਇਹ ਸਾਰਾ ਜਿਹੜਾ ਹੈ ਇਹ ਮਤਲਬ ਮਿਲੀ ਭੁਗਤ ਨਾਲੇ ਸਾਰਾ ਕੁਝ ਚੱਲ ਰਿਹਾ। ਤੇ ਉਹ ਜਿਹੜੇ ਹੁਣ ਸਾਡੀ ਮੰਗ ਹੈ ਸਰਕਾਰ ਤੋਂ ਵੀ ਉਹ 26 ਜੋ ਸੀਨੀਅਰ ਅਸਿਸਟੈਂਟ ਜਿਨ੍ਹਾਂ ਨੇ ਕੋਈ ਟ੍ਰੇਨਿੰਗ ਨਹੀਂ ਕੀਤੀ, ਜਿਨ੍ਹਾਂ ਕਰਕੇ ਸਾਡੇ ਰਿਕਾਰਡ ਦਾ ਰੈਵਨਿਊ ਦਾ ਭੱਠਾ ਬੈਠ ਰਿਹਾ, ਤੇ ਉਹਨਾਂ ਨੂੰ ਪਾਸੇ ਕਰਕੇ ਜਿਹੜੇ 137 ਬੰਦੇ ਅੱਜ ਪੇਪਰ ਪਾਸ ਬੈਠੇ ਨੇ ਉਹਨਾਂ ਦੇ ਵਿੱਚੋਂ ਉਹ ਨਾਇਬ ਤਹਿਸੀਲਦਾਰਾਂ ਦਾ ਚਾਰਜ ਦਿੱਤਾ ਜਾਵੇ, ਕਿਉਂਕਿ ਉਹ ਸਿੱਧੇ ਕੋਟੇ ਦੀਆਂ ਪੋਸਟਾਂ ਨੇ, ਸਿੱਧੇ ਕੋਟੇ ਤੋਂ ਕੋਈ ਬੰਦਾ ਪ੍ਰਮੋਟ ਨਹੀਂ ਹੋ ਸਕਦਾ। ਪਰ ਬੜੀ ਹੈਰਾਨੀ ਦੀ ਗੱਲ ਹੈ ਵੀ ਉਹਨਾਂ ਨੂੰ ਪ੍ਰਮੋਟ ਕੀਤਾ ਉਹ ਨਾਇਬ ਤਹਿਸੀਲਦਾਰ ਦੀ ਤਨਖਾਹ ਵੀ ਲੈ ਰਹੇ ਨੇ, ਜਦੋਂ ਕਿ ਸਿੱਧੇ ਕੋਟੇ ਦੀ ਤਨਖਾਹ ਨਹੀਂ ਲੈ ਸਕਦੇ। ਅੱਜ ਸਾਡੇ ਕੋਲੇ ਤਜਰਬੇਕਾਰ ਕਾਨੂੰਗੋ ਹੈਗੇ ਨੇ, ਸਾਡੀ ਸਰਕਾਰ ਤੋਂ ਇਹ ਮੰਗ ਹੈ ਮੁੱਖ ਮੰਤਰੀ ਸਾਹਿਬ ਤੋਂ ਵੀ ਸਾਡੇ ਜਿਹੜੇ ਤਜਰਬੇਕਾਰ ਕਾਨੂੰਗੋ ਨੇ ਜਿੰਨਾ ਚਿਰ ਨਵੀਂ ਭਰਤੀ ਹੋ ਕੇ ਨਹੀਂ ਆਉਂਦੀ, ਕਿਉਂਕਿ ਉਹ ਕੇਸ ਰਜਿਸਟਰਡ ਹੋ ਗਿਆ ਇਸ ਕਰਕੇ ਜਲਦੀ ਜੇ ਭਰਤੀ ਨਹੀਂ ਹੋਣੀ, ਜੇ ਉਹ ਲਾਗੇ ਸਿਲੈਕਟ ਹੋ ਵੀ ਜਾਂਦੇ ਨੇ ਤਾਂ 11 ਮਹੀਨੇ ਉਹਨਾਂ ਨੂੰ ਟ੍ਰੇਨਿੰਗ ਕਰਨੀ ਪਊਗੀ। ਇਸ ਕਰਕੇ ਜਿੰਨਾ ਚਿਰ ਉਹ ਨਹੀਂ ਆਉਂਦੇ ਸਾਡੇ ਕਾਨੂੰਗੋ ਨੂੰ ਜਿਹੜੇ ਚਾਰਜ ਉਹ ਨਾਇਬ ਤਹਿਸੀਲਦਾਰ ਦੇ ਦਿੱਤੇ ਜਾਣੇ ਚਾਹੀਦੇ। ਲੈਟਰ ਮੁੱਖ ਮੰਤਰੀ ਨੂੰ ਕਿਵੇਂ ਭੇਜਿਆ ਤੁਸੀਂ? ਅਸੀਂ ਮੇਲ ਰਾਹੀਂ ਭੇਜਿਆ ਜੀ, ਮੇਲ ਕਰ ਦਿੱਤੀ ਉਹਨਾਂ ਨੂੰ। ਕੋਈ ਜਵਾਬ ਆਇਆ? ਨਹੀਂ, ਅੱਜ ਹੀ ਮੇਲ ਕੀਤੀ ਹੈ ਜੀ, ਅੱਜ ਹੀ ਲੈਟਰ ਤੇ ਭੇਜਿਆ। ਨਹੀਂ ਤੁਹਾਡੀ ਗੱਲ ਮੰਨਦੇ ਕੋਈ ਐਕਸ਼ਨ? ਹਾਂ ਜੀ, ਅਸੀਂ 21 ਤਰੀਕ ਨੂੰ ਮੀਟਿੰਗ ਸੱਦ ਲਈ ਕਾਨਵੋਕੇਸ਼ਨ ਪੰਜਾਬ ਦੀ ਲੁਧਿਆਣਾ ਵਿਖੇ। ਫਿਰ ਸਮੁੱਚੇ ਪੰਜਾਬ ਤੋਂ ਸਾਡੇ ਜਿਹੜੇ ਕਾਨੂੰਗੋ ਉੱਥੇ ਸਾਡੀਆਂ ਡਿਸਟ੍ਰਿਕਟ ਬੋਡੀਆਂ ਆ ਰਹੀਆਂ ਨੇ, ਉੱਥੇ ਫਿਰ ਅਸੀਂ ਕੋਈ ਸੰਘਰਸ਼ ਦਾ ਜਿਹੜਾ ਬਿਗਲ ਵਜਾਵਾਂਗੇ ਜੇ ਸਾਡੀ ਗੱਲ ਨਹੀਂ ਸੁਣੀ ਜਾਂਦੀ। ਇਹ ਕਿੰਨੇ ਤੁਹਾਡੇ ਮੈਂਬਰ ਕਿੰਨੇ ਹੈਗੇ ਨੇ ਕਾਂਗੋ ਐਸੋਸੀਏਸ਼ਨ ਦੇ? ਸਾਡੇ 650 ਪੋਸਟ ਆ ਸਾਰੇ ਪੰਜਾਬ ਦੇ ਅੰਦਰ ਜੀ। ਪੰਜਾਬ ਦੇ ਵਿੱਚ? ਹਾਂਜੀ। ਅੱਛਾ, ਜਿਸ ਹਿਸਾਬ ਨਾਲ ਹੁਣ ਭਗਵੰਤ ਮਾਨ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ, ਤੇ ਤੁਹਾਨੂੰ ਲੱਗਦਾ ਵੀ ਤੁਹਾਡਾ ਪ੍ਰੋਟੈਸਟ ਹੈਗਾ ਉਹ ਕਰਨ ਦੇਣਗੇ ਜਾਂ ਉਹਨੂੰ ਉਹ ਮੰਨਣਗੇ ਕਿਸੇ ਨਾ ਕਿਸੇ ਤਰੀਕੇ? ਸਾਡਾ ਜੇ ਤੁਹਾਡੀ ਮੰਗਾਂ ਨਹੀਂ ਮੰਨੀਆਂ ਅਸੀਂ ਕੋਈ ਗੈਰ ਕਾਨੂੰਨੀ ਪ੍ਰੋਟੈਸਟ ਨਹੀਂ ਕਰਾਂਗੇ। ਸਾਡਾ ਜਿਹੜਾ ਮਾਟੋ ਹੱਕਾਂ ਦੀ ਖਾਤਰ ਅਤੇ ਅਨਿਆਂ ਦੇ ਖਿਲਾਫ ਲੜਨਾ, ਕਿਉਂਕਿ ਸਾਡੇ ਨਾਲ ਅਨਿਆਂ ਹੋ ਰਿਹਾ। ਜੇ ਭਗਵੰਤ ਮਾਨ ਜੀ ਵੀ ਪ੍ਰੋਟੈਸਟ 'ਚੋਂ ਹੀ ਨਿਕਲ ਕੇ ਆਏ ਨੇ, ਪ੍ਰੋਟੈਸਟ ਜੇ ਕਿਸੇ ਬੰਦੇ ਨਾਲ ਅਨਿਆਂ ਹੋ ਰਿਹਾ ਉਹ ਤਾਂ ਕਰਨ ਦਾ ਹੱਕ ਰੱਖਦਾ, ਤਾਂ ਸਾਡਾ ਕਾਨੂੰਨ ਵੀ ਸਾਨੂੰ ਇਸ ਗੱਲ ਦੀ ਆਗਿਆ ਦਿੰਦਾ ਹੈ। ਜੇ ਕਿਸੇ ਬੰਦੇ ਨਾਲ ਧੱਕਾ ਹੋ ਰਿਹਾ ਤਾਂ ਉਹ ਆਪਣੀ ਆਵਾਜ਼ ਤਾਂ ਉਠਾਏਗਾ। ਅਸੀਂ ਕੋਈ ਪਬਲਿਕ ਨੂੰ ਨਾਲ ਜੋੜਾਂਗੇ, ਆਪਣੇ ਪਬਲਿਕ ਦੇ ਅੱਗੇ ਵੀ ਇੱਕ ਗੱਲ ਰੱਖਾਂਗੇ। ਤੁਸੀਂ ਕਹਿੰਦੇ ਪਏ ਹੋ ਵੀ ਜਿਹੜੇ ਮੰਤਰੀ ਸਾਹਿਬ ਹੈ ਉਹ ਮੰਨ ਗਏ ਨੇ, ਅਫਸਰਸ਼ਾਹੀ ਜਿਹੜਾ ਤੁਹਾਨੂੰ ਕੋਈ ਬਾਂਹ ਨਹੀਂ ਫੜਾਉਂਦੀ ਪਈ ਹੈ। ਬਿਲਕੁਲ। ਤੁਸੀਂ ਇਹ ਮੰਨਦੇ ਹੋ ਵੀ ਅਫਸਰਸ਼ਾਹੀ ਹਾਵੀ ਹੈਗੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹੈਗੇ ਨੇ, ਮੰਤਰੀ ਹੈਗੇ ਨੇ? ਦੇਖੋ, ਲੀਡਰਾਂ ਨਾਲ ਨਹੀਂ ਸਾਡਾ ਕੋਈ ਸੰਬੰਧ, ਸਾਡੇ ਆਪਦੇ ਡਿਪਾਰਟਮੈਂਟ ਦੇ ਅਫਸਰ ਸਾਡਾ ਸਾਥ ਦਿੰਦੇ ਨੇ, ਪਰ ਜਿਹੜੇ ਫਾਈਨਾਂਸ ਡਿਪਾਰਟਮੈਂਟ ਦੇ ਅਫਸਰ ਨੇ ਉਹ ਸਾਡੇ ਨਾਲ ਧੋਖਾ ਕਰਦੇ ਨੇ। ਉੱਥੇ ਮੰਨ ਜਾਂਦੇ ਨੇ, ਮੀਟਿੰਗ 'ਚ ਗੱਲ ਮੰਤਰੀ ਸਾਹਮਣੇ ਸਾਰੀ ਗੱਲ ਮੰਨ ਜਾਂਦੇ ਨੇ ਤੇ ਬਾਅਦ 'ਚ ਸਾਡੀ ਫਾਈਲ ਲੁਕੋ ਲੈਂਦੇ ਨੇ ਜਾਂ ਉੱਥੇ ਕੋਈ ਕੁਆਰੀ ਪਾ ਕੇ ਤੋੜ ਦਿੰਦੇ ਨੇ। ਕਿਉਂ ਲੱਗਦਾ ਕਿ ਇਦਾਂ ਹੋ ਰਿਹਾ? ਪਹਿਲਾਂ ਵੀ ਤੁਸੀਂ ਕਿਹਾ ਵੀ 2017 ਚ ਫਾਈਲ ਲੁਕੋ ਲਈ, ਹੁਣ ਫੇਰ ਇਦਾਂ ਹੋ ਰਿਹਾ? ਪਤਾ ਨਹੀਂ, ਹੁਣ ਇਹ ਤਾਂ ਉਹ ਦੱਸ ਸਕਦੇ ਨੇ ਵੀ ਕਿਉਂ ਕਰ ਰਹੇ ਨੇ। ਦੇਖੋ, ਜੇ
ਮਤਲਬ ਸਾਡਾ ਸਰਕਾਰ ਨਾਲ ਲੜਾਉਣਾ ਚਾਹੁੰਦੇ ਨੇ ਜਾਂ ਸਰਕਾਰ ਇਹ ਗੱਲ ਮੰਨਣ ਨੂੰ ਤਿਆਰ ਹੈ? ਸਾਡਾ ਮੰਤਰੀ ਮੰਨ ਰਿਹਾ ਵੀ ਵਾਕਈ ਇਹਨਾਂ ਨਾਲ ਧੱਕਾ ਹੈ, ਧੋਖਾ। ਵੀ ਅਸੀਂ ਕੋਈ ਬਕਾਇਆ ਨਹੀਂ ਮੰਗ ਰਹੇ, ਠੀਕ ਹੈ, ਸਾਨੂੰ ਫਾਈਨੈਂਸ਼ੀਅਲ ਹਾਲ ਪਤਾ ਉਹਨਾਂ ਨੂੰ ਵੀ ਚਾਹੇ ਉਸ ਸੀਟ ਤੇ ਕੋਈ ਹੋਵੇ, ਅੱਜ 500 ਕਰੋੜ ਰੁਪਈਆ ਬਕਾਇਆ ਕੋਈ ਨਹੀਂ ਦੇ ਸਕਦਾ, ਅਸੀਂ ਅੱਜ ਤਾਂ ਠੀਕ ਕਰ ਦਿਓ। ਨਹੀਂ, ਪਰ ਜਦੋਂ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਸੀ ਤੇ ਤੁਸੀਂ ਕਿਹਾ ਵੀ ਉਦੋਂ ਵੀ ਕਲੀਅਰ ਹੋ ਗਈ ਸੀ, ਹਾਂਜੀ, ਤੇ ਫਿਰ ਉਦੋਂ ਕੀ ਉਦੋਂ ਫਿਰ ਕੋਡ ਆਫ ਕੰਡਕਟ ਦੇ ਇਹਨਾਂ ਨੇ ਪਹਿਲਾਂ ਅੱਜ ਕਰਾਉਣੇ, ਅੱਜ ਕਰਦੇ ਆ, ਮਤਲਬ ਇਹ ਇਸ ਉਡੀਕ 'ਚ ਸੀ ਵੀ ਕੋਡ ਆਫ ਕੰਡਕਟ ਕਦੋਂ ਲੱਗਦਾ, ਤੇ ਮੁੜ ਕੇ ਕੋਡ ਆਫ ਕੰਡਕਟ ਲੱਗ ਗਿਆ, ਤੇ ਮੁੜ ਕੇ ਉਹ ਫਾਈਲ ਅਸੀਂ ਇਹਨਾਂ ਦੀ ਗੁੰਮ ਕਰੀ ਵੀ 2020 'ਚ ਲੱਭੀ ਆ ਸਾਨੂੰ ਜਾ ਕੇ। ਤੁਹਾਨੂੰ ਲੱਭੀ ਹੈ ਪਰ ਅਸੀਂ ਨਹੀਂ, ਸਾਰਾ ਡਿਪਾਰਟਮੈਂਟ ਲੱਗੇ ਰਿਹਾ, DLR ਸੀ ਕੈਪਟਨ ਕਰਨੈਲ ਸਿੰਘ, ਉਹ ਨਾਲ ਲੱਗੇ, ਫਿਰ ਜਾ ਕੇ ਸਾਨੂੰ ਇਹ ਫਾਈਲ ਜਿਹੜੀ 2020 'ਚ ਲੱਭੀ ਹੈ। ਜਨਾਬ ਇਸ 'ਚ ਨਾ ਤੁਸੀਂ ਇੱਕ ਗੱਲ ਕੀਤੀ ਹੈ ਵੀ ਸੀਨੀਅਰ ਅਸਿਸਟੈਂਟ ਨੂੰ ਕਾਨੂੰਨ ਲਗਾਇਆ ਜਾ ਰਿਹਾ, ਇਹ ਕੀ ਕਹਾਣੀ? ਨਾਇਬ ਤਹਿਸੀਲਦਾਰ ਜੀ, ਹਾਂ, ਕਿਉਂਕਿ ਉਹਨਾਂ ਦਾ ਜਿਹੜਾ ਪ੍ਰਮੋਸ਼ਨ ਕੋਟਾ ਉਹ 3% ਹੈ, 6 ਪੋਸਟਾਂ ਬਣਦੇ ਨੇ 198 ਦੇ ਅਗੇਂਸਟ, ਤੇ ਪਰ ਅੱਜ ਉਹ ਲੱਗੇ ਹੋਏ 32 ਨੇ, 26 ਬੰਦੇ ਬਿਨਾਂ ਟ੍ਰੇਨਿੰਗ ਤੋਂ ਲਾ ਰੱਖੇ ਨੇ। ਫਾਰ ਐਗਜ਼ਾਮਪਲ ਜਿੰਨੀ ਸੰਗਤ ਆਪਣੇ ਕੋਲ ਇੱਥੇ ਬੈਠੇ ਅੱਜ, ਜੇ ਤੁਹਾਨੂੰ ਸਾਰਿਆਂ ਨੂੰ ਅੱਜ ਰੈਵਨਿਊ ਡਿਪਾਰਟਮੈਂਟ ਦੀ ਕੁਰਸੀ ਤੇ ਬਿਠਾ ਕੇ ਰਜਿਸਟਰੀਆਂ ਕਰਨ ਲਾਇਆ ਜਾਵੇ ਜਾਂ ਕੋਰਟ ਕੇਸ ਕਰਨ ਲਾਇਆ ਜਾਵੇ, ਕੀ ਹੋ ਸਕਦਾ ਹੈ? ਸੰਭਵ ਹੈ? ਪਰ ਇਹ ਕਰ ਰਹੇ ਨੇ 26 ਬੰਦੇ, ਤੇ ਫਿਰ ਰਿਕਾਰਡ ਬਚੂਗਾ ਰੈਵਨਿਊ ਦਾ। ਰੈਵਨਿਊ ਰਿਕਾਰਡ ਵਾਸਤੇ ਭਾਵੇਂ ਕੋਈ IAS ਹੈ, PCS ਹੈ, ਤਹਿਸੀਲਦਾਰ ਹੈ, ਪਟਵਾਰੀ ਹੈ, ਕਾਨੂੰਗੋ ਹੈ, ਸਭ ਦਾ ਸਿਸਟਮ ਬਣਿਆ, ਉਹਨੂੰ ਟ੍ਰੇਨਿੰਗ ਕਰਨੀ ਪੈਂਦੀ ਹੈ, ਸਰਟੀਫਿਕੇਟ ਲੈਣਾ ਪੈਂਦਾ। ਜਿੰਨਾ ਚਿਰ ਸਰਟੀਫਿਕੇਟ ਟ੍ਰੇਨਿੰਗ ਦਾ ਜਾਰੀ ਨਹੀਂ ਹੁੰਦਾ, ਉਹ ਕੰਮ ਨਹੀਂ ਕਰ ਸਕਦਾ। ਉਹ 26 ਬੰਦਿਆਂ ਨੇ ਨਹੀਂ ਲਈ? ਨਹੀਂ ਜੀ, ਉਹਨਾਂ ਨੇ ਕੋਈ ਟ੍ਰੇਨਿੰਗ ਨਹੀਂ ਲਈ ਹੋਈ, ਬਿਨਾਂ ਟ੍ਰੇਨਿੰਗ ਤੋਂ ਉਹ ਕੰਮ ਕਰ ਰਹੇ ਨੇ। ਪਿਛਲੀ ਗਵਰਨਮੈਂਟ ਚ ਹੋਇਆ ਜਾਂ ਕਿਵੇਂ ਅਪਰੂਵਲ ਕਦੋਂ ਮਿਲੀ ਹੈ ਇਹ ਲਗਭਗ 5-6 ਸਾਲ ਤੋਂ ਪ੍ਰੋਸੈਸ ਚੱਲ ਰਿਹਾ ਹੈ ਇਹ। ਲਾਗੂ ਕਦੋਂ ਤੋਂ ਹੋਇਆ? ਕਿਉਂਕਿ ਫਾਈਲ ਨੂੰ ਇਹ ਪ੍ਰੋਸੈਸ ਚ ਆਉਂਦੇ ਟਾਈਮ ਲੱਗ ਜਾਂਦਾ। ਨਹੀਂ, ਤੁਰੰਤ ਜਿਵੇਂ ਉਹ ਪੇਪਰ ਪਾਸ ਕਰਕੇ ਆਏ ਤੇ ਉਹ ਉਹਨਾਂ ਨੂੰ ਚੱਕ ਕੇ ਬਸ ਲਾਤਾ। ਕਾਨੂੰਨ ਫਿਰ ਇਹ ਸਬੰਧ ਦੇ ਵਿੱਚ ਤਹਿਸੀਲਦਾਰ, ਹਾਂਜੀ, ਕਾਨੂੰਨ ਦੀ ਅਗਲੀ ਪ੍ਰਮੋਸ਼ਨ ਹੈ ਨਾਇਬ ਤਹਿਸੀਲਦਾਰ, ਜੀ, ਉਹ ਡਾਇਰੈਕਟ ਲੱਗੇ। ਡਾਇਰੈਕਟ ਨਹੀਂ ਲੱਗੋ, ਅਸਿਸਟੈਂਟ ਤੋਂ ਪ੍ਰਮੋਟ ਹੋ ਕੇ ਲੱਗੇ ਵੀ ਅਸੀਂ ਪੇਪਰ ਪਾਸ ਆ, ਟ੍ਰੇਨਿੰਗ ਕੋਈ ਕੀਤੀ ਨਹੀਂ, ਕਿਉਂਕਿ ਟ੍ਰੇਨਿੰਗ ਤੋਂ ਬਾਅਦ ਹੀ ਸਰਟੀਫਿਕੇਟ ਜਾਰੀ ਹੋਣ ਤੋਂ ਬਾਅਦ ਹੀ ਕੋਈ ਬੰਦਾ ਲੱਗ ਸਕਦਾ। ਉਹ ਕਲੋਜ਼ ਹੋਏਗਾ ਵੀ ਜੇ ਪੇਪਰ ਕਲੀਅਰ ਕਰ ਬਿਲਕੁਲ ਬਣ ਸਕਦੇ ਨੇ? ਨਹੀਂ ਜੀ, ਹੈਗਾ ਕੋਈ? ਉਹ ਸਿਰਫ 3% ਬਣ ਸਕਦੇ ਨੇ, 6 ਸੀਟਾਂ ਨੇ, 32 ਤੇ ਨਹੀਂ ਨਾ ਲੱਗ ਸਕਦੇ। ਓਕੇ, ਰੇਡੀਓ ਵਾਲਾ ਹਾਂ, ਮਤਲਬ ਉਹਨਾਂ ਦੀ ਨੇੜਤਾ ਹੋਣ ਕਰਕੇ ਅਫਸਰਾਂ ਦੇ ਨਾਲ, ਤੇ ਨਹੀਂ ਇਹ ਵੀ ਹੋ ਸਕਦਾ ਕਿ ਕੋਈ ਪੈਸਾ ਚੱਲਿਆ ਹੋਵੇ। ਇਹ ਤਾਂ ਹੁਣ ਤੁਸੀਂ ਪੱਤਰਕਾਰ ਭਾਈਚਾਰਾ ਖੋਜ ਕਰੋ, ਅੱਜ ਕੱਲ੍ਹ ਇਹ ਖਾਸੀ ਖੋਜ ਕਰ ਰਹੇ ਹੋ, ਤੁਸੀਂ ਕਰੋ ਨਾ ਵੀ ਚੱਲਿਆ ਕਿ ਨਹੀਂ ਚੱਲਿਆ, ਮੇਰੇ ਮੂੰਹ ਨਾ ਕਹਾਓ, ਤੁਸੀਂ ਲੱਭੋ ਵੀ ਕਿਉਂ ਹੋਇਆ। ਤੁਸੀਂ ਮੰਗ ਕਰ ਸਕਦੇ ਹੋ ਵੀ ਨਹੀਂ, ਜੇ ਭ੍ਰਸ਼ਟਾਚਾਰ ਜੇ ਇਹਦੇ 'ਚ ਹੋਇਆ ਤਾਂ ਤੁਸੀਂ ਇਹ ਵੀ ਮੰਗ ਕਰ ਸਕਦੇ ਹੋ ਵੀ ਇਹਦੇ ਤੇ ਕਿਤੇ ਨਾ ਕਿਤੇ ਰਿਸ਼ਵਤਖੋਰੀ ਚੱਲਦੀ ਹੈ। ਉਹ ਸਰਕਾਰ ਦਾ ਮਸਲਾ, ਸਾਡਾ ਮਸਲਾ ਇੰਨਾ ਵੀ ਉਹਨਾਂ ਨੂੰ ਹਟਾਓ ਤੇ ਸਾਡਾ ਰਿਕਾਰਡ ਬਚਾਓ, ਤੇ ਸਾਡੇ ਕੋਲ ਤਜਰਬੇਕਾਰ 137 ਬੰਦਾ ਹੈ, ਉਹਨਾਂ ਨੂੰ ਦਿਓ ਚਾਰਜ। ਇਹਦਾ ਕੋਈ ਫਿਰ ਕਾਨੂੰਨੀ ਵੀ ਰਸਤਾ ਅਖਤਿਆਰ ਕਰ ਸਕਦੇ ਹੋ ਤੁਸੀਂ ਵੀ ਤੁਹਾਡੇ ਨਾਲ ਧੱਕਾ ਹੋਇਆ? ਨਹੀਂ, ਕਾਨੂੰਨੀ ਸਾਡੇ ਨਾਲ ਨਹੀਂ ਧੱਕਾ ਹੋਇਆ, ਕਿਉਂਕਿ ਇਹਨਾਂ ਨੇ ਇਹ ਡਾਇਰੈਕਟ ਕੋਟੇ ਦੇ ਅਗੇਂਸਟ, ਇਹ ਤਾਂ ਨਹੀਂ, ਤੁਹਾਡੇ ਬੰਦੇ ਨੂੰ ਹੱਥ ਤਾਂ ਮਾਰਿਆ ਗਿਆ ਨਾ, ਜਿਹੜੇ 32 ਬੰਦੇ ਆ। ਸਾਡੇ ਬੰਦਿਆਂ ਦਾ ਹੱਕ ਨਹੀਂ ਮਾਰਿਆ ਗਿਆ, ਸਾਡੇ ਬੰਦੇ, ਅਸੀਂ ਤਾਂ ਆਉਣ ਦਾ ਮਕਸਦ ਹੈ, ਜਦੋਂ ਇਹ ਨਵੀਂ ਸਰਕਾਰ ਬਣੀ ਸਾਨੂੰ ਮਤਲਬ ਬੜੀਆਂ ਆਸਾਂ ਵੱਜੀਆਂ ਸਾਡੀ ਕਾਨੂੰਗੋ ਐਸੋਸੀਏਸ਼ਨ ਨੂੰ। ਸਾਡੇ 2 ਮੇਨ ਇਸ਼ੂ ਸੀ ਕਾਨੂੰਗੋਆਂ ਦੇ, 3 ਸੀਗੇ। ਇੱਕ ਸਾਡਾ ਇਹਨਾਂ ਨੇ ਪੂਰਾ ਕਰ ਦਿੱਤਾ, ਜੋ ਸੇਵਾਦਾਰ ਨਹੀਂ ਸੀ ਸਾਡੇ ਕੋਲੇ, ਬੜੇ ਅਸੀਂ ਖੱਜਲ ਖੁਆਰ ਹੁੰਦੇ ਸੀ, ਉਸ ਗੱਲ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਸਰਕਾਰ ਦਾ ਕਿ ਸਾਡੇ ਹੁਣ ਕਾਨੂੰਗੋਆਂ ਨੇ ਇਹਨਾਂ ਨੇ 500-600 ਬੰਦਾ ਭਰਤੀ ਕਰਕੇ ਆਊਟਸੋਰਸ ਰਾਹੀਂ ਸੇਵਾਦਾਰ ਜਿਹੜੇ ਉਹ ਦੇਣੇ ਸ਼ੁਰੂ ਕਰ ਦਿੱਤੇ ਆ, ਵੀ ਜਿਹੜੇ ਕਿ ਇਸ ਹਫ਼ਤੇ 'ਚ ਪੂਰੇ ਹੋ ਜਾਣਗੇ। ਬਾਕੀ 5 ਅਪ੍ਰੈਲ 2022 ਨੂੰ ਸਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਹੋਈ। ਅਸੀਂ ਜੋ 2 ਅੱਜ ਇਸ਼ੂ ਇੱਥੇ ਰੱਖਣ ਲੱਗੇ ਹਾਂ, ਅਸੀਂ ਜਿਹੜਾ ਲੈਟਰ ਲਿਖਿਆ ਸੀਐਮ ਸਾਹਿਬ ਨੂੰ, ਸੀਐਮ ਸਾਹਿਬ ਨੇ ਸਾਡੀ ਬੜੀ ਗੌਰ ਦੇ ਨਾਲ ਗੱਲ ਸੁਣੀ, ਉਹਨਾਂ ਨੇ ਸਾਡੇ ਮੰਤਰੀ ਸਾਹਿਬ ਦੀ ਤੇ ਸਾਡੇ FCR ਸਾਹਿਬ ਦੀ ਡਿਊਟੀ ਲਾਈ ਵੀ ਇਹਨਾਂ ਦੇ ਦੋਵੇਂ ਇਸ਼ੂ ਜਿਹੜੇ ਆ ਇਹ ਹੱਲ ਕਰਾਓ। ਤਾਂ ਅਸੀਂ 9 ਸਤੰਬਰ ਨੂੰ, ਕਿਉਂਕਿ ਜਿਹੜਾ ਸਾਡਾ ਇਹ ਸਕੇਲ ਦਾ ਮਸਲਾ ਹੈ, ਮੈਂ ਹੀ ਇਹ ਡੀਲ ਕਰ ਰਿਹਾ, ਮੇਰੇ ਵੱਲੋਂ 2016 ਦੇ ਵਿੱਚ ਪਟਵਾਰ ਯੂਨੀਅਨ ਦੇ ਵਿੱਚ ਹੁੰਦਿਆਂ ਹੋਇਆਂ ਇਹ ਮੰਗ ਜਿਹੜੀ ਉਠਾਈ ਗਈ ਸੀ, ਕਿਉਂਕਿ ਜੋ ਸਾਡਾ ਪੇ ਕਮਿਸ਼ਨ 1993 'ਚ ਉੱਠਿਆ, ਉਹਨੇ ਪਟਵਾਰੀਆਂ ਨੂੰ 950 1800 ਦਾ ਸਕੇਲ ਦਿੱਤਾ ਸੀ। ਤਾਂ ਪੰਜਾਬ ਸਰਕਾਰ ਤੋਂ ਅਸੀਂ ਮੰਗ ਰੱਖੀ ਵੀ ਸਾਰੇ ਪਟਵਾਰੀਆਂ ਨੂੰ 1365 2410 ਦਾ ਸਕੇਲ ਦਿੱਤਾ ਜਾਵੇ, ਪਰ ਵਿੱਤ ਵਿਭਾਗ ਨੇ ਸਾਡੇ ਨਾਲ ਕੀ ਚਲਾਕੀ ਕੀਤੀ ਵੀ ਉਹਨਾਂ ਨੇ 50% ਨੂੰ 950 1800 ਦਾ ਸਕੇਲ ਦੇ ਦਿੱਤਾ ਔਰ 50% ਨੂੰ 1365 2410 ਦਾ ਸਕੇਲ ਦੇ ਦਿੱਤਾ, ਤੇ ਇਹ 1186 ਤੋਂ ਲੈ ਕੇ 31/12/95 ਤੱਕ ਚੱਲਦਾ ਰਿਹਾ। 1/1/1996 ਨੂੰ ਆ ਕੇ ਇਹਨਾਂ ਨੇ ਇਹ ਖਤਮ ਕਰਕੇ ਇੱਕੋ ਸਕੇਲ ਬਣਾਤਾ, ਪਰ ਉਸ ਸਪੀਡ ਦੇ ਜਿਹੜੇ ਪਟਵਾਰੀ ਸੀ ਉਹਨਾਂ ਦਾ ਅੱਜ ਪੈਨਸ਼ਨ ਦੇ ਵਿੱਚ ਔਰ ਤਨਖਾਹਾਂ ਦੇ ਵਿੱਚ ਅੰਤਰ ਪੈ ਗਿਆ। ਭਾਵੇਂ ਸਾਡੇ ਕਈ ਸਾਥੀ
ਪ੍ਰਮੋਟ ਹੋ ਕੇ ਕਾਨੂੰਗੋ ਵੀ ਬਣ ਗਏ, ਨਾਇਬ ਤਹਿਸੀਲਦਾਰ ਵੀ ਬਣ ਗਏ, ਪਰ ਉਹ ਪਟਵਾਰੀ ਨਾਲੋਂ ਘੱਟ ਤਨਖਾਹ ਲੈ ਰਹੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਫਿਕਸੇਸ਼ਨ ਆ 950 1800 ਦੇ ਮੁਤਾਬਕ ਹੀ ਚੱਲੀ ਆ ਰਹੀ ਹੈ। ਸੋ ਇਹ ਭਾਰਤੀ ਸੰਵਿਧਾਨ ਦੇ ਆਰਟੀਕਲ 39D ਦੀ ਉਲੰਘਣਾ ਹੈ ਕਿ ਹਿੰਦੁਸਤਾਨ ਦੇ ਵਿੱਚ ਇੱਕੋ ਜਿਹਾ ਕੰਮ ਕਰਨ ਵਾਲਿਆਂ ਦੀ ਸੈਲਰੀ ਦੇ ਵਿੱਚ ਅੰਤਰ ਨਹੀਂ ਹੋ ਸਕਦਾ। ਤਾਂ ਇਹ ਸਾਰੇ ਮਾਮਲੇ ਨੂੰ ਲੈ ਕੇ ਅਸੀਂ ਆਪਣੇ ਮੰਤਰੀ ਸਾਹਿਬ ਦੇ ਨੋਟਿਸ 'ਚ ਲਿਆਂਦੀ, ਉਹਨਾਂ ਨੇ ਮੰਨਿਆ ਵੀ ਵਾਕਈ ਬਹੁਤ ਵੱਡਾ ਧੱਕਾ ਹੈ ਤੁਹਾਡੇ ਨਾਲ। ਸਾਡੇ ਡਿਪਾਰਟਮੈਂਟ ਨੇ ਸਿਫਾਰਿਸ਼ ਕਰਕੇ ਭੇਜੀ ਤਾਂ ਸਾਡੇ ਮੰਤਰੀ ਸਾਹਿਬ ਜਿੰਪਾ ਸਾਹਿਬ ਜੀ ਨੇ ਫਾਈਨਾਂਸ ਮਿਨਿਸਟਰ ਦੇ ਨਾਲ ਟਾਈਮ ਲੈ ਕੇ ਮੀਟਿੰਗ ਰੱਖੀ ਸਾਂਝੀ, ਪਟਵਾਰ ਯੂਨੀਅਨ, ਕਾਨੂੰਗੋ ਐਸੋਸੀਏਸ਼ਨ, ਸੈਕਟਰੀ ਸਾਡੇ ਵਿੱਤ ਕਮਿਸ਼ਨਰ ਮਾਲ ਜੋ ਅੱਜ ਕੱਲ੍ਹ ਹੈ ਕੈਪਸਨਾ ਜੀ, ਉਹ ਵਿੱਚ ਸ਼ਾਮਲ ਸੀ, ਸੈਕਟਰੀ ਫਾਈਨਾਂਸ ਮੈਡਮ ਗੁਰਪ੍ਰੀਤ ਕੌਰ ਸਪਰਾ, ਔਰ ਮੈਡਮ ਗੁਰਪ੍ਰੀਤ ਕੌਰ ਸਪਰਾ ਨੇ ਉੱਥੇ ਉਸ ਮੀਟਿੰਗ ਦੇ ਵਿੱਚ ਇਹ ਸਿਫਾਰਿਸ਼ ਕੀਤੀ ਬਈ ਬਾਕੀ ਬਹੁਤ ਵੱਡਾ ਧੱਕਾ ਇਹਨਾਂ ਨਾਲ। ਮੰਤਰੀ ਸਾਹਿਬ ਫਾਈਨਾਂਸ ਮਿਨਿਸਟਰ ਨੂੰ ਕਿਹਾ ਵੀ ਇਹਨਾਂ ਦੀ ਤਨਖਾਹ ਸਾਨੂੰ ਇੱਕਸਾਰ ਕਰਨੀ ਚਾਹੀਦੀ ਹੈ ਕਿਉਂਕਿ ਸਰਕਾਰ ਦੇ ਜੋ ਫਾਈਨੈਂਸ਼ੀਅਲੀ ਹਾਲਾਤ ਨੇ ਅਸੀਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਬਕਾਇਆ ਲੈਣ ਤੋਂ ਇਨਕਾਰ ਕਰ ਦਿੱਤਾ। ਭਾਵੇਂ ਕਿ ਹੋਰ ਡਿਪਾਰਟਮੈਂਟਾਂ ਦੇ ਵਿੱਚ ਸਰਕਾਰ ਨੇ ਬਕਾਇਆ ਵੀ ਦਿੱਤਾ ਹੈ। ਉਦਾਹਰਨ ਦੇ ਤੌਰ ਤੇ ਹੋਮਗਾਰਡ ਨੂੰ 400 ਕਰੋੜ ਰੁਪਈਆ ਇਹਨਾਂ ਨੇ ਬਕਾਇਆ ਦਿੱਤਾ, ਔਰ ਜਿਹੜੇ ITI ਦੇ ਇੰਸਟਰਕਟਰ ਨੇ ਉਹਨਾਂ ਦਾ ਵੀ ਇਹੀ ਕੇਸ ਸੀ, ਉਹਨਾਂ ਨੂੰ ਵੀ 2010 ਦੇ ਵਿੱਚ ਸਾਰਿਆਂ ਦੀ ਇੱਕ ਸਾਰ ਤਨਖਾਹ ਕਰਕੇ ਬਕਾਇਆ ਵੀ ਦਿੱਤਾ ਹੈ। ਪਰ ਅਸੀਂ ਫਾਈਨੈਂਸ਼ੀਅਲੀ ਹਾਲਾਤ ਸਰਕਾਰ ਨੂੰ ਦੇਖਦੇ ਹੋਏ ਅਸੀਂ ਬਕਾਇਆ ਛੱਡਣ ਨੂੰ ਤਿਆਰ ਹਾਂ ਜੋ ਕਿ 500-600 ਕਰੋੜ ਰੁਪਈਆ ਬਣਦਾ। ਅਸੀਂ ਕਹਿੰਦੇ ਅੱਜ ਹੀ ਸਾਡੀ ਪੈਨਸ਼ਨ ਤੇ ਜਿਹੜੀ ਤਨਖਾਹ ਹੈ ਉਹ ਇੱਕਸਾਰ ਕੀਤੀ ਜਾਵੇ। ਤਾਂ ਮੰਤਰੀ ਸਾਹਿਬ ਨੇ ਇਹ ਗੱਲ, ਦੋਵਾਂ ਮੰਤਰੀਆਂ ਨੇ, ਵਿੱਤ ਮੰਤਰੀ ਨੇ ਤੇ ਰੈਵਨਿਊ ਮੰਤਰੀ ਨੇ ਇਹ ਗੱਲ ਮੰਨ ਲਈ, ਬਾਕੀ ਠੀਕ ਹੈ। ਤੇ ਮੰਤਰੀ ਸਾਹਿਬ ਨੇ ਕਿਹਾ 9 ਸਤੰਬਰ ਨੂੰ ਵੀ ਮੇਰੇ ਨੋਟ ਪੁੱਟ ਅਪ ਕਰੋ ਤਾਂ ਜੋ ਮੈਂ ਸਾਈਨ ਕਰਕੇ ਗੱਲ ਨੂੰ ਸੈਂਕਸ਼ਨ ਕਰਦਾ। ਪਰ ਜਿਹੜੀ ਅਫਸਰਸ਼ਾਹੀ ਹੈ ਉਹ ਸਾਡੇ ਪੈਰ ਨਹੀਂ ਲੱਗਣ ਦੇ ਰਹੀ 2016 ਤੋਂ। ਪਹਿਲਾਂ ਤਾਂ 2017 ਦੇ ਵਿੱਚ ਇਹੀ ਫਾਈਲ ਪਰਮਿੰਦਰ ਸਿੰਘ ਢੀਂਡਸਾ ਕਲੀਅਰ ਲੱਗਿਆ ਸੀ ਕਰਨ, ਉਸ ਟਾਈਮ ਵਿੱਤ ਵਿਭਾਗ ਦੇ ਅਫਸਰਾਂ ਨੇ ਫਾਈਲ ਗੁੰਮ ਕਰਤੀ, ਔਰ ਇਹ ਫਾਈਲ 2017 ਦੀ ਗੁੰਮ ਹੋਈ। ਮੈਂ ਮੁੜ ਕੈਪਟਨ ਕਰਨੈਲ ਸਿੰਘ ਜੋ IAS ਨੇ, ਉਹ DLR ਸੀ, ਉਹਨਾਂ ਨੇ ਮੇਰੇ ਨਾਲ ਮਦਦ ਕੀਤੀ। ਇਹ ਫਾਈਲ ਅਸੀਂ 2020 'ਚ ਲੱਭੀ। ਹੁਣ ਇਹ 2020 ਦੀ ਚੱਲਦੀ ਫਾਈਲ, ਤੇ ਸਾਨੂੰ ਇਹ ਸਰਕਾਰ ਤੋਂ ਆਸ ਵੱਜੀ ਸੀ ਵੀ ਹੁਣ ਹੋ ਜਾਊਗੀ, ਪਰ ਹੁਣ ਫੇਰ ਉਹੀ ਅਫਸਰਸ਼ਾਹੀ ਨੇ ਸਾਡੇ ਨਾਲ ਧੋਖਾ ਕੀਤਾ। ਅਸੀਂ ਤਾਂ ਮੰਤਰੀ ਸਾਹਿਬ ਵੀ ਸਾਡੇ ਮੰਨ ਕੇ ਬਹਿ ਗਏ ਗੱਲ ਵੀ ਇਹ ਕੰਮ ਹੋ ਗਿਆ, ਅਸੀਂ ਵੀ ਮੰਨ ਕੇ ਬਹਿ ਗਏ ਹੋ ਗਿਆ। ਪਰ 8 ਦਸੰਬਰ ਨੂੰ ਸਾਡੀ ਮੀਟਿੰਗ ਜਦੋਂ ਸ੍ਰੀ ਕੈਪ ਸਿਨਹਾ ਜੋ IAS ਸਾਡੇ FCR ਨੇ ਉਹਨਾਂ ਦੇ ਨਾਲ ਹੁੰਦੀ ਹੈ, ਉਹਨਾਂ ਨੇ ਸਾਨੂੰ ਦੱਸਿਆ ਵੀ ਨਹੀਂ ਯਾਰ ਆਪਣੀ ਫਾਈਲ ਕਲੀਅਰ ਨਹੀਂ ਹੋਈ, ਉਹ ਤਾਂ ਕੋਈ ਮਾੜੀ ਮੋਟੀ ਕੁਆਰੀ ਪਾ ਕੇ ਵਾਪਸ DLR ਨੂੰ ਭੇਜਤੀ। ਤਾਂ ਸਾਨੂੰ ਬੜਾ ਦੁੱਖ ਲੱਗਿਆ ਇਸ ਗੱਲ ਦੇ ਉੱਤੇ, ਤੇ ਇਹ ਅੱਜ ਅਸੀਂ CM ਸਾਹਿਬ ਦੇ ਨੋਟਿਸ 'ਚ ਲਿਆਂਦੇ ਗੱਲ ਵੀ ਜੋ ਤੁਸੀਂ ਸਾਡੇ ਵਾਸਤੇ ਕਿਹਾ ਸੀ ਸਾਡੀ ਗੱਲ ਨਹੀਂ ਮੰਨੇਗੀ। ਦੂਸਰਾ ਇਸ਼ੂ ਸਾਡਾ ਇਹ ਆ ਕਿਉਂਕਿ ਸਾਡੇ ਮਹਿਕਮੇ ਦੇ ਵਿੱਚ 198 ਲਗਭਗ ਨਾਇਬ ਤਹਿਸੀਲਦਾਰ ਦੀਆਂ ਪੋਸਟਾਂ ਨੇ, ਜਿਹਦੇ ਵਿੱਚ 50% ਕਾਨੂੰਨਾਂ ਤੋਂ ਪ੍ਰਮੋਟ ਕੀਤੇ ਜਾਂਦੇ ਨੇ, 47% ਜਿਹੜੀ ਉਹ ਸਿੱਧੀ ਭਰਤੀ ਕੀਤੀ ਜਾਂਦੀ ਹੈ, 3% ਸੀਨੀਅਰ ਅਸਿਸਟੈਂਟਾਂ ਦੇ ਵਿੱਚੋਂ ਲਏ ਜਾਂਦੇ ਨੇ। ਹੁਣ ਇੱਥੇ ਹੋ ਕੀ ਰਿਹਾ, ਜਿਹੜੇ ਸੀਨੀਅਰ ਅਸਿਸਟੈਂਟ ਆਉਂਦੇ ਨੇ ਤਾਂ ਉਹਨਾਂ ਨੂੰ ਜੇ ਉਹ ਪੇਪਰ ਪਾਸ ਕਰ ਜਾਂਦੇ ਨਾਇਬ ਤਹਿਸੀਲਦਾਰ ਦੇ ਤਾਂ ਉਹਨਾਂ ਨੂੰ 11 ਮਹੀਨੇ ਦੀ ਟ੍ਰੇਨਿੰਗ ਕਰਨੀ ਪੈਂਦੀ ਹੈ। ਪਰ ਇੱਥੇ ਬੜੇ ਦੁੱਖ ਦੀ ਗੱਲ ਹੈ ਵੀ ਉਹਨਾਂ ਦੇ ਕੋਟਾ ਤਾਂ ਬਣਦਾ 6 ਸੀਟਾਂ ਦਾ, ਅੱਜ ਉਹ 32 ਸੀਟਾਂ 'ਤੇ ਕੰਮ ਕਰ ਰਹੇ ਨੇ। ਤਾਂ 32 ਸੀਟਾਂ ਦੇ ਉੱਤੇ ਜਿਹੜਾ ਹੈਗਾ ਉਹ ਕੰਮ ਕਰ ਰਹੇ ਨੇ, ਤੇ ਜਦ ਕਿ ਸੀਟਾਂ 6 ਬਣਦੇ 26 ਸੀਟਾਂ ਉਹ ਵੱਧ ਲਈ ਬੈਠੇ ਨੇ, ਉਹਨਾਂ ਨੇ ਕੋਈ ਟ੍ਰੇਨਿੰਗ ਨਹੀਂ ਕੀਤੀ ਹੋਈ। ਔਰ ਸਾਡੀ ਸਰਕਾਰ ਤੋਂ ਇਹੀ ਮੰਗ ਆ ਵੀ ਅੱਜ ਪੰਜਾਬ ਦੇ ਅੰਦਰ 137 ਕਾਨੂੰਗੋ ਜਿਹੜਾ ਹੈ ਉਹ ਪੇਪਰ ਪਾਸ ਕਰੀ ਬੈਠਾ ਨਾਇਬ ਤਹਿਸੀਲਦਾਰ ਦੇ, ਔਰ ਸਾਡੇ ਜਿਹੜੇ ਪੇਪਰ ਉਹ ਸਾਲ 'ਚ 2 ਵਾਰ ਹੁੰਦੇ ਆ, ਪਰ ਇਹ ਸਾਡੇ ਪੇਪਰ ਨਹੀਂ ਹੋਣ ਦੇ ਰਹੇ। ਇਹ ਸਾਰਾ ਜਿਹੜਾ ਹੈ ਇਹ ਮਤਲਬ ਮਿਲੀ ਭੁਗਤਣ ਵਾਲੇ ਸਾਰਾ ਕੁਝ ਚੱਲ ਰਿਹਾ। ਤੇ ਉਹ ਜਿਹੜੇ ਹੁਣ ਸਾਡੀ ਮੰਗ ਹੈ ਸਰਕਾਰ ਤੋਂ ਵੀ ਉਹ 26 ਜੋ ਸੀਨੀਅਰ ਅਸਿਸਟੈਂਟ ਜਿਨ੍ਹਾਂ ਨੇ ਕੋਈ ਟ੍ਰੇਨਿੰਗ ਨਹੀਂ ਕੀਤੀ, ਜਿਨ੍ਹਾਂ ਕਰਕੇ ਸਾਡੇ ਰਿਕਾਰਡ ਦਾ ਰੈਵਨਿਊ ਦਾ ਭੱਠਾ ਬੈਠ ਰਿਹਾ, ਤੇ ਉਹਨਾਂ ਨੂੰ ਪਾਸੇ ਕਰਕੇ ਜਿਹੜੇ 137 ਬੰਦੇ ਅੱਜ ਪੇਪਰ ਪਾਸ ਬੈਠੇ ਨੇ ਉਹਨਾਂ ਦੇ ਵਿੱਚੋਂ ਉਹ ਨਾਇਬ ਤਹਿਸੀਲਦਾਰਾਂ ਦਾ ਚਾਰਜ ਦਿੱਤਾ ਜਾਵੇ, ਕਿਉਂਕਿ ਉਹ ਸਿੱਧੇ ਕੋਟੇ ਦੀਆਂ ਪੋਸਟਾਂ ਨੇ, ਸਿੱਧੇ ਕੋਟੇ ਤੇ ਕੋਈ ਬੰਦਾ ਪ੍ਰਮੋਟ ਨਹੀਂ ਹੋ ਸਕਦਾ। ਪਰ ਬੜੀ ਹੈਰਾਨੀ ਦੀ ਗੱਲ ਹੈ ਵੀ ਉਹਨਾਂ ਨੂੰ ਪ੍ਰਮੋਟ ਕੀਤਾ ਉਹ ਨਾਇਬ ਤਹਿਸੀਲਦਾਰ ਦੀ ਤਨਖਾਹ ਵੀ ਲੈ ਰਹੇ ਨੇ, ਜਦੋਂ ਕਿ ਸਿੱਧੇ ਕੋਟੇ ਦੀ ਤਨਖਾਹ ਨਹੀਂ ਲੈ ਸਕਦੇ। ਅੱਜ ਸਾਡੇ ਕੋਲੇ ਤਜਰਬੇਕਾਰ ਕਾਨੂੰਗੋ ਹੈਗੇ ਨੇ, ਸਾਡੀ ਸਰਕਾਰ ਤੋਂ ਇਹ ਮੰਗ ਹੈ ਮੁੱਖ ਮੰਤਰੀ ਸਾਹਿਬ ਤੋਂ ਵੀ ਸਾਡੇ ਜਿਹੜੇ ਤਜਰਬੇਕਾਰ ਕਾਨੂੰਗੋ ਨੇ, ਜਿੰਨਾ ਚਿਰ ਨਵੀਂ ਭਰਤੀ ਹੋ ਕੇ ਨਹੀਂ ਆਉਂਦੀ, ਕਿਉਂਕਿ ਉਹ ਕੇਸ ਰਜਿਸਟਰਡ ਹੋ ਗਿਆ ਇਸ ਕਰਕੇ ਜਲਦੀ ਜੇ ਭਰਤੀ ਨਹੀਂ ਹੋਣੀ, ਜੇ ਉਹ ਲਾਗੇ ਸਿਲੈਕਟ ਹੋ ਵੀ ਜਾਂਦੇ ਨੇ ਤਾਂ 11 ਮਹੀਨੇ ਉਹਨਾਂ ਨੂੰ ਟ੍ਰੇਨਿੰਗ ਕਰਨੀ ਪਊਗੀ। ਇਸ ਕਰਕੇ ਜਿੰਨਾ ਚਿਰ ਉਹ ਨਹੀਂ ਆਉਂਦੇ ਸਾਡੇ ਕਾਨੂੰਗੋ ਨੂੰ ਜਿਹੜੇ ਚਾਰਜ ਉਹ ਨਾਇਬ ਤਹਿਸੀਲਦਾਰ ਦੇ ਦਿੱਤੇ ਜਾਣੇ ਚਾਹੀਦੇ। ਲੈਟਰ ਮੁੱਖ ਮੰਤਰੀ ਨੂੰ ਕਿਵੇਂ ਭੇਜਿਆ ਤੁਸੀਂ? ਅਸੀਂ ਮੇਲ ਰਾਹੀਂ ਭੇਜਿਆ ਜੀ, ਮੇਲ ਕਰ ਦਿੱਤੀ ਉਹਨਾਂ ਨੂੰ। ਕੋਈ ਜਵਾਬ ਆਇਆ? ਨਹੀਂ, ਅੱਜ ਹੀ ਮੇਲ ਕੀਤੀ ਹੈ ਜੀ, ਅੱਜ ਹੀ ਲੈਟਰ ਤੇ ਭੇਜਿਆ। ਨਹੀਂ ਤੁਹਾਡੀ ਗੱਲ ਮੰਨਦੇ ਕੋਈ ਐਕਸ਼ਨ? ਹਾਂ ਜੀ, ਅਸੀਂ 21 ਤਰੀਕ ਨੂੰ ਮੀਟਿੰਗ ਸੱਦ ਲਈ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਲੁਧਿਆਣਾ ਵਿਖੇ,
ਫਿਰ ਸਮੁੱਚੇ ਪੰਜਾਬ ਤੋਂ ਸਾਡੇ ਜਿਹੜੇ ਕਾਨੂੰਗੋ ਉੱਥੇ ਸਾਡੀਆਂ ਡਿਸਟ੍ਰਿਕਟ ਬੋਡੀਆਂ ਆ ਰਹੀਆਂ ਨੇ, ਉੱਥੇ ਫਿਰ ਅਸੀਂ ਕੋਈ ਸੰਘਰਸ਼ ਦਾ ਜਿਹੜਾ ਬਿਗਲ ਵਜਾਵਾਂਗੇ ਜੇ ਸਾਡੀ ਗੱਲ ਨਹੀਂ ਸੁਣੀ ਜਾਂਦੀ। ਇਹ ਕਿੰਨੇ ਤੁਹਾਡੇ ਮੈਂਬਰ ਕਿੰਨੇ ਹੈਗੇ ਨੇ ਕਾਂਗੋ ਐਸੋਸੀਏਸ਼ਨ ਦੇ? ਸਾਡੇ 650 ਪੋਸਟ ਆ ਸਾਰੇ ਪੰਜਾਬ ਦੇ ਅੰਦਰ ਜੀ। ਪੰਜਾਬ ਦੇ ਵਿੱਚ? ਹਾਂਜੀ। ਅੱਛਾ, ਜਿਸ ਹਿਸਾਬ ਨਾਲ ਹੁਣ ਭਗਵੰਤ ਮਾਨ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ, ਤੇ ਤੁਹਾਨੂੰ ਲੱਗਦਾ ਵੀ ਤੁਹਾਡਾ ਪ੍ਰੋਟੈਸਟ ਹੈਗਾ ਉਹ ਕਰਨ ਦੇਣਗੇ ਜਾਂ ਉਹਨੂੰ ਉਹ ਮੰਨਣਗੇ ਕਿਸੇ ਨਾ ਕਿਸੇ ਤਰੀਕੇ? ਸਾਡਾ ਜੇ ਤੁਹਾਡੀ ਮੰਗਾਂ ਨਹੀਂ ਮੰਨੀਆਂ ਅਸੀਂ ਕੋਈ ਗੈਰ ਕਾਨੂੰਨੀ ਪ੍ਰੋਟੈਸਟ ਨਹੀਂ ਕਰਾਂਗੇ। ਸਾਡਾ ਜਿਹੜਾ ਮਾਟੋ ਹੈ ਹੱਕਾਂ ਦੀ ਖਾਤਰ ਅਤੇ ਅਨਿਆਂ ਦੇ ਖਿਲਾਫ ਲੜਨਾ, ਕਿਉਂਕਿ ਸਾਡੇ ਨਾਲ ਅਨਿਆਂ ਹੋ ਰਿਹਾ ਹੈ। ਜੇ ਭਗਵੰਤ ਮਾਨ ਜੀ ਵੀ ਪ੍ਰੋਟੈਸਟ 'ਚੋਂ ਹੀ ਨਿਕਲ ਕੇ ਆਏ ਨੇ, ਪ੍ਰੋਟੈਸਟ ਜੇ ਕਿਸੇ ਬੰਦੇ ਨਾਲ ਅਨਿਆਂ ਹੋ ਰਿਹਾ ਉਹ ਤਾਂ ਕਰਨ ਦਾ ਹੱਕ ਰੱਖਦਾ, ਤਾਂ ਸਾਡਾ ਕਾਨੂੰਨ ਵੀ ਸਾਨੂੰ ਇਸ ਗੱਲ ਦੀ ਆਗਿਆ ਦਿੰਦਾ ਹੈ। ਜੇ ਕਿਸੇ ਬੰਦੇ ਨਾਲ ਧੱਕਾ ਹੋ ਰਿਹਾ ਤਾਂ ਉਹ ਆਪਣੀ ਆਵਾਜ਼ ਤਾਂ ਉਠਾਏਗਾ। ਅਸੀਂ ਕੋਈ ਪਬਲਿਕ ਨੂੰ ਨਾਲ ਜੋੜਾਂਗੇ, ਆਪਣੇ ਪਬਲਿਕ ਦੇ ਅੱਗੇ ਵੀ ਇੱਕ ਗੱਲ ਰੱਖਾਂਗੇ। ਤੁਸੀਂ ਕਹਿੰਦੇ ਪਏ ਹੋ ਵੀ ਜਿਹੜੇ ਮੰਤਰੀ ਸਾਹਿਬ ਹੈ ਉਹ ਮੰਨ ਗਏ ਨੇ, ਅਫਸਰਸ਼ਾਹੀ ਜਿਹੜਾ ਤੁਹਾਨੂੰ ਕੋਈ ਬਾਹ ਨਹੀਂ ਫੜਾਉਂਦੀ ਪਈ ਹੈ। ਬਿਲਕੁਲ। ਤੁਸੀਂ ਇਹ ਮੰਨਦੇ ਹੋ ਵੀ ਅਫਸਰਸ਼ਾਹੀ ਹਾਵੀ ਹੈਗੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹੈਗੇ ਨੇ, ਮੰਤਰੀ ਹੈਗੇ ਨੇ? ਦੇਖੋ, ਲੀਡਰਾਂ ਨਾਲ ਨਹੀਂ ਸਾਡਾ ਕੋਈ ਸੰਬੰਧ। ਸਾਡੇ ਆਪ ਦੇ ਡਿਪਾਰਟਮੈਂਟ ਦੇ ਅਫਸਰ ਸਾਡਾ ਸਾਥ ਦਿੰਦੇ ਨੇ, ਪਰ ਜਿਹੜੇ ਫਾਈਨਾਂਸ ਡਿਪਾਰਟਮੈਂਟ ਦੇ ਅਫਸਰ ਨੇ ਉਹ ਸਾਡੇ ਨਾਲ ਧੋਖਾ ਕਰਦੇ ਨੇ। ਉੱਥੇ ਮੰਨ ਜਾਂਦੇ ਨੇ, ਮੀਟਿੰਗ 'ਚ ਗੱਲ ਮੰਤਰੀ ਸਾਹਮਣੇ ਸਾਰੀ ਗੱਲ ਮੰਨ ਜਾਂਦੇ ਨੇ, ਤੇ ਬਾਅਦ 'ਚ ਸਾਡੀ ਫਾਈਲ ਲੁਕੋ ਲੈਂਦੇ ਨੇ ਜਾਂ ਉੱਥੇ ਕੋਈ ਕੁਆਰੀ ਪਾ ਕੇ ਤੋੜ ਦਿੰਦੇ ਨੇ। ਕਿਉਂ ਲੱਗਦਾ ਕਿ ਇਦਾਂ ਹੋ ਰਿਹਾ? ਪਹਿਲਾਂ ਵੀ ਤੁਸੀਂ ਕਿਹਾ ਵੀ 2017 ਚ ਫਾਈਲ ਲੁਕੋ ਲਈ, ਹੁਣ ਫੇਰ ਇਦਾਂ ਹੋ ਰਿਹਾ? ਪਤਾ ਨਹੀਂ, ਹੁਣ ਇਹ ਤਾਂ ਉਹ ਦੱਸ ਸਕਦੇ ਨੇ ਵੀ ਕਿਉਂ ਕਰ ਰਹੇ ਨੇ। ਦੇਖੋ, ਜੇ ਮਤਲਬ ਸਾਡਾ ਸਰਕਾਰ ਨਾਲ ਲੜਾਉਣਾ ਚਾਹੁੰਦੇ ਨੇ, ਜਾਂ ਸਰਕਾਰ ਇਹ ਗੱਲ ਮੰਨਣ ਨੂੰ ਤਿਆਰ ਹੈ, ਸਾਡਾ ਮੰਤਰੀ ਮੰਨ ਰਿਹਾ ਵੀ ਵਾਕਈ ਇਹਨਾਂ ਨਾਲ ਧੱਕਾ ਹੈ, ਧੋਖਾ ਵੀ, ਅਸੀਂ ਕੋਈ ਬਕਾਇਆ ਨਹੀਂ ਮੰਗ ਰਹੇ। ਠੀਕ ਹੈ, ਸਾਨੂੰ ਫਾਈਨੈਂਸ਼ੀਅਲ ਹਾਲ ਪਤਾ ਉਹਨਾਂ ਨੂੰ ਵੀ, ਚਾਹੇ ਉਹ ਸੀਟ ਤੇ ਕੋਈ ਹੋਵੇ, ਅੱਜ 500 ਕਰੋੜ ਰੁਪਈਆ ਬਕਾਇਆ ਕੋਈ ਨਹੀਂ ਦੇ ਸਕਦਾ। ਅਸੀਂ ਅੱਜ ਤਾਂ ਠੀਕ ਕਰ ਦਿਓ। ਨਹੀਂ, ਪਰ ਜਦੋਂ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਸੀ ਤੇ ਤੁਸੀਂ ਕਿਹਾ ਵੀ ਉਦੋਂ ਵੀ ਕਲੀਅਰ ਹੋ ਗਈ ਸੀ। ਹਾਂਜੀ। ਤੇ ਫਿਰ ਉਦੋਂ ਕੀ ਉਦੋਂ ਫਿਰ ਕੋਡ ਆਫ ਕੰਡਕਟ ਦੇ ਇਹਨਾਂ ਨੇ ਪਹਿਲੇ ਅੱਜ ਕਰਾਉਣੇ, ਅੱਜ ਕਰਦੇ ਆ, ਮਤਲਬ ਇਹ ਇਸ ਉਡੀਕ 'ਚ ਸੀ ਵੀ ਕੋਡ ਆਫ ਕੰਡਕਟ ਕਦੋਂ ਲੱਗਦਾ, ਤੇ ਮੁੜ ਕੇ ਕੋਡ ਆਫ ਕੰਡਕਟ ਲੱਗ ਗਿਆ, ਤੇ ਮੁੜ ਕੇ ਉਹ ਫਾਈਲ ਅਸੀਂ ਇਹਨਾਂ ਦੀ ਗੁੰਮ ਕਰੀ ਹੋਈ 2020 'ਚ ਲੱਭੀ ਆ ਸਾਨੂੰ ਜਾ ਕੇ। ਤੁਹਾਨੂੰ ਲੱਭੀ ਹੈ? ਅਸੀਂ ਨਹੀਂ, ਸਾਰਾ ਡਿਪਾਰਟਮੈਂਟ ਲੱਗੇ ਰਿਹਾ, DLR ਸੀ ਕੈਪਟਨ ਕਰਨੈਲ ਸਿੰਘ, ਉਹ ਨਾਲ ਲੱਗੇ, ਫਿਰ ਜਾ ਕੇ ਸਾਨੂੰ ਇਹ ਫਾਈਲ ਜਿਹੜੀ 2020 'ਚ ਲੱਭੀ ਹੈ। ਜਨਾਬ, ਇਸ 'ਚ ਨਾ ਤੁਸੀਂ ਇੱਕ ਗੱਲ ਕੀਤੀ ਹੈ ਵੀ ਸੀਨੀਅਰ ਅਸਿਸਟੈਂਟ ਨੂੰ ਕਾਨੂੰਗੋ ਲਗਾਇਆ ਜਾ ਰਿਹਾ, ਇਹ ਕੀ ਕਹਾਣੀ? ਨਾਇਬ ਤਹਿਸੀਲਦਾਰ ਜੀ, ਹਾਂ, ਕਿਉਂਕਿ ਉਹਨਾਂ ਦਾ ਜਿਹੜਾ ਪ੍ਰਮੋਸ਼ਨ ਕੋਟਾ ਉਹ 3% ਹੈ। 6 ਪੋਸਟਾਂ ਬਣਦੇ ਨੇ 198 ਦੇ ਅਗੇਂਸਟ, ਤੇ ਪਰ ਅੱਜ ਉਹ ਲੱਗੇ ਹੋਏ 32 ਨੇ। 26 ਬੰਦੇ ਬਿਨਾਂ ਟ੍ਰੇਨਿੰਗ ਤੋਂ ਲਾ ਰੱਖੇ ਨੇ। ਫਾਰ ਐਗਜ਼ਾਮਪਲ, ਜਿੰਨੀ ਸੰਗਤ ਆਪਣੇ ਕੋਲ ਇੱਥੇ ਬੈਠੇ ਅੱਜ, ਜੇ ਤੁਹਾਨੂੰ ਸਾਰਿਆਂ ਨੂੰ ਅੱਜ ਰੈਵਨਿਊ ਡਿਪਾਰਟਮੈਂਟ ਦੀ ਕੁਰਸੀ ਤੇ ਬਿਠਾ ਕੇ ਰਜਿਸਟਰੀਆਂ ਕਰਨ ਲਾਇਆ ਜਾਵੇ ਜਾਂ ਕੋਰਟ ਕੇਸ ਕਰਨ ਲਾਇਆ ਜਾਵੇ, ਕੀ ਹੋ ਸਕਦਾ ਹੈ? ਸੰਭਵ ਹੈ? ਪਰ ਇਹ ਕਰ ਰਹੇ ਨੇ 26 ਬੰਦੇ, ਤੇ ਫਿਰ ਰਿਕਾਰਡ ਬਚੂਗਾ ਰੈਵਨਿਊ ਦਾ। ਰੈਵਨਿਊ ਰਿਕਾਰਡ ਵਾਸਤੇ ਭਾਵੇਂ ਕੋਈ IAS ਹੈ, PCS ਹੈ, ਤਹਿਸੀਲਦਾਰ ਹੈ, ਪਟਵਾਰੀ ਹੈ, ਕਾਨੂੰਗੋ ਹੈ, ਸਭ ਦਾ ਸਿਸਟਮ ਬਣਿਆ। ਉਹਨੂੰ ਟ੍ਰੇਨਿੰਗ ਕਰਨੀ ਪੈਂਦੀ ਹੈ, ਸਰਟੀਫਿਕੇਟ ਲੈਣਾ ਪੈਂਦਾ। ਜਿੰਨਾ ਚਿਰ ਸਰਟੀਫਿਕੇਟ ਟ੍ਰੇਨਿੰਗ ਦਾ ਜਾਰੀ ਨਹੀਂ ਹੁੰਦਾ, ਉਹ ਕੰਮ ਨਹੀਂ ਕਰ ਸਕਦਾ। 26 ਬੰਦਿਆਂ ਨੇ ਨਹੀਂ ਨਹੀਂ ਜੀ, ਉਹਨਾਂ ਨੇ ਕੋਈ ਟ੍ਰੇਨਿੰਗ ਨਹੀਂ ਲਈ ਹੋਈ, ਬਿਨਾਂ ਟ੍ਰੇਨਿੰਗ ਤੋਂ ਉਹ ਕੰਮ ਕਰ ਰਹੇ ਨੇ। ਪਿਛਲੀ ਗਵਰਨਮੈਂਟ ਚ ਹੋਇਆ ਜਾਂ ਕਿਵੇਂ? ਅਪਰੂਵਲ ਕਦੋਂ ਮਿਲੀ ਹੈ ਇਹ ਲਗਭਗ 5-6 ਸਾਲ ਤੋਂ ਪ੍ਰੋਸੈਸ ਚੱਲ ਰਿਹਾ ਹੈ। ਇਹ ਲਾਗੂ ਕਦੋਂ ਤੋਂ ਹੋਇਆ? ਕਿਉਂਕਿ ਫਾਈਲ ਨੂੰ ਇਹ ਪ੍ਰੋਸੈਸ ਚ ਆਉਂਦੇ ਟਾਈਮ ਲੱਗ ਜਾਂਦਾ। ਨਹੀਂ, ਤੁਰੰਤ ਜਿਵੇਂ ਉਹ ਪੇਪਰ ਪਾਸ ਕਰਕੇ ਆਏ ਤੇ ਉਹ ਉਹਨਾਂ ਨੂੰ ਚੱਕ ਕੇ ਬਸ ਲਾਤਾ। ਕਾਨੂੰਗੋ ਦੀ ਫਿਰ ਇਹ ਸਬੰਧ ਦੇ ਵਿੱਚ ਨਾਇਬ ਤਹਿਸੀਲਦਾਰ, ਹਾਂਜੀ, ਕਾਨੂੰਗੋ ਦੀ ਅਗਲੀ ਪ੍ਰਮੋਸ਼ਨ ਹੈ ਨਾਇਬ ਤਹਿਸੀਲਦਾਰ। ਜੀ ਉਹ ਡਾਇਰੈਕਟ ਲੱਗੇ, ਡਾਇਰੈਕਟ ਨਹੀਂ ਲੱਗੋ, ਅਸਿਸਟੈਂਟ ਤੋਂ ਪ੍ਰਮੋਟ ਹੋ ਕੇ ਲੱਗੇ ਵੀ ਅਸੀਂ ਪੇਪਰ ਪਾਸ ਆ, ਟ੍ਰੇਨਿੰਗ ਕੋਈ ਕੀਤੀ ਨਹੀਂ, ਕਿਉਂਕਿ ਟ੍ਰੇਨਿੰਗ ਤੋਂ ਬਾਅਦ ਹੀ ਸਰਟੀਫਿਕੇਟ ਜਾਰੀ ਹੋਣ ਤੋਂ ਬਾਅਦ ਹੀ ਕੋਈ ਬੰਦਾ ਲੱਗ ਸਕਦਾ। ਉਹ ਕਲੋਜ਼ ਹੋਏਗਾ ਵੀ ਜੇ ਪੇਪਰ ਕਲੀਅਰ ਕਰ ਬਿਲਕੁਲ ਬਣ ਸਕਦੇ ਨੇ? ਨਹੀਂ ਜੀ, ਉਹ ਸਿਰਫ 3% ਬਣ ਸਕਦੇ ਨੇ। 6 ਸੀਟਾਂ ਨੇ, 32 ਤੇ ਨਹੀਂ ਨਾ ਲੱਗ ਸਕਦੇ। ਹਾਂ, ਮਤਲਬ ਉਹਨਾਂ ਦੀ ਨੇੜਤਾ ਹੋਣ ਕਰਕੇ ਅਫਸਰਾਂ ਦੇ ਨਾਲ। ਤੇ ਨਹੀਂ, ਇਹ ਵੀ ਹੋ ਸਕਦਾ ਕਿ ਕੋਈ ਪੈਸਾ ਚੱਲਿਆ ਹੋਵੇ। ਇਹ ਤਾਂ ਹੁਣ ਤੁਸੀਂ ਪੱਤਰਕਾਰ ਭਾਈਚਾਰਾ ਖੋਜ ਕਰੋ, ਅੱਜ ਕੱਲ੍ਹ ਖਾਸੀ ਖੋਜ ਕਰ ਰਹੇ ਹੋ ਤੁਸੀਂ ਕਰੋ ਨਾ ਵੀ ਚੱਲਿਆ ਕਿ ਨਹੀਂ ਚੱਲਿਆ। ਮੇਰੇ ਮੂੰਹ ਨਾ ਕਹਾਓ, ਤੁਸੀਂ ਲੱਭੋ ਵੀ ਕਿਉਂ ਹੋਇਆ। ਤੁਸੀਂ ਮੰਗ ਕਰ ਸਕਦੇ ਹੋ ਵੀ ਜੇ ਭ੍ਰਸ਼ਟਾਚਾਰ ਜੇ ਇਹਦੇ 'ਚ ਹੋਇਆ ਤਾਂ ਤੁਸੀਂ ਇਹ ਵੀ ਮੰਗ ਕਰ ਸਕਦੇ ਹੋ ਵੀ ਇਹਦੇ ਤੇ ਕਿਤੇ ਨਾ ਕਿਤੇ ਰਿਸ਼ਵਤ ਪੂਰੀ ਚੱਲਦੀ ਹੈ। ਉਹ ਸਰਕਾਰ ਦਾ ਮਸਲਾ, ਸਾਡਾ ਮਸਲਾ ਇੰਨਾ ਵੀ ਉਹਨਾਂ ਨੂੰ ਹਟਾਓ ਤੇ ਸਾਡਾ ਰਿਕਾਰਡ ਬਚਾਓ। ਤੇ ਸਾਡੇ ਕੋਲ ਤਜਰਬੇਕਾਰ 137 ਬੰਦਾ ਹੈ, ਉਹਨਾਂ ਨੂੰ ਦਿਓ ਚਾਰਜ। ਇਹਦਾ ਕੋਈ ਫਿਰ ਕਾਨੂੰਨੀ ਵੀ ਰਸਤਾ ਤਿਆਰ ਕਰ ਸਕਦੇ ਹੋ ਤੁਸੀਂ ਵੀ ਤੁਹਾਡੇ ਨਾਲ ਧੱਕਾ ਹੋਇਆ? ਨਹੀਂ, ਕਾਨੂੰਨੀ ਸਾਡੇ ਨਾਲ ਨਹੀਂ ਧੱਕਾ ਹੋਇਆ, ਕਿਉਂਕਿ ਇਹਨਾਂ ਨੇ ਇਹ ਡਾਇਰੈਕਟ ਕੋਟੇ ਦੇ ਅਗੇਂਸਟ, ਇਹ ਤਾਂ ਨਹੀਂ, ਤੁਹਾਡੇ ਬੰਦੇ ਨੂੰ ਹੱਥ ਤਾਂ ਮਾਰਿਆ ਗਿਆ ਨਾ, ਜਿਹੜੇ 30-32 ਬੰਦੇ ਆ। ਸਾਡੇ ਬੰਦਿਆਂ ਦਾ ਹੱਕ ਨਹੀਂ ਮਾਰਿਆ ਗਿਆ। ਸਾਡੇ ਬੰਦੇ, ਅਸੀਂ ਤਾਂ ਆਉਣ ਦਾ ਮਕਸਦ ਹੈ, ਜਦੋਂ ਇਹ ਨਵੀਂ ਸਰਕਾਰ ਬਣੀ ਸਾਨੂੰ ਮਤਲਬ ਬੜੀਆਂ ਆਸਾਂ ਵੱਜੀਆਂ ਸਾਡੀ ਕਾਨੂੰਗੋ ਐਸੋਸੀਏਸ਼ਨ ਨੂੰ। ਅਸੀਂ ਸਾਡੇ 2 ਮੇਨ ਇਸ਼ੂ ਸੀ ਕਾਨੂੰਗੋਆਂ ਦੇ,
3 ਸੀਗੇ, ਇੱਕ ਸਾਡਾ ਇਹਨਾਂ ਨੇ ਪੂਰਾ ਕਰ ਦਿੱਤਾ, ਜੋ ਸੇਵਾਦਾਰ ਨਹੀਂ ਸੀ ਸਾਡੇ ਕੋਲੇ, ਬੜੇ ਅਸੀਂ ਖੱਜਲ ਖੁਆਰ ਹੁੰਦੇ ਸੀ। ਉਸ ਗੱਲ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਸਰਕਾਰ ਦਾ ਕਿ ਸਾਡੇ ਹੁਣ ਕਾਨੂੰਗੋ ਨੇ ਇਹਨਾਂ ਨੇ 500-600 ਬੰਦਾ ਭਰਤੀ ਕਰਕੇ ਆਊਟਸੋਰਸ ਰਾਹੀਂ ਸੇਵਾਦਾਰ ਜਿਹੜੇ ਉਹ ਦੇਣੇ ਸ਼ੁਰੂ ਕਰ ਦਿੱਤੇ ਆ, ਵੀ ਜਿਹੜੇ ਕਿ ਇਸ ਹਫ਼ਤੇ 'ਚ ਪੂਰੇ ਹੋ ਜਾਣਗੇ। ਬਾਕੀ 5 ਅਪ੍ਰੈਲ 2022 ਨੂੰ ਸਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਹੋਈ। ਅਸੀਂ ਜੋ 2 ਅੱਜ ਇਸ਼ੂ ਇੱਥੇ ਰੱਖਣ ਲੱਗੇ ਹਾਂ, ਅਸੀਂ ਜਿਹੜਾ ਲੈਟਰ ਲਿਖਿਆ ਸੀਐਮ ਸਾਹਿਬ ਨੂੰ, ਸੀਐਮ ਸਾਹਿਬ ਨੇ ਸਾਡੀ ਬੜੀ ਗੌਰ ਦੇ ਨਾਲ ਗੱਲ ਸੁਣੀ। ਉਹਨਾਂ ਨੇ ਸਾਡੇ ਮੰਤਰੀ ਸਾਹਿਬ ਦੀ ਤੇ ਸਾਡੇ ਐਫਸੀਆਰ ਸਾਹਿਬ ਦੀ ਡਿਊਟੀ ਲਾਈ ਵੀ ਇਹਨਾਂ ਦੇ ਦੋਵੇਂ ਇਸ਼ੂ ਜਿਹੜੇ ਆ ਇਹ ਹੱਲ ਕਰਾਓ। ਤਾਂ ਅਸੀਂ 9 ਸਤੰਬਰ ਨੂੰ, ਕਿਉਂਕਿ ਜਿਹੜਾ ਸਾਡਾ ਇਹ ਸਕੇਲ ਦਾ ਮਸਲਾ ਹੈ, ਮੈਂ ਹੀ ਇਹ ਡੀਲ ਕਰ ਰਿਹਾ। ਮੇਰੇ ਵੱਲੋਂ 2016 ਦੇ ਵਿੱਚ ਪਟਵਾਰ ਯੂਨੀਅਨ ਦੇ ਵਿੱਚ ਹੁੰਦਿਆਂ ਹੋਇਆਂ ਇਹ ਮੰਗ ਜਿਹੜੀ ਉਠਾਈ ਗਈ ਸੀ, ਕਿਉਂਕਿ ਜੋ ਸਾਡਾ ਪੇ ਕਮਿਸ਼ਨ 1993 'ਚ ਉੱਠਿਆ, ਉਹਨੇ ਪਟਵਾਰੀਆਂ ਨੂੰ 950 1800 ਦਾ ਸਕੇਲ ਦਿੱਤਾ ਸੀ। ਤਾਂ ਪੰਜਾਬ ਸਰਕਾਰ ਤੋਂ ਅਸੀਂ ਮੰਗ ਰੱਖੀ ਵੀ ਸਾਰੇ ਪਟਵਾਰੀਆਂ ਨੂੰ 1365 2410 ਦਾ ਸਕੇਲ ਦਿੱਤਾ ਜਾਵੇ। ਪਰ ਵਿੱਤ ਵਿਭਾਗ ਨੇ ਸਾਡੇ ਨਾਲ ਕੀ ਚਲਾਕੀ ਕੀਤੀ ਵੀ ਉਹਨਾਂ ਨੇ 50% ਨੂੰ 950 1800 ਦਾ ਸਕੇਲ ਦੇ ਦਿੱਤਾ ਔਰ 50% ਨੂੰ 1365 2410 ਦਾ ਸਕੇਲ ਦੇ ਦਿੱਤਾ। ਤੇ ਇਹ 1186 ਤੋਂ ਲੈ ਕੇ 31/12/95 ਤੱਕ ਚੱਲਦਾ ਰਿਹਾ। 1/1/1996 ਨੂੰ ਆ ਕੇ ਇਹਨਾਂ ਨੇ ਇਹ ਖਤਮ ਕਰਕੇ ਇੱਕੋ ਸਕੇਲ ਬਣਾਤਾ। ਪਰ ਉਸ ਸਪੀਡ ਦੇ ਜਿਹੜੇ ਪਟਵਾਰੀ ਸੀ ਉਹਨਾਂ ਦਾ ਅੱਜ ਪੈਨਸ਼ਨ ਦੇ ਵਿੱਚ ਔਰ ਤਨਖਾਹਾਂ ਦੇ ਵਿੱਚ ਅੰਤਰ ਪੈ ਗਿਆ। ਭਾਵੇਂ ਸਾਡੇ ਕਈ ਸਾਥੀ ਪ੍ਰਮੋਟ ਹੋ ਕੇ ਕਾਨੂੰਗੋ ਵੀ ਬਣ ਗਏ, ਨਾਇਬ ਤਹਿਸੀਲਦਾਰ ਵੀ ਬਣ ਗਏ, ਪਰ ਉਹ ਪਟਵਾਰੀ ਨਾਲੋਂ ਘੱਟ ਤਨਖਾਹ ਲੈ ਰਹੇ ਨੇ, ਕਿਉਂਕਿ ਉਹਨਾਂ ਦੀ ਜਿਹੜੀ ਫਿਕਸੇਸ਼ਨ ਆ 950 1800 ਦੇ ਮੁਤਾਬਕ ਚੱਲੀ ਆ ਰਹੀ ਹੈ। ਸੋ ਇਹ ਭਾਰਤੀ ਸੰਵਿਧਾਨ ਦੇ ਆਰਟੀਕਲ 39D ਦੀ ਉਲੰਘਣਾ ਹੈ ਕਿ ਹਿੰਦੁਸਤਾਨ ਦੇ ਵਿੱਚ ਇੱਕੋ ਜਿਹਾ ਕੰਮ ਕਰਨ ਵਾਲਿਆਂ ਦੀ ਸੈਲਰੀ ਦੇ ਵਿੱਚ ਅੰਤਰ ਨਹੀਂ ਹੋ ਸਕਦਾ। ਤਾਂ ਇਹ ਸਾਰੇ ਮਾਮਲੇ ਨੂੰ ਲੈ ਕੇ ਅਸੀਂ ਆਪਣੇ ਮੰਤਰੀ ਸਾਹਿਬ ਦੇ ਨੋਟ 'ਚ ਲਿਆਂਦੀ। ਉਹਨਾਂ ਨੇ ਮੰਨਿਆ ਵੀ ਵਾਕਈ ਬਹੁਤ ਵੱਡਾ ਧੱਕਾ ਹੈ ਤੁਹਾਡੇ ਨਾਲ। ਸਾਡੇ ਡਿਪਾਰਟਮੈਂਟ ਨੇ ਸਿਫਾਰਿਸ਼ ਕਰਕੇ ਭੇਜੀ ਤਾਂ ਸਾਡੇ ਮੰਤਰੀ ਸਾਹਿਬ ਜਿੰਪਾ ਸਾਹਿਬ ਜੀ ਨੇ ਫਾਈਨਾਂਸ ਮਿਨਿਸਟਰ ਦੇ ਨਾਲ ਟਾਈਮ ਲੈ ਕੇ ਮੀਟਿੰਗ ਰੱਖੀ ਸਾਂਝੀ। ਪਟਵਾਰ ਯੂਨੀਅਨ, ਕਾਨੂੰਗੋ ਐਸੋਸੀਏਸ਼ਨ, ਸੈਕਟਰੀ ਸਾਡੇ ਵਿੱਤ ਕਮਿਸ਼ਨਰ ਮਾਲ ਜੋ ਅੱਜ ਕੱਲ੍ਹ ਹੈ ਕੈਪਸਨਾ ਜੀ, ਉਹ ਵਿੱਚ ਸ਼ਾਮਲ ਸੀ। ਸੈਕਟਰੀ ਫਾਈਨਾਂਸ ਮੈਡਮ ਗੁਰਪ੍ਰੀਤ ਕੌਰ ਸਪਰਾ ਔਰ ਮੈਡਮ ਗੁਰਪ੍ਰੀਤ ਕੌਰ ਸਪਰਾ ਨੇ ਉੱਥੇ ਉਸ ਮੀਟਿੰਗ ਦੇ ਵਿੱਚ ਇਹ ਸਿਫਾਰਿਸ਼ ਕੀਤੀ ਬਈ ਬਾਕੀ ਬਹੁਤ ਵੱਡਾ ਧੱਕਾ ਇਹਨਾਂ ਨਾਲ। ਮੰਤਰੀ ਸਾਹਿਬ ਫਾਈਨਾਂਸ ਮਿਨਿਸਟਰ ਨੂੰ ਕਿਹਾ ਵੀ ਇਹਨਾਂ ਦੀ ਤਨਖਾਹ ਸਾਨੂੰ ਇੱਕਸਾਰ ਕਰਨੀ ਚਾਹੀਦੀ ਹੈ, ਕਿਉਂਕਿ ਸਰਕਾਰ ਦੇ ਜੋ ਫਾਈਨੈਂਸ਼ੀਅਲੀ ਹਾਲਾਤ ਨੇ ਅਸੀਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਬਕਾਇਆ ਲੈਣ ਤੋਂ ਇਨਕਾਰ ਕਰ ਦਿੱਤਾ। ਭਾਵੇਂ ਕਿ ਹੋਰ ਡਿਪਾਰਟਮੈਂਟਾਂ ਦੇ ਵਿੱਚ ਸਰਕਾਰ ਨੇ ਬਕਾਇਆ ਵੀ ਦਿੱਤਾ ਹੈ। ਉਦਾਹਰਨ ਦੇ ਤੌਰ ਤੇ ਹੋਮਗਾਰਡ ਨੂੰ 400 ਕਰੋੜ ਰੁਪਈਆ ਇਹਨਾਂ ਨੇ ਬਕਾਇਆ ਦਿੱਤਾ ਔਰ ਜਿਹੜੇ ITI ਦੇ ਇੰਸਟਰਕਟਰ ਨੇ ਉਹਨਾਂ ਦਾ ਵੀ ਇਹੀ ਕੇਸ ਸੀ, ਉਹਨਾਂ ਨੂੰ ਵੀ 2010 ਦੇ ਵਿੱਚ ਸਾਰਿਆਂ ਦੀ ਇੱਕ ਸਾਰ ਤਨਖਾਹ ਕਰਕੇ ਬਕਾਇਆ ਵੀ ਦਿੱਤਾ ਹੈ। ਪਰ ਅਸੀਂ ਫਾਈਨੈਂਸ਼ੀਅਲੀ ਹਾਲਾਤ ਸਰਕਾਰ ਨੂੰ ਦੇਖਦੇ ਹੋਏ ਅਸੀਂ ਬਕਾਇਆ ਛੱਡਣ ਨੂੰ ਤਿਆਰ ਹਾਂ, ਜੋ ਕਿ 500-600 ਕਰੋੜ ਰੁਪਈਆ ਬਣਦਾ। ਅਸੀਂ ਕਹਿੰਦੇ ਅੱਜ ਹੀ ਸਾਡੀ ਪੈਨਸ਼ਨ ਤੇ ਜਿਹੜੀ ਤਨਖਾਹ ਹੈ ਉਹ ਇੱਕਸਾਰ ਕੀਤੀ ਜਾਵੇ। ਤਾਂ ਮੰਤਰੀ ਸਾਹਿਬ ਨੇ ਇਹ ਗੱਲ, ਦੋਵਾਂ ਮੰਤਰੀਆਂ ਨੇ, ਵਿੱਤ ਮੰਤਰੀ ਨੇ ਤੇ ਰੈਵਨਿਊ ਮੰਤਰੀ ਨੇ ਇਹ ਗੱਲ ਮੰਨ ਲਈ, ਬਾਕੀ ਠੀਕ ਹੈ। ਤੇ ਮੰਤਰੀ ਸਾਹਿਬ ਨੇ ਕਿਹਾ 9 ਸਤੰਬਰ ਨੂੰ ਵੀ ਮੇਰੇ ਨੋਟ ਪੁੱਟ ਅਪ ਕਰੋ ਤਾਂ ਜੋ ਮੈਂ ਸਾਈਨ ਕਰਕੇ ਗੱਲ ਨੂੰ ਸੈਂਕਸ਼ਨ ਕਰਦਾ। ਪਰ ਜਿਹੜੀ ਅਫਸਰਸ਼ਾਹੀ ਹੈ ਉਹ ਸਾਡੇ ਪੈਰ ਨਹੀਂ ਲੱਗਣ ਦੇ ਰਹੀ 2016 ਤੋਂ। ਪਹਿਲਾਂ ਤਾਂ 2017 ਦੇ ਵਿੱਚ ਇਹੀ ਫਾਈਲ ਪਰਮਿੰਦਰ ਸਿੰਘ ਢੀਂਡਸਾ ਕਲੀਅਰ ਲੱਗਿਆ ਸੀ ਕਰਨ, ਉਸ ਟਾਈਮ ਵਿੱਤ ਵਿਭਾਗ ਦੇ ਅਫਸਰਾਂ ਨੇ ਫਾਈਲ ਗੁੰਮ ਕਰਤੀ ਔਰ ਇਹ ਫਾਈਲ 2017 ਦੀ ਗੁੰਮ ਹੋਈ। ਮੈਂ ਮੁੜ ਕੈਪਟਨ ਕਰਨੈਲ ਸਿੰਘ ਜੋ IAS ਨੇ, ਉਹ DLR ਸੀ, ਉਹਨਾਂ ਨੇ ਮੇਰੇ ਨਾਲ ਮਦਦ ਕੀਤੀ। ਇਹ ਫਾਈਲ ਅਸੀਂ 2020 'ਚ ਲੱਭੀ। ਹੁਣ ਇਹ 2020 ਦੀ ਚੱਲਦੀ ਫਾਈਲ ਤੇ ਸਾਨੂੰ ਇਹ ਸਰਕਾਰ ਤੋਂ ਆਸ ਵੱਜੀ ਸੀ ਵੀ ਹੁਣ ਹੋ ਜਾਊਗੀ, ਪਰ ਹੁਣ ਫੇਰ ਉਹੀ ਅਫਸਰਸ਼ਾਹੀ ਨੇ ਸਾਡੇ ਨਾਲ ਧੋਖਾ ਕੀਤਾ। ਅਸੀਂ ਤਾਂ ਮੰਤਰੀ ਸਾਹਿਬ ਵੀ ਸਾਡੇ ਮੰਨ ਕੇ ਬਹਿ ਗਏ ਗੱਲ ਵੀ ਇਹ ਕੰਮ ਹੋ ਗਿਆ, ਅਸੀਂ ਵੀ ਮੰਨ ਕੇ ਬਹਿ ਗਏ ਹੋ ਗਿਆ। ਪਰ 8 ਦਸੰਬਰ ਨੂੰ ਸਾਡੀ ਮੀਟਿੰਗ ਜਦੋਂ ਸ੍ਰੀ ਕੈਪਸਿਨਾ ਜੋ IAS ਸਾਡੇ FCR ਨੇ ਉਹਨਾਂ ਦੇ ਨਾਲ ਹੁੰਦੀ ਹੈ, ਉਹਨਾਂ ਨੇ ਸਾਨੂੰ ਦੱਸਿਆ ਵੀ ਨਹੀਂ ਯਾਰ ਆਪਣੀ ਫਾਈਲ ਕਲੀਅਰ ਨਹੀਂ ਹੋਈ, ਉਹ ਤਾਂ ਕੋਈ ਮਾੜੀ ਮੋਟੀ ਕੁਆਰੀ ਪਾ ਕੇ ਵਾਪਸ DLR ਨੂੰ ਭੇਜਤੀ। ਤਾਂ ਸਾਨੂੰ ਬੜਾ ਦੁੱਖ ਲੱਗਿਆ ਇਸ ਗੱਲ ਦੇ ਉੱਤੇ। ਤੇ ਇਹ ਅੱਜ ਅਸੀਂ CM ਸਾਹਿਬ ਦੇ ਨੋਟ 'ਚ ਲਿਆਂਦੇ ਗੱਲ ਵੀ ਜੋ ਤੁਸੀਂ ਸਾਡੇ ਵਾਸਤੇ ਕਿਹਾ ਸੀ ਸਾਡੀ ਗੱਲ ਨਹੀਂ ਮੰਨੇਗੀ। ਦੂਸਰਾ ਇਸ਼ੂ ਸਾਡਾ ਇਹ ਆ, ਕਿਉਂਕਿ ਸਾਡੇ ਮਹਿਕਮੇ ਦੇ ਵਿੱਚ 198 ਲਗਭਗ ਨਾਇਬ ਤਹਿਸੀਲਦਾਰ ਦੀਆਂ ਪੋਸਟਾਂ ਨੇ, ਜਿਹਦੇ ਵਿੱਚ 50% ਕਾਨੂੰਨਾਂ ਤੋਂ ਪ੍ਰਮੋਟ ਕੀਤੇ ਜਾਂਦੇ ਨੇ, 47% ਜਿਹੜੀ ਉਹ ਸਿੱਧੀ ਭਰਤੀ ਕੀਤੀ ਜਾਂਦੀ ਹੈ, 3% ਸੀਨੀਅਰ ਅਸਿਸਟੈਂਟਾਂ ਦੇ ਵਿੱਚੋਂ ਲਏ ਜਾਂਦੇ ਨੇ। ਹੁਣ ਇੱਥੇ ਹੋ ਕੀ ਰਿਹਾ, ਜਿਹੜੇ ਸੀਨੀਅਰ ਅਸਿਸਟੈਂਟ ਆਉਂਦੇ ਨੇ ਤਾਂ ਉਹਨਾਂ ਨੂੰ ਜੇ ਉਹ ਪੇਪਰ ਪਾਸ ਕਰ ਜਾਂਦੇ ਨਾਇਬ ਤਹਿਸੀਲਦਾਰ ਦੇ ਤਾਂ ਉਹਨਾਂ ਨੂੰ 11 ਮਹੀਨੇ ਦੀ ਟ੍ਰੇਨਿੰਗ ਕਰਨੀ ਪੈਂਦੀ ਹੈ। ਪਰ ਇੱਥੇ ਬੜੇ ਦੁੱਖ ਦੀ ਗੱਲ ਹੈ ਵੀ ਉਹਨਾਂ ਦੇ ਕੋਟਾ ਤਾਂ ਬਣਦਾ 6 ਸੀਟਾਂ ਦਾ, ਅੱਜ ਉਹ 32 ਸੀਟਾਂ 'ਤੇ ਕੰਮ ਕਰ ਰਹੇ ਨੇ।
ਤਾਂ 32 ਸੀਟਾਂ ਦੇ ਉੱਤੇ ਜਿਹੜਾ ਹੈਗਾ ਉਹ ਕੰਮ ਕਰ ਰਹੇ ਨੇ, ਤੇ ਜਦ ਕਿ ਸੀਟਾਂ 6 ਬਣੇ 26 ਸੀਟਾਂ ਉਹ ਵੱਧ ਲਈ ਬੈਠੇ ਨੇ। ਉਹਨਾਂ ਨੇ ਕੋਈ ਟ੍ਰੇਨਿੰਗ ਨਹੀਂ ਕੀਤੀ ਹੋਈ। ਔਰ ਸਾਡੀ ਸਰਕਾਰ ਤੋਂ ਇਹੀ ਮੰਗ ਆ ਵੀ ਅੱਜ ਪੰਜਾਬ ਦੇ ਅੰਦਰ 137 ਕਾਨੂੰਗੋ ਜਿਹੜਾ ਹੈ ਉਹ ਪੇਪਰ ਪਾਸ ਕਰੀ ਬੈਠਾ ਨਾਇਬ ਤਹਿਸੀਲਦਾਰ ਦੇ। ਔਰ ਸਾਡੇ ਜਿਹੜੇ ਪੇਪਰ ਉਹ ਸਾਲ 'ਚ 2 ਵਾਰ ਹੁੰਦੇ ਆ, ਪਰ ਇਹ ਸਾਡੇ ਪੇਪਰ ਨਹੀਂ ਹੋਣ ਦੇ ਰਹੇ। ਇਹ ਸਾਰਾ ਜਿਹੜਾ ਹੈ ਇਹ ਮਤਲਬ ਮਿਲੀ ਭੁਗਤਣ ਵਾਲੇ ਸਾਰਾ ਕੁਝ ਚੱਲ ਰਿਹਾ। ਤੇ ਉਹ ਜਿਹੜੇ ਹੁਣ ਸਾਡੀ ਮੰਗ ਹੈ ਸਰਕਾਰ ਤੋਂ ਵੀ ਉਹ 26 ਜੋ ਸੀਨੀਅਰ ਅਸਿਸਟੈਂਟ ਜਿਨ੍ਹਾਂ ਨੇ ਕੋਈ ਟ੍ਰੇਨਿੰਗ ਨਹੀਂ ਕੀਤੀ, ਜਿਨ੍ਹਾਂ ਕਰਕੇ ਸਾਡੇ ਰਿਕਾਰਡ ਦਾ ਰੈਵਨਿਊ ਦਾ ਭੱਠਾ ਬੈਠ ਰਿਹਾ, ਤੇ ਉਹਨਾਂ ਨੂੰ ਪਾਸੇ ਕਰਕੇ ਜਿਹੜੇ 137 ਬੰਦੇ ਅੱਜ ਪੇਪਰ ਪਾਸ ਬੈਠੇ ਨੇ ਉਹਨਾਂ ਦੇ ਵਿੱਚੋਂ ਉਹ ਨਾਇਬ ਤਹਿਸੀਲਦਾਰਾਂ ਦਾ ਚਾਰਜ ਦਿੱਤਾ ਜਾਵੇ, ਕਿਉਂਕਿ ਉਹ ਸਿੱਧੇ ਕੋਟੇ ਦੀਆਂ ਪੋਸਟਾਂ ਨੇ। ਸਿੱਧੇ ਕੋਟੇ ਤੇ ਕੋਈ ਬੰਦਾ ਪ੍ਰਮੋਟ ਨਹੀਂ ਹੋ ਸਕਦਾ। ਪਰ ਬੜੀ ਹੈਰਾਨੀ ਦੀ ਗੱਲ ਹੈ ਵੀ ਉਹਨਾਂ ਨੂੰ ਪ੍ਰਮੋਟ ਕੀਤਾ ਉਹ ਨਾਇਬ ਤਹਿਸੀਲਦਾਰ ਦੀ ਤਨਖਾਹ ਵੀ ਲੈ ਰਹੇ ਨੇ, ਜਦੋਂ ਕਿ ਸਿੱਧੇ ਕੋਟੇ ਦੀ ਤਨਖਾਹ ਨਹੀਂ ਲੈ ਸਕਦੇ। ਅੱਜ ਸਾਡੇ ਕੋਲੇ ਤਜਰਬੇਕਾਰ ਕਾਨੂੰਗੋ ਹੈਗੇ ਨੇ। ਸਾਡੀ ਸਰਕਾਰ ਤੋਂ ਇਹ ਮੰਗ ਹੈ ਮੁੱਖ ਮੰਤਰੀ ਸਾਹਿਬ ਤੋਂ ਵੀ ਸਾਡੇ ਜਿਹੜੇ ਤਜਰਬੇਕਾਰ ਕਾਨੂੰਗੋ ਨੇ, ਜਿੰਨਾ ਚਿਰ ਨਵੀਂ ਭਰਤੀ ਹੋ ਕੇ ਨਹੀਂ ਆਉਂਦੀ, ਕਿਉਂਕਿ ਉਹ ਕੇਸ ਰਜਿਸਟਰਡ ਹੋ ਗਿਆ, ਇਸ ਕਰਕੇ ਜਲਦੀ ਜੇ ਭਰਤੀ ਨਹੀਂ ਹੋਣੀ, ਜੇ ਉਹ ਲਾਗੇ ਸਿਲੈਕਟ ਹੋ ਵੀ ਜਾਂਦੇ ਨੇ ਤਾਂ 11 ਮਹੀਨੇ ਉਹਨਾਂ ਨੂੰ ਟ੍ਰੇਨਿੰਗ ਕਰਨੀ ਪਊਗੀ। ਇਸ ਕਰਕੇ ਜਿੰਨਾ ਚਿਰ ਉਹ ਨਹੀਂ ਆਉਂਦੇ ਸਾਡੇ ਕਾਨੂੰਗੋ ਨੂੰ ਜਿਹੜੇ ਚਾਰਜ ਉਹ ਨਾਇਬ ਤਹਿਸੀਲਦਾਰ ਦੇ ਦਿੱਤੇ ਜਾਣੇ ਚਾਹੀਦੇ। ਇਹ ਲੈਟਰ ਮੁੱਖ ਮੰਤਰੀ ਨੂੰ ਕਿਵੇਂ ਭੇਜਿਆ ਤੁਸੀਂ? ਅਸੀਂ ਮੇਲ ਰਾਹੀਂ ਭੇਜਿਆ ਜੀ, ਮੇਲ ਕਰ ਦਿੱਤੀ ਉਹਨਾਂ ਨੂੰ। ਕੋਈ ਜਵਾਬ ਆਇਆ? ਨਹੀਂ, ਅੱਜ ਹੀ ਮੇਲ ਕੀਤੀ ਹੈ ਜੀ, ਅੱਜ ਹੀ ਲੈਟਰ ਤੇ ਭੇਜਿਆ। ਨਹੀਂ ਤੁਹਾਡੀ ਗੱਲ ਮੰਨਦੇ ਕੋਈ ਐਕਸ਼ਨ ਨੂੰ? ਹਾਂ ਜੀ, ਅਸੀਂ 21 ਤਰੀਕ ਨੂੰ ਮੀਟਿੰਗ ਸੱਦ ਲਈ ਕਾਨਵੋਕੇਸ਼ਨ ਪੰਜਾਬ ਦੀ ਲੁਧਿਆਣਾ ਵਿਖੇ। ਫਿਰ ਸਮੁੱਚੇ ਪੰਜਾਬ ਤੋਂ ਸਾਡੇ ਜਿਹੜੇ ਕਾਨੂੰਗੋ ਉੱਥੇ ਸਾਡੀਆਂ ਡਿਸਟ੍ਰਿਕਟ ਬੋਡੀਆਂ ਆ ਰਹੀਆਂ ਨੇ, ਉੱਥੇ ਫਿਰ ਅਸੀਂ ਕੋਈ ਸੰਘਰਸ਼ ਦਾ ਜਿਹੜਾ ਬਿਗਲ ਵਜਾਵਾਂਗੇ ਜੇ ਸਾਡੀ ਗੱਲ ਨਹੀਂ ਸੁਣੀ ਜਾਂਦੀ। ਇਹ ਕਿੰਨੇ ਤੁਹਾਡੇ ਮੈਂਬਰ ਕਿੰਨੇ ਹੈਗੇ ਨੇ ਕਾਂਗਰਸ ਐਸੋਸੀਏਸ਼ਨ ਦੇ? ਸਾਡੇ 650 ਪੋਸਟ ਆ ਸਾਰੇ ਪੰਜਾਬ ਦੇ ਅੰਦਰ ਜੀ। 1000 ਦੇ ਵਿੱਚ। ਹਾਂਜੀ। ਅੱਛਾ, ਜਿਸ ਹਿਸਾਬ ਨਾਲ ਹੁਣ ਭਗਵੰਤ ਮਾਨ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ, ਤੇ ਤੁਹਾਨੂੰ ਲੱਗਦਾ ਵੀ ਤੁਹਾਡਾ ਪ੍ਰੋਟੈਸਟ ਹੈਗਾ ਉਹ ਕਰਨ ਦੇਣਗੇ ਜਾਂ ਉਹਨੂੰ ਉਹ ਮੰਨਣਗੇ ਕਿਸੇ ਨਾ ਕਿਸੇ ਤਰੀਕੇ? ਸਾਡਾ ਜੇ ਤੁਹਾਡੀ ਮੰਗਾਂ ਨਹੀਂ ਮੰਨੀਆਂ ਅਸੀਂ ਕੋਈ ਗੈਰ ਕਾਨੂੰਨੀ ਪ੍ਰੋਟੈਸਟ ਨਹੀਂ ਕਰਾਂਗੇ। ਸਾਡਾ ਜਿਹੜਾ ਮਾਟੋ ਹੈ ਹੱਕਾਂ ਦੀ ਖਾਤਰ ਅਤੇ ਅਨਿਆਂ ਦੇ ਖਿਲਾਫ ਲੜਨਾ, ਕਿਉਂਕਿ ਸਾਡੇ ਨਾਲ ਅਨਿਆਂ ਹੋ ਰਿਹਾ। ਜੇ ਭਗਵੰਤ ਮਾਨ ਜੀ ਵੀ ਪ੍ਰੋਟੈਸਟ 'ਚੋਂ ਹੀ ਨਿਕਲ ਕੇ ਆਏ ਨੇ, ਪ੍ਰੋਟੈਸਟ ਜੇ ਕਿਸੇ ਬੰਦੇ ਨਾਲ ਅਨਿਆਂ ਹੋ ਰਿਹਾ ਉਹ ਤਾਂ ਕਰਨ ਦਾ ਹੱਕ ਰੱਖਦਾ, ਤਾਂ ਸਾਡਾ ਕਾਨੂੰਨ ਵੀ ਸਾਨੂੰ ਇਸ ਗੱਲ ਦੀ ਆਗਿਆ ਦਿੰਦਾ ਹੈ। ਜੇ ਕਿਸੇ ਬੰਦੇ ਨਾਲ ਧੱਕਾ ਹੋ ਰਿਹਾ ਤਾਂ ਉਹ ਆਪਣੀ ਆਵਾਜ਼ ਤਾਂ ਉਠਾਏਗਾ। ਅਸੀਂ ਕੋਈ ਪਬਲਿਕ ਨੂੰ ਨਾਲ ਜੋੜਾਂਗੇ, ਆਪਣੇ ਪਬਲਿਕ ਦੇ ਅੱਗੇ ਵੀ ਇੱਕ ਗੱਲ ਰੱਖਾਂਗੇ। ਤੁਸੀਂ ਕਹਿੰਦੇ ਪਏ ਹੋ ਵੀ ਜਿਹੜੇ ਮੰਤਰੀ ਸਾਹਿਬ ਹੈ ਉਹ ਮੰਨ ਗਏ ਨੇ, ਅਫਸਰਸ਼ਾਹੀ ਜਿਹੜਾ ਤੁਹਾਨੂੰ ਕੋਈ ਬਾਹ ਨਹੀਂ ਫੜਾਉਂਦੀ ਪਈ ਹੈ। ਬਿਲਕੁਲ। ਤੁਸੀਂ ਇਹ ਮੰਨਦੇ ਹੋ ਵੀ ਅਫਸਰਸ਼ਾਹੀ ਹਾਵੀ ਹੈਗੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹੈਗੇ ਨੇ, ਮੰਤਰੀ ਹੈਗੇ ਨੇ? ਦੇਖੋ, ਲੀਡਰਾਂ ਨਾਲ ਨਹੀਂ ਸਾਡਾ ਕੋਈ ਸੰਬੰਧ। ਸਾਡੇ ਆਪ ਦੇ ਡਿਪਾਰਟਮੈਂਟ ਦੇ ਅਫਸਰ ਸਾਡਾ ਸਾਥ ਦਿੰਦੇ ਨੇ, ਪਰ ਜਿਹੜੇ ਫਾਈਨਾਂਸ ਡਿਪਾਰਟਮੈਂਟ ਦੇ ਅਫਸਰ ਨੇ ਉਹ ਸਾਡੇ ਨਾਲ ਧੋਖਾ ਕਰਦੇ ਨੇ। ਉੱਥੇ ਮੰਨ ਜਾਂਦੇ ਨੇ, ਮੀਟਿੰਗ 'ਚ ਗੱਲ ਮੰਤਰੀ ਸਾਹਮਣੇ ਸਾਰੀ ਗੱਲ ਮੰਨ ਜਾਂਦੇ ਨੇ, ਤੇ ਬਾਅਦ 'ਚ ਸਾਡੀ ਫਾਈਲ ਲੁਕੋ ਲੈਂਦੇ ਨੇ ਜਾਂ ਉਹ 'ਤੇ ਕੋਈ ਕੁਆਰੀ ਪਾ ਕੇ ਤੋੜ ਦਿੰਦੇ ਨੇ। ਕਿਉਂ ਲੱਗਦਾ ਕਿ ਇਦਾਂ ਹੋ ਰਿਹਾ? ਪਹਿਲਾਂ ਵੀ ਤੁਸੀਂ ਕਿਹਾ ਵੀ 2017 ਚ ਫਾਈਲ ਲੁਕੋ ਲਈ, ਹੁਣ ਫੇਰ ਇਦਾਂ ਹੋ ਰਿਹਾ? ਪਤਾ ਨਹੀਂ, ਹੁਣ ਇਹ ਤਾਂ ਉਹ ਦੱਸ ਸਕਦੇ ਨੇ ਵੀ ਕਿਉਂ ਕਰ ਰਹੇ ਨੇ। ਦੇਖੋ, ਜੇ ਮਤਲਬ ਸਾਡਾ ਸਰਕਾਰ ਨਾਲ ਲੜਾਉਣਾ ਚਾਹੁੰਦੇ ਨੇ ਜਾਂ ਸਰਕਾਰ ਇਹ ਗੱਲ ਮੰਨਣ ਨੂੰ ਤਿਆਰ ਹੈ, ਸਾਡਾ ਮੰਤਰੀ ਮੰਨ ਰਿਹਾ ਵੀ ਵਾਕਈ ਇਹਨਾਂ ਨਾਲ ਧੱਕਾ ਹੈ, ਧੋਖਾ ਵੀ, ਅਸੀਂ ਕੋਈ ਬਕਾਇਆ ਨਹੀਂ ਮੰਗ ਰਹੇ। ਠੀਕ ਹੈ, ਸਾਨੂੰ ਫਾਈਨੈਂਸ਼ੀਅਲ ਹਾਲ ਪਤਾ ਉਹਨਾਂ ਨੂੰ ਵੀ, ਚਾਹੇ ਉਸ ਸੀਟ ਤੇ ਕੋਈ ਹੋਵੇ, ਅੱਜ 500 ਕਰੋੜ ਰੁਪਈਆ ਬਕਾਇਆ ਕੋਈ ਨਹੀਂ ਦੇ ਸਕਦਾ। ਅਸੀਂ ਅੱਜ ਤਾਂ ਠੀਕ ਕਰ ਦਿਓ। ਨਹੀਂ, ਪਰ ਜਦੋਂ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਸੀ ਤੇ ਤੁਸੀਂ ਕਿਹਾ ਵੀ ਉਦੋਂ ਵੀ ਕਲੀਅਰ ਹੋ ਗਈ ਸੀ। ਹਾਂਜੀ। ਤੇ ਫਿਰ ਉਦੋਂ ਕੀ ਉਦੋਂ ਫਿਰ ਕੋਡ ਆਫ ਕੰਡਕਟ ਦੇ ਇਹਨਾਂ ਨੇ ਪਹਿਲਾਂ ਅੱਜ ਕਰਾਉਣੇ, ਅੱਜ ਕਰਦੇ ਆ, ਮਤਲਬ ਇਹ ਇਸ ਅੜੀਕ 'ਚ ਸੀ ਵੀ ਕੋਡ ਆਫ ਕੰਡਕਟ ਕਦੋਂ ਲੱਗਦਾ, ਤੇ ਮੁੜ ਕੇ ਕੋਡ ਆਫ ਕੰਡਕਟ ਲੱਗ ਗਿਆ, ਤੇ ਮੁੜ ਕੇ ਉਹ ਫਾਈਲ ਅਸੀਂ ਇਹਨਾਂ ਦੀ ਗੁੰਮ ਕਰੀ ਹੋਈ 2020 'ਚ ਲੱਭੀ ਆ ਸਾਨੂੰ ਜਾ ਕੇ। ਤੁਹਾਨੂੰ ਲੱਭੀ ਹੈ? ਅਸੀਂ ਨਹੀਂ, ਸਾਰਾ ਡਿਪਾਰਟਮੈਂਟ ਲੱਗੇ ਰਿਹਾ, DLR ਸੀ ਕੈਪਟਨ ਕਰਨੈਲ ਸਿੰਘ ਉਹ ਨਾਲ ਲੱਗੇ, ਫਿਰ ਜਾ ਕੇ ਸਾਨੂੰ ਇਹ ਫਾਈਲ ਜਿਹੜੀ 2020 'ਚ ਲੱਭੀ ਹੈ। ਜਨਾਬ, ਇਸ 'ਚ ਨਾ ਤੁਸੀਂ ਇੱਕ ਗੱਲ ਕੀਤੀ ਹੈ ਵੀ ਸੀਨੀਅਰ ਅਸਿਸਟੈਂਟ ਨੂੰ ਕਾਨੂੰਗੋ ਲਗਾਇਆ ਜਾ ਰਿਹਾ, ਇਹ ਕੀ ਕਹਾਣੀ? ਨਾਇਬ ਤਹਿਸੀਲਦਾਰ ਜੀ, ਹਾਂ, ਕਿਉਂਕਿ ਉਹਨਾਂ ਦਾ ਜਿਹੜਾ ਪ੍ਰਮੋਸ਼ਨ ਕੋਟਾ ਉਹ 3% ਹੈ। 6 ਪੋਸਟਾਂ ਬਣਦੇ ਨੇ 198 ਦੇ ਅਗੇਂਸਟ, ਤੇ ਪਰ ਅੱਜ ਉਹ ਲੱਗੇ ਹੋਏ 32 ਨੇ। 26 ਬੰਦੇ ਬਿਨਾਂ ਟ੍ਰੇਨਿੰਗ ਤੋਂ ਲਾ ਰੱਖੇ ਨੇ। ਫਾਰ ਐਗਜ਼ਾਮਪਲ, ਜਿੰਨੀ ਸੰਗਤ ਆਪਣੇ ਕੋਲ ਇੱਥੇ ਬੈਠੇ ਅੱਜ, ਜੇ ਤੁਹਾਨੂੰ ਸਾਰਿਆਂ ਨੂੰ ਅੱਜ ਰੈਵਨਿਊ ਡਿਪਾਰਟਮੈਂਟ ਦੀ ਕੁਰਸੀ ਤੇ ਬਿਠਾ ਕੇ ਰਜਿਸਟਰੀਆਂ ਕਰਨ ਲਾਇਆ ਜਾਵੇ ਜਾਂ ਕੋਰਟ ਕੇਸ ਕਰਨ ਲਾਇਆ ਜਾਵੇ, ਕੀ ਹੋ ਸਕਦਾ ਹੈ? ਸੰਭਵ ਹੈ? ਪਰ ਇਹ ਕਰ ਰਹੇ ਨੇ 26 ਬੰਦੇ, ਤੇ ਫਿਰ ਰਿਕਾਰਡ ਬਚੂਗਾ ਰੈਵਨਿਊ ਦਾ। ਰੈਵਨਿਊ ਰਿਕਾਰਡ ਵਾਸਤੇ ਭਾਵੇਂ ਕੋਈ IAS ਹੈ, PCS ਹੈ, ਤਹਿਸੀਲਦਾਰ ਹੈ, ਪਟਵਾਰੀ ਹੈ, ਕਾਨੂੰਗੋ ਹੈ, ਸਭ ਦਾ ਸਿਸਟਮ ਬਣਿਆ। ਉਹਨੂੰ ਟ੍ਰੇਨਿੰਗ ਕਰਨੀ ਪੈਂਦੀ ਹੈ, ਸਰਟੀਫਿਕੇਟ ਲੈਣਾ ਪੈਂਦਾ। ਜਿੰਨਾ ਚਿਰ ਸਰਟੀਫਿਕੇਟ ਟ੍ਰੇਨਿੰਗ ਦਾ ਜਾਰੀ ਨਹੀਂ ਹੁੰਦਾ ਉਹ ਕੰਮ ਨਹੀਂ ਕਰ ਸਕਦਾ। 26 ਬੰਦਿਆਂ ਨੇ ਨਹੀਂ ਲਈ? ਨਹੀਂ ਜੀ, ਉਹਨਾਂ ਨੇ ਕੋਈ ਟ੍ਰੇਨਿੰਗ ਨਹੀਂ ਲਈ ਹੋਈ, ਬਿਨਾਂ ਟ੍ਰੇਨਿੰਗ ਤੋਂ ਉਹ ਕੰਮ ਕਰ ਰਹੇ ਨੇ। ਪਿਛਲੀ ਗਵਰਨਮੈਂਟ ਚ ਹੋਇਆ ਜਾਂ ਕਿਵੇਂ? ਅਪਰੂਵਲ ਕਦੋਂ ਮਿਲੀ ਹੈ ਇਹ ਲਗਭਗ 5-6 ਸਾਲ ਤੋਂ ਪ੍ਰੋਸੈਸ ਚੱਲ ਰਿਹਾ ਹੈ। ਇਹ ਲਾਗੂ ਕਦੋਂ ਤੋਂ ਹੋਇਆ? ਕਿਉਂਕਿ ਫਾਈਲ ਨੂੰ ਇਹ ਪ੍ਰੋਸੈਸ ਚ ਆਉਂਦੇ ਟਾਈਮ ਲੱਗਦਾ। ਨਹੀਂ, ਤੁਰੰਤ ਜਿਵੇਂ ਉਹ ਪੇਪਰ ਪਾਸ ਕਰਕੇ ਆਏ
ਤੇ ਉਹ ਉਹਨਾਂ ਨੂੰ ਚੱਕ ਕੇ ਬਸ ਲਾਤਾ। ਕਾਨਗੋ ਫਿਰ ਇਹ ਸਵਾਲ ਦੇ ਵਿੱਚ- ਨਾਇਬ ਤਹਿਸੀਲਦਾਰ ਹਾਂਜੀ ਕਾਨਗੋ ਦੀ ਅਗਲੀ ਪ੍ਰਮੋਸ਼ਨ ਹੈ ਨਾਇਬ ਤਹਿਸੀਲਦਾਰ ਜੀ 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 ਉਹ ਡਾਇਰੈਕਟ ਲੱਗੇ। ਡਾਇਰੈਕਟ ਨਹੀਂ ਲੱਗੋ, ਅਸਿਸਟੈਂਟ ਤੋਂ ਪ੍ਰਮੋਟ ਹੋ ਕੇ ਲੱਗੇ ਵੀ ਅਸੀਂ ਪੇਪਰ ਪਾਸ ਆ। ਟ੍ਰੇਨਿੰਗ ਕੋਈ ਕੀਤੀ ਨਹੀਂ, ਕਿਉਂਕਿ ਟ੍ਰੇਨਿੰਗ ਤੋਂ ਬਾਅਦ ਹੀ ਸਰਟੀਫਿਕੇਟ ਜਾਰੀ ਹੋਣ ਤੋਂ ਬਾਅਦ ਹੀ ਕੋਈ ਬੰਦਾ ਲੱਗ ਸਕਦਾ। ਉਹ ਕਲੋਜ਼ ਹੋਏਗਾ ਵੀ ਜੇ ਬਿ- ਪੇਪਰ ਕਲੀਅਰ ਕਰ ਬਿਲਕੁਲ। ਬਣ ਸਕਦੇ ਨੇ ਨਹੀਂ ਜੀ, ਹੈਗਾ ਕੋਈ ਉਹ ਸਿਰਫ 3% ਬਣ ਸਕਦੇ ਨੇ। 6 ਸੀਟਾਂ ਨੇ, 32 ਤੇ ਨਹੀਂ ਨਾ ਲੱਗ ਸਕਦੇ। ਓਕੇ ਰੇਵੜੀਆਂ ਵਾਲੇ ਹਾਂ, ਮੰਨ ਲਓ ਉਹਨਾਂ ਦੀ ਨੇੜਤਾ ਹੋਣ ਕਰਕੇ ਅਫਸਰਾਂ ਦੇ ਨਾਲ, ਤੇ ਨਹੀਂ ਇਹ ਵੀ ਹੋ ਸਕਦਾ ਕਿ ਕੋਈ ਪੈਸਾ ਚੱਲਿਆ ਹੋਵੇ। ਇਹ ਤਾਂ ਹੁਣ ਤੁਸੀਂ ਪੱਤਰਕਾਰ ਭਾਈਚਾਰਾ ਖੋਜ ਕਰੋ। ਅੱਜ ਕੱਲ੍ਹ ਖਾਸੀ ਖੋਜ ਕਰ ਰਹੇ ਹੋ ਤੁਸੀਂ ਕਰੋ ਨਾ ਵੀ ਚੱਲਿਆ ਕਿ ਨਹੀਂ ਚੱਲਿਆ। ਮੇਰੇ ਮੂੰਹ ਨਾ ਕਹਾਓ। ਤੁਸੀਂ ਲੱਭੋ ਵੀ ਕਿਉਂ ਹੋਇਆ। ਤੁਸੀਂ ਮੰਗ ਕਰ ਸਕਦੇ ਹੋ ਵੀ ਜੇ ਭ੍ਰਸ਼ਟਾਚਾਰ ਜੇ ਇਹਦੇ 'ਚ ਹੋਇਆ ਤਾਂ ਤੁਸੀਂ ਇਹ ਵੀ ਮੰਗ ਕਰ ਸਕਦੇ ਹੋ ਵੀ ਇਹਦੇ ਤੇ ਕਿਤੇ ਨਾ ਕਿਤੇ ਰਿਸ਼ਵਤਖੋਰੀ ਚੱਲਦੀ ਹੈ। ਉਹ ਸਰਕਾਰ ਦਾ ਮਸਲਾ, ਸਾਡਾ ਮਸਲਾ ਇੰਨਾ ਵੀ ਉਹਨਾਂ ਨੂੰ ਹਟਾਓ ਤੇ ਸਾਡਾ ਰਿਕਾਰਡ ਬਚਾਓ। ਤੇ ਸਾਡੇ ਕੋਲ ਤਜਰਬੇਕਾਰ 137 ਬੰਦਾ ਹੈ, ਉਹਨਾਂ ਨੂੰ ਦਿਓ ਚਾਰਜ। ਇਹਦਾ ਕੋਈ ਫਿਰ ਕਾਨੂੰਨੀ ਵੀ ਰਸਤਾ ਅਖਤਿਆਰ ਕਰ ਸਕਦੇ ਹੋ ਤੁਸੀਂ ਵੀ ਤੁਹਾਡੇ ਨਾਲ ਧੱਕਾ ਹੋਇਆ। ਨਹੀਂ, ਕਾਨੂੰਨੀ ਸਾਡੇ ਨਾਲ ਨਹੀਂ ਧੱਕਾ ਹੋਇਆ, ਕਿਉਂਕਿ ਇਹਨਾਂ ਨੇ ਇਹ ਡਾਇਰੈਕਟ ਕੋਟੇ ਦੇ ਅਗੇਂਸਟ, ਇਹ ਤਾਂ ਨਹੀਂ ਤੁਹਾਡੇ ਬੰਦਿਆਂ ਦਾ ਹੱਕ ਤਾਂ ਮਾਰਿਆ ਗਿਆ ਨਾ, ਜਿਹੜੇ 30-32 ਬੰਦੇ ਆ। ਸਾਡੇ ਬੰਦਿਆਂ ਦਾ ਹੱਕ ਨਹੀਂ ਮਾਰਿਆ ਗਿਆ। ਸਾਡੇ ਬੰਦੇ, ਅਸੀਂ ਤਾਂ ਆਉਣ ਦਾ ਮਕਸਦ ਹੈ, ਜਦੋਂ ਇਹ ਨਵੀਂ ਸਰਕਾਰ ਬਣੀ ਸਾਨੂੰ ਮਤਲਬ ਬੜੀਆਂ ਆਸਾਂ ਵੱਜੀਆਂ ਸਾਡੀ ਕਾਨੂੰਗੋ ਐਸੋਸੀਏਸ਼ਨ ਨੂੰ। ਸਾਡੇ 2 ਮੇਨ ਇਸ਼ੂ ਸੀ ਕਾਨੂੰਗੋਆਂ ਦੇ, 3 ਸੀਗੇ। ਇੱਕ ਸਾਡਾ ਇਹਨਾਂ ਨੇ ਪੂਰਾ ਕਰ ਦਿੱਤਾ, ਜੋ ਸੇਵਾਦਾਰ ਨਹੀਂ ਸੀ ਸਾਡੇ ਕੋਲੇ, ਬੜੇ ਅਸੀਂ ਖੱਜਲ ਖੁਆਰ ਹੁੰਦੇ ਸੀ। ਉਸ ਗੱਲ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਸਰਕਾਰ ਦਾ ਕਿ ਸਾਡੇ ਹੁਣ ਕਾਨੂੰਗੋਆਂ ਨੇ ਇਹਨਾਂ ਨੇ 500-600 ਬੰਦਾ ਭਰਤੀ ਕਰਕੇ ਆਊਟਸੋਰਸ ਰਾਹੀਂ ਸੇਵਾਦਾਰ ਜਿਹੜੇ ਉਹ ਦੇਣੇ ਸ਼ੁਰੂ ਕਰ ਦਿੱਤੇ ਆ, ਵੀ ਜਿਹੜੇ ਕਿ ਇਸ ਹਫ਼ਤੇ 'ਚ ਪੂਰੇ ਹੋ ਜਾਣਗੇ। ਬਾਕੀ 5 ਅਪ੍ਰੈਲ 2022 ਨੂੰ ਸਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਹੋਈ। ਅਸੀਂ ਜੋ 2 ਅੱਜ ਇਸ਼ੂ ਇੱਥੇ ਰੱਖਣ ਲੱਗੇ ਹਾਂ, ਅਸੀਂ ਜਿਹੜਾ ਲੈਟਰ ਲਿਖਿਆ ਸੀਐਮ ਸਾਹਿਬ ਨੂੰ, ਸੀਐਮ ਸਾਹਿਬ ਨੇ ਸਾਡੀ ਬੜੀ ਗੌਰ ਦੇ ਨਾਲ ਗੱਲ ਸੁਣੀ। ਉਹਨਾਂ ਨੇ ਸਾਡੇ ਮੰਤਰੀ ਸਾਹਿਬ ਦੀ ਤੇ ਸਾਡੇ ਐਫਸੀਆਰ ਸਾਹਿਬ ਦੀ ਡਿਊਟੀ ਲਾਈ ਵੀ ਇਹਨਾਂ ਦੇ ਦੋਵੇਂ ਇਸ਼ੂ ਜਿਹੜੇ ਆ ਇਹ ਹੱਲ ਕਰਾਓ। ਤਾਂ ਅਸੀਂ 9 ਸਤੰਬਰ ਨੂੰ, ਕਿਉਂਕਿ ਜਿਹੜਾ ਸਾਡਾ ਇਹ ਸਕੇਲ ਦਾ ਮਸਲਾ ਹੈ, ਮੈਂ ਹੀ ਇਹ ਡੀਲ ਕਰ ਰਿਹਾ। ਮੇਰੇ ਵੱਲੋਂ 2016 ਦੇ ਵਿੱਚ ਪਟਵਾਰ ਯੂਨੀਅਨ ਦੇ ਵਿੱਚ ਹੁੰਦਿਆਂ ਹੋਇਆਂ ਇਹ ਮੰਗ ਜਿਹੜੀ ਉਠਾਈ ਗਈ ਸੀ, ਕਿਉਂਕਿ ਜੋ ਸਾਡਾ ਪੇ ਕਮਿਸ਼ਨ 1993 'ਚ ਉੱਠਿਆ, ਉਹਨੇ ਪਟਵਾਰੀਆਂ ਨੂੰ 950 1800 ਦਾ ਸਕੇਲ ਦਿੱਤਾ ਸੀ। ਤਾਂ ਪੰਜਾਬ ਸਰਕਾਰ ਤੋਂ ਅਸੀਂ ਮੰਗ ਰੱਖੀ ਵੀ ਸਾਰੇ ਪਟਵਾਰੀਆਂ ਨੂੰ 1365 2410 ਦਾ ਸਕੇਲ ਦਿੱਤਾ ਜਾਵੇ। ਪਰ ਵਿੱਤ ਵਿਭਾਗ ਨੇ ਸਾਡੇ ਨਾਲ ਕੀ ਚਲਾਕੀ ਕੀਤੀ ਵੀ ਉਹਨਾਂ ਨੇ 50% ਨੂੰ 950 1800 ਦਾ ਸਕੇਲ ਦੇ ਦਿੱਤਾ ਔਰ 50% ਨੂੰ 1365 2410 ਦਾ ਸਕੇਲ ਦੇ ਦਿੱਤਾ। ਤੇ ਇਹ 1186 ਤੋਂ ਲੈ ਕੇ 31/12/95 ਤੱਕ ਚੱਲਦਾ ਰਿਹਾ। 1/1/1996 ਨੂੰ ਆ ਕੇ ਇਹਨਾਂ ਨੇ ਇਹ ਖਤਮ ਕਰਕੇ ਇੱਕੋ ਸਕੇਲ ਬਣਾਤਾ। ਪਰ ਉਸ ਸਪੀਡ ਦੇ ਜਿਹੜੇ ਪਟਵਾਰੀ ਸੀ ਉਹਨਾਂ ਦਾ ਅੱਜ ਪੈਨਸ਼ਨ ਦੇ ਵਿੱਚ ਔਰ ਤਨਖਾਹਾਂ ਦੇ ਵਿੱਚ ਅੰਤਰ ਪੈ ਗਿਆ। ਭਾਵੇਂ ਸਾਡੇ ਕਈ ਸਾਥੀ ਪ੍ਰਮੋਟ ਹੋ ਕੇ ਕਾਨੂੰਗੋ ਵੀ ਬਣ ਗਏ, ਨਾਇਬ ਤਹਿਸੀਲਦਾਰ ਵੀ ਬਣ ਗਏ, ਪਰ ਉਹ ਪਟਵਾਰੀ ਨਾਲੋਂ ਘੱਟ ਤਨਖਾਹ ਲੈ ਰਹੇ ਨੇ, ਕਿਉਂਕਿ ਉਹਨਾਂ ਦੀ ਜਿਹੜੀ ਫਿਕਸੇਸ਼ਨ ਆ 950 1800 ਦੇ ਮੁਤਾਬਕ ਹੀ ਚੱਲੀ ਆ ਰਹੀ ਹੈ। ਸੋ ਇਹ ਭਾਰਤੀ ਸੰਵਿਧਾਨ ਦੇ ਆਰਟੀਕਲ 39D ਦੀ ਉਲੰਘਣਾ ਹੈ ਕਿ ਹਿੰਦੁਸਤਾਨ ਦੇ ਵਿੱਚ ਇੱਕੋ ਜਿਹਾ ਕੰਮ ਕਰਨ ਵਾਲਿਆਂ ਦੀ ਸੈਲਰੀ ਦੇ ਵਿੱਚ ਅੰਤਰ ਨਹੀਂ ਹੋ ਸਕਦਾ। ਤਾਂ ਇਹ ਸਾਰੇ ਮਾਮਲੇ ਨੂੰ ਲੈ ਕੇ ਅਸੀਂ ਆਪਣੇ ਮੰਤਰੀ ਸਾਹਿਬ ਦੇ ਨੋਟ 'ਚ ਲਿਆਂਦੀ। ਉਹਨਾਂ ਨੇ ਮੰਨਿਆ ਵੀ ਵਾਕਈ ਬਹੁਤ ਵੱਡਾ ਧੱਕਾ ਹੈ ਤੁਹਾਡੇ ਨਾਲ। ਸਾਡੇ ਡਿਪਾਰਟਮੈਂਟ ਨੇ ਸਿਫਾਰਿਸ਼ ਕਰਕੇ ਭੇਜੀ ਤਾਂ ਸਾਡੇ ਮੰਤਰੀ ਸਾਹਿਬ ਜਿੰਪਾ ਸਾਹਿਬ ਜੀ ਨੇ ਫਾਈਨਾਂਸ ਮਿਨਿਸਟਰ ਦੇ ਨਾਲ ਟਾਈਮ ਲੈ ਕੇ ਮੀਟਿੰਗ ਰੱਖੀ ਸਾਂਝੀ। ਪਟਵਾਰ ਯੂਨੀਅਨ, ਕਾਨੂੰਗੋ ਐਸੋਸੀਏਸ਼ਨ, ਸੈਕਟਰੀ ਸਾਡੇ ਵਿੱਤ ਕਮਿਸ਼ਨਰ ਮਾਲ ਜੋ ਅੱਜ ਕੱਲ੍ਹ ਹੈ ਕੈਪਸਨਾ ਜੀ, ਉਹ ਵਿੱਚ ਸ਼ਾਮਲ ਸੀ। ਸੈਕਟਰੀ ਫਾਈਨਾਂਸ ਮੈਡਮ ਗੁਰਪ੍ਰੀਤ ਕੌਰ ਸਪਰਾ ਔਰ ਮੈਡਮ ਗੁਰਪ੍ਰੀਤ ਕੌਰ ਸਪਰਾ ਨੇ ਉੱਥੇ ਉਸ ਮੀਟਿੰਗ ਦੇ ਵਿੱਚ ਇਹ ਸਿਫਾਰਿਸ਼ ਕੀਤੀ ਬਈ ਬਾਕੀ ਬਹੁਤ ਵੱਡਾ ਧੱਕਾ ਇਹਨਾਂ ਨਾਲ। ਮੰਤਰੀ ਸਾਹਿਬ ਫਾਈਨਾਂਸ ਮਿਨਿਸਟਰ ਨੂੰ ਕਿਹਾ ਵੀ ਇਹਨਾਂ ਦੀ ਤਨਖਾਹ ਸਾਨੂੰ ਇੱਕਸਾਰ ਕਰਨੀ ਚਾਹੀਦੀ ਹੈ, ਕਿਉਂਕਿ ਸਰਕਾਰ ਦੇ ਜੋ ਫਾਈਨੈਂਸ਼ੀਅਲੀ ਹਾਲਾਤ ਨੇ ਅਸੀਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਬਕਾਇਆ ਲੈਣ ਤੋਂ ਇਨਕਾਰ ਕਰ ਦਿੱਤਾ। ਭਾਵੇਂ ਕਿ ਹੋਰ ਡਿਪਾਰਟਮੈਂਟਾਂ ਦੇ ਵਿੱਚ ਸਰਕਾਰ ਨੇ ਬਕਾਇਆ ਵੀ ਦਿੱਤਾ ਹੈ। ਉਦਾਹਰਨ ਦੇ ਤੌਰ ਤੇ ਹੋਮਗਾਰਡ ਨੂੰ 400 ਕਰੋੜ ਰੁਪਈਆ ਇਹਨਾਂ ਨੇ ਬਕਾਇਆ ਦਿੱਤਾ ਔਰ ਜਿਹੜੇ ITI ਦੇ ਇੰਸਟਰਕਟਰ ਨੇ ਉਹਨਾਂ ਦਾ ਵੀ ਇਹੀ ਕੇਸ ਸੀ, ਉਹਨਾਂ ਨੂੰ ਵੀ 2010 ਦੇ ਵਿੱਚ ਸਾਰਿਆਂ ਦੀ ਇੱਕ ਸਾਰ ਤਨਖਾਹ ਕਰਕੇ ਬਕਾਇਆ ਵੀ ਦਿੱਤਾ ਹੈ। ਪਰ ਅਸੀਂ ਫਾਈਨੈਂਸ਼ੀਅਲੀ ਹਾਲਾਤ ਸਰਕਾਰ ਨੂੰ ਦੇਖਦੇ ਹੋਏ ਅਸੀਂ ਬਕਾਇਆ ਛੱਡਣ ਨੂੰ ਤਿਆਰ ਹਾਂ, ਜੋ ਕਿ 500-600 ਕਰੋੜ ਰੁਪਈਆ ਬਣਦਾ। ਅਸੀਂ ਕਹਿੰਦੇ ਅੱਜ ਹੀ ਸਾਡੀ ਪੈਨਸ਼ਨ ਤੇ ਜਿਹੜੀ ਤਨਖਾਹ ਹੈ ਉਹ ਇੱਕਸਾਰ ਕੀਤੀ ਜਾਵੇ। ਤਾਂ ਮੰਤਰੀ ਸਾਹਿਬ ਨੇ ਇਹ ਗੱਲ, ਦੋਵਾਂ ਮੰਤਰੀਆਂ ਨੇ, ਵਿੱਤ ਮੰਤਰੀ ਨੇ ਤੇ ਰੈਵਨਿਊ ਮੰਤਰੀ ਨੇ ਇਹ ਗੱਲ ਮੰਨ ਲਈ, ਬਾਕੀ ਠੀਕ ਹੈ। ਤੇ ਮੰਤਰੀ ਸਾਹਿਬ ਨੇ ਕਿਹਾ 9 ਸਤੰਬਰ ਨੂੰ ਵੀ ਮੇਰੇ ਨੋਟ ਪੁੱਟ ਅਪ ਕਰੋ ਤਾਂ ਜੋ ਮੈਂ ਸਾਈਨ ਕਰਕੇ ਗੱਲ ਨੂੰ ਸੈਂਕਸ਼ਨ ਕਰਦਾ।
ਪਰ ਜਿਹੜੀ ਅਫਸਰਸ਼ਾਹੀ ਹੈ ਉਹ ਸਾਡੇ ਪੈਰ ਨਹੀਂ ਲੱਗਣ ਦੇ ਰਹੀ 2016 ਤੋਂ। ਪਹਿਲਾਂ ਤਾਂ 2017 ਦੇ ਵਿੱਚ ਇਹੀ ਫਾਈਲ ਪਰਮਿੰਦਰ ਸਿੰਘ ਢੀਂਡਸਾ ਕਲੀਅਰ ਲੱਗਿਆ ਸੀ ਕਰਨ, ਉਸ ਟਾਈਮ ਵਿੱਤ ਵਿਭਾਗ ਦੇ ਅਫਸਰਾਂ ਨੇ ਫਾਈਲ ਗੁੰਮ ਕਰਤੀ ਔਰ ਇਹ ਫਾਈਲ 2017 ਦੀ ਗੁੰਮ ਹੋਈ। ਮੈਂ ਮੁੜ ਕੈਪਟਨ ਕਰਨੈਲ ਸਿੰਘ ਜੋ IAS ਨੇ, ਉਹ DLR ਸੀ, ਉਹਨਾਂ ਨੇ ਮੇਰੇ ਨਾਲ ਮਦਦ ਕੀਤੀ। ਇਹ ਫਾਈਲ ਅਸੀਂ 2020 ਚ ਲੱਭੀ। ਹੁਣ ਇਹ 2020 ਦੀ ਚੱਲਦੀ ਫਾਈਲ, ਤੇ ਸਾਨੂੰ ਇਹ ਸਰਕਾਰ ਤੋਂ ਆਸ ਵੱਜੀ ਸੀ ਵੀ ਹੁਣ ਹੋ ਜਾਊਗੀ, ਪਰ ਹੁਣ ਫੇਰ ਉਹੀ ਅਫਸਰਸ਼ਾਹੀ ਨੇ ਸਾਡੇ ਨਾਲ ਧੋਖਾ ਕੀਤਾ। ਅਸੀਂ ਤਾਂ ਮੰਤਰੀ ਸਾਹਿਬ ਵੀ ਸਾਡੇ ਮੰਨ ਕੇ ਬਹਿ ਗਏ ਗੱਲ ਵੀ ਇਹ ਕੰਮ ਹੋ ਗਿਆ, ਅਸੀਂ ਵੀ ਮੰਨ ਕੇ ਬਹਿ ਗਏ ਹੋ ਗਿਆ, ਪਰ 8 ਦਸੰਬਰ ਨੂੰ ਸਾਡੀ ਮੀਟਿੰਗ ਜਦੋਂ ਸ੍ਰੀ ਕੈਪ ਸਿਨਹਾ ਜੋ IAS ਸਾਡੇ FCR ਨੇ ਉਹਨਾਂ ਦੇ ਨਾਲ ਹੁੰਦੀ ਹੈ, ਉਹਨਾਂ ਨੇ ਸਾਨੂੰ ਦੱਸਿਆ ਵੀ ਨਹੀਂ ਯਾਰ ਆਪਣੀ ਫਾਈਲ ਕਲੀਅਰ ਨਹੀਂ ਹੋਈ, ਉਹ ਤਾਂ ਕੋਈ ਮਾੜੀ ਮੋਟੀ ਕੁਆਰੀ ਪਾ ਕੇ ਵਾਪਸ DLR ਨੂੰ ਭੇਜਤੀ। ਤਾਂ ਸਾਨੂੰ ਬੜਾ ਦੁੱਖ ਲੱਗਿਆ ਇਸ ਗੱਲ ਦੇ ਉੱਤੇ, ਤੇ ਇਹ ਅੱਜ ਅਸੀਂ CM ਸਾਹਿਬ ਦੇ ਨੋਟ 'ਚ ਲਿਆਂਦੇ ਗੱਲ ਵੀ ਜੋ ਤੁਸੀਂ ਸਾਡੇ ਵਾਸਤੇ ਕਿਹਾ ਸੀ ਸਾਡੀ ਗੱਲ ਨਹੀਂ ਮੰਨੇਗੀ। ਦੂਸਰਾ ਇਸ਼ੂ ਸਾਡਾ ਇਹ ਆ, ਕਿਉਂਕਿ ਸਾਡੇ ਮਹਿਕਮੇ ਦੇ ਵਿੱਚ 198 ਲਗਭਗ ਨਾਇਬ ਤਹਿਸੀਲਦਾਰ ਦੀਆਂ ਪੋਸਟਾਂ ਨੇ, ਜਿਹਦੇ ਵਿੱਚ 50% ਕਾਨੂੰਨਾਂ ਤੋਂ ਪ੍ਰਮੋਟ ਕੀਤੇ ਜਾਂਦੇ ਨੇ, 47% ਜਿਹੜੀ ਉਹ ਸਿੱਧੀ ਭਰਤੀ ਕੀਤੀ ਜਾਂਦੀ ਹੈ, 3% ਸੀਨੀਅਰ ਅਸਿਸਟੈਂਟਾਂ ਦੇ ਵਿੱਚੋਂ ਲਏ ਜਾਂਦੇ ਨੇ। ਹੁਣ ਇੱਥੇ ਹੋ ਕੀ ਰਿਹਾ, ਜਿਹੜੇ ਸੀਨੀਅਰ ਅਸਿਸਟੈਂਟ ਆਉਂਦੇ ਨੇ ਤਾਂ ਉਹਨਾਂ ਨੂੰ ਜੇ ਉਹ ਪੇਪਰ ਪਾਸ ਕਰ ਜਾਂਦੇ ਨਾਇਬ ਤਹਿਸੀਲਦਾਰ ਦੇ ਤਾਂ ਉਹਨਾਂ ਨੂੰ 11 ਮਹੀਨੇ ਦੀ ਟ੍ਰੇਨਿੰਗ ਕਰਨੀ ਪੈਂਦੀ ਹੈ। ਪਰ ਇੱਥੇ ਬੜੇ ਦੁੱਖ ਦੀ ਗੱਲ ਹੈ ਵੀ ਉਹਨਾਂ ਦੇ ਕੋਟਾ ਤਾਂ ਬਣਦਾ 6 ਸੀਟਾਂ ਦਾ, ਅੱਜ ਉਹ 32 ਸੀਟਾਂ ਤੇ ਕੰਮ ਕਰ ਰਹੇ ਨੇ। ਤਾਂ 32 ਸੀਟਾਂ ਦੇ ਉੱਤੇ ਜਿਹੜਾ ਹੈਗਾ ਉਹ ਕੰਮ ਕਰ ਰਹੇ ਨੇ, ਤੇ ਜਦ ਕਿ ਸੀਟਾਂ 6 ਬਣਦੇ 26 ਸੀਟਾਂ ਉਹ ਵੱਧ ਲਈ ਬੈਠੇ ਨੇ, ਉਹਨਾਂ ਨੇ ਕੋਈ ਟ੍ਰੇਨਿੰਗ ਨਹੀਂ ਕੀਤੀ ਹੋਈ। ਔਰ ਸਾਡੀ ਸਰਕਾਰ ਤੋਂ ਇਹੀ ਮੰਗ ਆ ਵੀ ਅੱਜ ਪੰਜਾਬ ਦੇ ਅੰਦਰ 137 ਕਾਨੂੰਗੋ ਜਿਹੜਾ ਹੈ ਉਹ ਪੇਪਰ ਪਾਸ ਕਰੀ ਬੈਠਾ ਨਾਇਬ ਤਹਿਸੀਲਦਾਰ ਦੇ, ਔਰ ਸਾਡੇ ਜਿਹੜੇ ਪੇਪਰ ਉਹ ਸਾਲ 'ਚ 2 ਵਾਰ ਹੁੰਦੇ ਆ, ਪਰ ਇਹ ਸਾਡੇ ਪੇਪਰ ਨਹੀਂ ਹੋਣ ਦੇ ਰਹੇ। ਇਹ ਸਾਰਾ ਜਿਹੜਾ ਹੈ ਇਹ ਮਤਲਬ ਮਿਲੀ ਭੁਗਤਣ ਵਾਲੇ ਸਾਰਾ ਕੁਝ ਚੱਲ ਰਿਹਾ, ਤੇ ਉਹ ਜਿਹੜੇ ਹੁਣ ਸਾਡੀ ਮੰਗ ਹੈ ਸਰਕਾਰ ਤੋਂ ਵੀ ਉਹ 26 ਜੋ ਸੀਨੀਅਰ ਅਸਿਸਟੈਂਟ ਜਿਨ੍ਹਾਂ ਨੇ ਕੋਈ ਟ੍ਰੇਨਿੰਗ ਨਹੀਂ ਕੀਤੀ, ਜਿਨ੍ਹਾਂ ਕਰਕੇ ਸਾਡੇ ਰਿਕਾਰਡ ਦਾ ਰੈਵਨਿਊ ਦਾ ਭੱਠਾ ਬੈਠ ਰਿਹਾ, ਤੇ ਉਹਨਾਂ ਨੂੰ ਪਾਸੇ ਕਰਕੇ ਜਿਹੜੇ 137 ਬੰਦੇ ਅੱਜ ਪੇਪਰ ਪਾਸ ਬੈਠੇ ਨੇ ਉਹਨਾਂ ਦੇ ਵਿੱਚੋਂ ਉਹ ਨਾਇਬ ਤਹਿਸੀਲਦਾਰਾਂ ਦਾ ਚਾਰਜ ਦਿੱਤਾ ਜਾਵੇ, ਕਿਉਂਕਿ ਉਹ ਸਿੱਧੇ ਕੋਟੇ ਦੀਆਂ ਪੋਸਟਾਂ ਨੇ, ਸਿੱਧੇ ਕੋਟੇ ਤੇ ਕੋਈ ਬੰਦਾ ਪ੍ਰਮੋਟ ਨਹੀਂ ਹੋ ਸਕਦਾ। ਪਰ ਬੜੀ ਹੈਰਾਨੀ ਦੀ ਗੱਲ ਹੈ ਵੀ ਉਹਨਾਂ ਨੂੰ ਪ੍ਰਮੋਟ ਕੀਤਾ ਉਹ ਨਾਇਬ ਤਹਿਸੀਲਦਾਰ ਦੀ ਤਨਖਾਹ ਵੀ ਲੈ ਰਹੇ ਨੇ, ਜਦੋਂ ਕਿ ਸਿੱਧੇ ਕੋਟੇ ਦੀ ਤਨਖਾਹ ਨਹੀਂ ਲੈ ਸਕਦੇ। ਅੱਜ ਸਾਡੇ ਕੋਲੇ ਤਜਰਬੇਕਾਰ ਕਾਨੂੰਗੋ ਹੈਗੇ ਨੇ, ਸਾਡੀ ਸਰਕਾਰ ਤੋਂ ਇਹ ਮੰਗ ਹੈ ਮੁੱਖ ਮੰਤਰੀ ਸਾਹਿਬ ਤੋਂ ਵੀ ਸਾਡੇ ਜਿਹੜੇ ਤਜਰਬੇਕਾਰ ਕਾਨੂੰਗੋ ਨੇ, ਜਿੰਨਾ ਚਿਰ ਨਵੀਂ ਭਰਤੀ ਹੋ ਕੇ ਨਹੀਂ ਆਉਂਦੀ, ਕਿਉਂਕਿ ਉਹ ਕੇਸ ਰਜਿਸਟਰਡ ਹੋ ਗਿਆ ਇਸ ਕਰਕੇ ਜਲਦੀ ਜੇ ਭਰਤੀ ਨਹੀਂ ਹੋਣੀ, ਜੇ ਉਹ ਲਾਗੇ ਸਿਲੈਕਟ ਹੋ ਵੀ ਜਾਂਦੇ ਨੇ ਤਾਂ 11 ਮਹੀਨੇ ਉਹਨਾਂ ਨੂੰ ਟ੍ਰੇਨਿੰਗ ਕਰਨੀ ਪਊਗੀ। ਇਸ ਕਰਕੇ ਜਿੰਨਾ ਚਿਰ ਉਹ ਨਹੀਂ ਆਉਂਦੇ ਸਾਡੇ ਕਾਨੂੰਗੋ ਨੂੰ ਜਿਹੜੇ ਚਾਰਜ ਉਹ ਨਾਇਬ ਤਹਿਸੀਲਦਾਰ ਦੇ ਦਿੱਤੇ ਜਾਣੇ ਚਾਹੀਦੇ। ਇਹ ਲੈਟਰ ਮੁੱਖ ਮੰਤਰੀ ਨੂੰ ਕਿਵੇਂ ਭੇਜਿਆ ਤੁਸੀਂ? ਅਸੀਂ ਮੇਲ ਰਾਹੀਂ ਭੇਜਿਆ ਜੀ, ਮੇਲ ਕਰ ਦਿੱਤੀ ਉਹਨਾਂ ਨੂੰ। ਕੋਈ ਜਵਾਬ ਆਇਆ? ਨਹੀਂ, ਅੱਜ ਹੀ ਮੇਲ ਕੀਤੀ ਹੈ ਜੀ, ਅੱਜ ਹੀ ਲੈਟਰ ਤੇ ਭੇਜਿਆ। ਨਹੀਂ ਤੁਹਾਡੀ ਗੱਲ ਮੰਨਦੇ ਕੋਈ ਐਕਸ਼ਨ ਨਾ? ਹਾਂ ਜੀ, ਅਸੀਂ 21 ਤਰੀਕ ਨੂੰ ਮੀਟਿੰਗ ਸੱਦ ਲਈ ਕਾਨੂੰਗੋ ਪੰਜਾਬ ਦੀ ਲੁਧਿਆਣਾ ਵਿਖੇ। ਫਿਰ ਸਮੁੱਚੇ ਪੰਜਾਬ ਤੋਂ ਸਾਡੇ ਜਿਹੜੇ ਕਾਨੂੰਗੋ ਉੱਥੇ ਸਾਡੀਆਂ ਡਿਸਟ੍ਰਿਕਟ ਬੋਡੀਆਂ ਆ ਰਹੀਆਂ ਨੇ, ਉੱਥੇ ਫਿਰ ਅਸੀਂ ਕੋਈ ਸੰਘਰਸ਼ ਦਾ ਜਿਹੜਾ ਬਿਗਲ ਵਜਾਵਾਂਗੇ ਜੇ ਸਾਡੀ ਗੱਲ ਨਹੀਂ ਸੁਣੀ ਜਾਂਦੀ। ਇਹ ਕਿੰਨੇ ਤੁਹਾਡੇ ਮੈਂਬਰ ਕਿੰਨੇ ਹੈਗੇ ਨੇ ਕਾਂਗਰਸ ਐਸੋਸੀਏਸ਼ਨ ਦੇ? ਸਾਡੇ 650 ਪੋਸਟ ਆ ਸਾਰੇ ਪੰਜਾਬ ਦੇ ਅੰਦਰ ਜੀ। 1000 ਦੇ ਵਿੱਚ। ਹਾਂਜੀ। ਅੱਛਾ, ਜਿਸ ਹਿਸਾਬ ਨਾਲ ਹੁਣ ਭਗਵੰਤ ਮਾਨ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ, ਤੇ ਤੁਹਾਨੂੰ ਲੱਗਦਾ ਵੀ ਤੁਹਾਡਾ ਪ੍ਰੋਟੈਸਟ ਹੈਗਾ ਉਹ ਕਰਨ ਦੇਣਗੇ ਜਾਂ ਉਹਨੂੰ ਉਹ ਮੰਨਣਗੇ ਕਿਸੇ ਨਾ ਕਿਸੇ ਤਰੀਕੇ? ਸਾਡਾ ਜੇ ਤੁਹਾਡੀ ਮੰਗਾਂ ਨਹੀਂ ਮੰਨੀਆਂ ਅਸੀਂ ਕੋਈ ਗੈਰ ਕਾਨੂੰਨੀ ਪ੍ਰੋਟੈਸਟ ਨਹੀਂ ਕਰਾਂਗੇ। ਸਾਡਾ ਜਿਹੜਾ ਮਾਟੋ ਹੈ ਹੱਕਾਂ ਦੀ ਖਾਤਰ ਅਤੇ ਅਨਿਆਂ ਦੇ ਖਿਲਾਫ ਲੜਨਾ, ਕਿਉਂਕਿ ਸਾਡੇ ਨਾਲ ਅਨਿਆਂ ਹੋ ਰਿਹਾ। ਜੇ ਭਗਵੰਤ ਮਾਨ ਜੀ ਵੀ ਪ੍ਰੋਟੈਸਟ 'ਚੋਂ ਹੀ ਨਿਕਲ ਕੇ ਆਏ ਨੇ, ਪ੍ਰੋਟੈਸਟ ਜੇ ਕਿਸੇ ਬੰਦੇ ਨਾਲ ਅਨਿਆਂ ਹੋ ਰਿਹਾ ਉਹ ਤਾਂ ਕਰਨ ਦਾ ਹੱਕ ਰੱਖਦਾ, ਤਾਂ ਸਾਡਾ ਕਾਨੂੰਨ ਵੀ ਸਾਨੂੰ ਇਸ ਗੱਲ ਦੀ ਆਗਿਆ ਦਿੰਦਾ ਹੈ। ਜੇ ਕਿਸੇ ਬੰਦੇ ਨਾਲ ਧੱਕਾ ਹੋ ਰਿਹਾ ਤਾਂ ਉਹ ਆਪਣੀ ਆਵਾਜ਼ ਤਾਂ ਉਠਾਏਗਾ। ਅਸੀਂ ਕੋਈ ਪਬਲਿਕ ਨੂੰ ਨਾਲ ਜੋੜਾਂਗੇ, ਆਪਣੇ ਪਬਲਿਕ ਦੇ ਅੱਗੇ ਵੀ ਇੱਕ ਗੱਲ ਰੱਖਾਂਗੇ। ਤੁਸੀਂ ਕਹਿੰਦੇ ਪਿਓ ਵੀ ਜਿਹੜੇ ਮੰਤਰੀ ਸਾਹਿਬ ਹੈ ਉਹ ਮੰਨ ਗਏ ਨੇ, ਅਫਸਰਸ਼ਾਹੀ ਜਿਹੜਾ ਤੁਹਾਨੂੰ ਕੋਈ ਬਾਹ ਨਹੀਂ ਫੜਾਉਂਦੀ ਪਈ ਹੈ। ਬਿਲਕੁਲ। ਤੁਸੀਂ ਇਹ ਮੰਨਦੇ ਹੋ ਵੀ ਅਫਸਰਸ਼ਾਹੀ ਹਾਵੀ ਹੈਗੀ ਆ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹੈਗੇ ਨੇ, ਮੰਤਰੀ ਹੈਗੇ ਨੇ? ਦੇਖੋ, ਲੀਡਰਾਂ ਨਾਲ ਨਹੀਂ ਸਾਡਾ ਕੋਈ ਸੰਬੰਧ, ਸਾਡੇ ਆਪ ਦੇ ਡਿਪਾਰਟਮੈਂਟ ਦੇ ਅਫਸਰ ਸਾਡਾ ਸਾਥ ਦਿੰਦੇ ਨੇ, ਪਰ ਜਿਹੜੇ ਫਾਈਨਾਂਸ ਡਿਪਾਰਟਮੈਂਟ ਦੇ ਅਫਸਰ ਨੇ ਉਹ ਸਾਡੇ ਨਾਲ ਧੋਖਾ ਕਰਦੇ ਨੇ। ਉੱਥੇ ਮੰਨ ਜਾਂਦੇ ਨੇ, ਮੀਟਿੰਗ 'ਚ ਗੱਲ ਮੰਤਰੀ ਸਾਹਮਣੇ ਸਾਰੀ ਗੱਲ ਮੰਨ ਜਾਂਦੇ ਨੇ, ਤੇ ਬਾਅਦ 'ਚ ਸਾਡੀ ਫਾਈਲ ਲੁਕੋ ਲੈਂਦੇ ਨੇ ਜਾਂ ਉਹ 'ਤੇ ਕੋਈ ਕੁਆਰੀ ਪਾ ਕੇ ਤੋੜ ਦਿੰਦੇ ਨੇ। ਕਿਉਂ ਲੱਗਦਾ ਕਿ ਇਦਾਂ ਹੋ ਰਿਹਾ? ਪਹਿਲਾਂ ਵੀ ਤੁਸੀਂ ਕਿਹਾ ਵੀ 2017 ਸਫਾਈ ਲੁਕੋ ਲਈ, ਹੁਣ ਫੇਰ ਇਦਾਂ ਹੋ ਰਿਹਾ? ਪਤਾ ਨਹੀਂ, ਹੁਣ ਇਹ ਤਾਂ ਉਹ ਦੱਸ ਸਕਦੇ ਨੇ ਵੀ ਕਿਉਂ ਕਰ ਰਹੇ ਨੇ। ਦੇਖੋ, ਜੇ ਮਤਲਬ ਸਾਡਾ ਸਰਕਾਰ ਨਾਲ ਲੜਾਉਣਾ ਚਾਹੁੰਦੇ ਨੇ, ਜਾਂ ਸਰਕਾਰ ਇਹ ਗੱਲ ਮੰਨਣ ਨੂੰ ਤਿਆਰ ਹੈ, ਸਾਡਾ ਮੰਤਰੀ ਮੰਨ ਰਿਹਾ ਵੀ ਵਾਕਈ ਇਹਨਾਂ ਨਾਲ ਧੱਕਾ ਹੈ, ਧੋਖਾ ਵੀ, ਅਸੀਂ ਕੋਈ ਬਕਾਇਆ ਨਹੀਂ ਮੰਗ ਰਹੇ। ਠੀਕ ਹੈ, ਸਾਨੂੰ ਫਾਈਨੈਂਸ਼ੀਅਲ ਹਾਲ ਪਤਾ ਉਹਨਾਂ ਨੂੰ ਵੀ ਚਾਹੇ ਉਸ ਸੀਟ ਤੇ ਕੋਈ ਹੋਵੇ,
ਅੱਜ 500 ਕਰੋੜ ਰੁਪਈਆ ਬਕਾਇਆ ਕੋਈ ਨਹੀਂ ਦੇ ਸਕਦਾ। ਅਸੀਂ ਅੱਜ ਤਾਂ ਠੀਕ ਕਰ ਦਿਓ। ਨਹੀਂ, ਪਰ ਜਦੋਂ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਸੀ ਤੇ ਤੁਸੀਂ ਕਿਹਾ ਕਿ ਉਦੋਂ ਵੀ ਕਲੀਅਰ ਹੋ ਗਈ ਸੀ, ਹਾਂਜੀ, ਤੇ ਫਿਰ ਉਦੋਂ ਕੀ ਉਦੋਂ ਫਿਰ ਕੋਡ ਆਫ ਕੰਡਕਟ ਦੇ ਇਹਨਾਂ ਨੇ ਪਹਿਲਾਂ ਅੱਜ ਕਰਾਉਣੇ ਅੱਜ ਕਰਦੇ ਆ, ਮਤਲਬ ਇਹ ਇਸ ਅੜੀਕ 'ਚ ਸੀ ਵੀ ਕੋਡ ਆਫ ਕੰਡਕਟ ਕਦੋਂ ਲੱਗਦਾ, ਤੇ ਮੁੜ ਕੇ ਕੋਡ ਆਫ ਕੰਡਕਟ ਲੱਗ ਗਿਆ, ਤੇ ਮੁੜ ਕੇ ਉਹ ਫਾਈਲ ਅਸੀਂ ਇਹਨਾਂ ਦੀ ਗੁੰਮ ਕਰੀ ਹੋਈ 2020 'ਚ ਲੱਭੀ ਆ ਸਾਨੂੰ ਜਾ ਕੇ। ਤੁਹਾਨੂੰ ਲੱਭੀ ਹੈ ਪਰ ਅਸੀਂ ਨਹੀਂ ਸਾਰਾ ਡਿਪਾਰਟਮੈਂਟ ਲੱਗੇ ਰਿਹਾ, DLR ਸੀ ਕੈਪਟਨ ਕਰਨੈਲ ਸਿੰਘ ਉਹ ਨਾਲ ਲੱਗੇ, ਫਿਰ ਜਾ ਕੇ ਸਾਨੂੰ ਇਹ ਫਾਈਲ ਜਿਹੜੀ 2020 'ਚ ਲੱਭੀ ਹੈ। ਜਨਾਬ ਇਸ 'ਚ ਨਾ ਤੁਸੀਂ ਇੱਕ ਗੱਲ ਕੀਤੀ ਹੈ ਵੀ ਸੀਨੀਅਰ ਅਸਿਸਟੈਂਟ ਨੂੰ ਕਾਨੂੰਗੋ ਲਗਾਇਆ ਜਾ ਰਿਹਾ, ਇਹ ਕੀ ਕਹਾਣੀ? ਨਾਇਬ ਤਹਿਸੀਲਦਾਰ ਜੀ, ਹਾਂ, ਕਿਉਂਕਿ ਉਹਨਾਂ ਦਾ ਜਿਹੜਾ ਪ੍ਰਮੋਸ਼ਨ ਕੋਟਾ ਉਹ 3% ਹੈ, 6 ਪੋਸਟਾਂ ਬਣਦੀਆਂ ਨੇ 198 ਦੇ ਅਗੇਂਸਟ, ਤੇ ਪਰ ਅੱਜ ਉਹ ਲੱਗੇ ਹੋਏ 32 ਨੇ, 26 ਬੰਦੇ ਬਿਨਾਂ ਟ੍ਰੇਨਿੰਗ ਤੋਂ ਲਾ ਰੱਖੇ ਨੇ। ਫਾਰ ਐਗਜ਼ਾਮਪਲ ਜਿੰਨੀ ਸੰਗਤ ਆਪਣੇ ਕੋਲ ਇੱਥੇ ਬੈਠੇ ਅੱਜ, ਜੇ ਤੁਹਾਨੂੰ ਸਾਰਿਆਂ ਨੂੰ ਅੱਜ ਰੈਵਨਿਊ ਡਿਪਾਰਟਮੈਂਟ ਦੀ ਕੁਰਸੀ ਤੇ ਬਿਠਾ ਕੇ ਰਜਿਸਟਰੀਆਂ ਕਰਨ ਲਾਇਆ ਜਾਵੇ ਜਾਂ ਕੋਰਟ ਕੇਸ ਕਰਨ ਲਾਇਆ ਜਾ, ਕੀ ਹੋ ਸਕਦਾ ਹੈ? ਸੰਭਵ ਹੈ? ਪਰ ਇਹ ਕਰ ਰਹੇ ਨੇ 26 ਬੰਦੇ, ਤੇ ਫਿਰ ਰਿਕਾਰਡ ਬਚੂਗਾ ਰੈਵਨਿਊ ਦਾ। ਰੈਵਨਿਊ ਰਿਕਾਰਡ ਵਾਸਤੇ ਭਾਵੇਂ ਕੋਈ IAS ਹੈ, PCS ਹੈ, ਤਹਿਸੀਲਦਾਰ ਹੈ, ਪਟਵਾਰੀ ਹੈ, ਕਾਨੂੰਗੋ ਹੈ, ਸਭ ਦਾ ਸਿਸਟਮ ਬਣਿਆ, ਉਹਨੂੰ ਟ੍ਰੇਨਿੰਗ ਕਰਨੀ ਪੈਂਦੀ ਹੈ, ਸਰਟੀਫਿਕੇਟ ਲੈਣਾ ਪੈਂਦਾ। ਜਿੰਨਾ ਚਿਰ ਸਰਟੀਫਿਕੇਟ ਟ੍ਰੇਨਿੰਗ ਦਾ ਜਾਰੀ ਨਹੀਂ ਹੁੰਦਾ ਉਹ ਕੰਮ ਨਹੀਂ ਕਰ ਸਕਦਾ। ਉਹ 26 ਬੰਦਿਆਂ ਨੇ ਨਹੀਂ ਲਈ? ਨਹੀਂ ਜੀ, ਉਹਨਾਂ ਨੇ ਕੋਈ ਟ੍ਰੇਨਿੰਗ ਨਹੀਂ ਲਈ ਹੋਈ, ਬਿਨਾਂ ਟ੍ਰੇਨਿੰਗ ਤੋਂ ਉਹ ਕੰਮ ਕਰ ਰਹੇ ਨੇ। ਇਹ ਪਿਛਲੀ ਗਵਰਨਮੈਂਟ ਚ ਹੋਇਆ ਜਾਂ ਕਿਵੇਂ ਅਪਰੂਵਲ ਕਦੋਂ ਮਿਲੀ ਹੈ ਇਹ ਲਗਭਗ 5-6 ਸਾਲ ਤੋਂ ਪ੍ਰੋਸੈਸ ਚੱਲ ਰਿਹਾ ਹੈ ਇਹ। ਲਾਗੂ ਕਦੋਂ ਤੋਂ ਹੋਇਆ? ਕਿਉਂਕਿ ਫਾਈਲ ਨੂੰ ਇਹ ਪ੍ਰੋਸੈਸ ਚ ਆਉਂਦੇ ਟਾਈਮ ਲੱਗਦਾ। ਨਹੀਂ, ਤੁਰੰਤ ਜਿਵੇਂ ਉਹ ਪੇਪਰ ਪਾਸ ਕਰਕੇ ਆਏ ਤੇ ਉਹ ਉਹਨਾਂ ਨੂੰ ਚੱਕ ਕੇ ਬਸ ਲਾਤਾ। ਕਾਨੂੰਗੋ ਫਿਰ ਇਹ ਸਬੰਧ ਦੇ ਵਿੱਚ ਨਾਇਬ ਤਹਿਸੀਲਦਾਰ, ਹਾਂਜੀ ਕਾਨੂੰਗੋ ਦੀ ਅਗਲੀ ਪ੍ਰਮੋਸ਼ਨ ਹੈ ਨਾਇਬ ਤਹਿਸੀਲਦਾਰ, ਜੀ ਉਹ ਡਾਇਰੈਕਟ ਲੱਗੇ। ਡਾਇਰੈਕਟ ਨਹੀਂ ਲੱਗੋ, ਅਸਿਸਟੈਂਟ ਤੋਂ ਪ੍ਰਮੋਟ ਹੋ ਕੇ ਲੱਗੇ ਵੀ ਅਸੀਂ ਪੇਪਰ ਪਾਸ ਹੈ, ਟ੍ਰੇਨਿੰਗ ਕੋਈ ਕੀਤੀ ਨਹੀਂ, ਕਿਉਂਕਿ ਟ੍ਰੇਨਿੰਗ ਤੋਂ ਬਾਅਦ ਹੀ ਸਰਟੀਫਿਕੇਟ ਜਾਰੀ ਹੋਣ ਤੋਂ ਬਾਅਦ ਹੀ ਕੋਈ ਬੰਦਾ ਲੱਗ ਸਕਦਾ। ਉਹ ਕਲੋਜ਼ ਹੋਏਗਾ ਵੀ ਜੇ ਪੇਪਰ ਕਲੀਅਰ ਕਰ ਬਿਲਕੁਲ ਬਣ ਸਕਦੇ ਨੇ? ਨਹੀਂ ਜੀ, ਹੈਗਾ ਕੋਈ? ਉਹ ਸਿਰਫ 3% ਬਣ ਸਕਦੇ ਨੇ, 6 ਸੀਟਾਂ ਨੇ, 32 ਤੇ ਨਹੀਂ ਨਾ ਲੱਗ ਸਕਦੇ। ਓਕੇ, ਰੇਵੜੀਆਂ ਵੰਡ ਹਾਂ, ਮਤਲਬ ਉਹਨਾਂ ਦੀ ਨੇੜਤਾ ਹੋਣ ਕਰਕੇ ਅਫਸਰਾਂ ਦੇ ਨਾਲ, ਤੇ ਨਹੀਂ ਇਹ ਵੀ ਹੋ ਸਕਦਾ ਕਿ ਕੋਈ ਪੈਸਾ ਚੱਲਿਆ ਹੋਵੇ। ਇਹ ਤਾਂ ਹੁਣ ਤੁਸੀਂ ਪੱਤਰਕਾਰ ਭਾਈਚਾਰਾ ਖੋਜ ਕਰੋ, ਅੱਜ ਕੱਲ੍ਹ ਖਾਸੀ ਖੋਜ ਕਰ ਰਹੇ ਹੋ ਤੁਸੀਂ ਕਰੋ ਨਾ ਵੀ ਚੱਲਿਆ ਕਿ ਨਹੀਂ ਚੱਲਿਆ, ਮੇਰੇ ਮੂੰਹ ਨਾ ਕਹਾਓ। ਤੁਸੀਂ ਲੱਭੋ ਵੀ ਕਿਉਂ ਹੋਇਆ। ਤੁਸੀਂ ਮੰਗ ਕਰ ਸਕਦੇ ਹੋ ਵੀ ਨਹੀਂ, ਜੇ ਭ੍ਰਸ਼ਟਾਚਾਰ ਜੇ ਇਹਦੇ 'ਚ ਹੋਇਆ ਤਾਂ ਤੁਸੀਂ ਇਹ ਵੀ ਮੰਗ ਕਰ ਸਕਦੇ ਹੋ ਵੀ ਇਹਦੇ ਤੇ ਕਿਤੇ ਨਾ ਕਿਤੇ ਰਿਸ਼ਵਤਖੋਰੀ ਚੱਲਦੀ ਹੈ। ਉਹ ਸਰਕਾਰ ਦਾ ਮਸਲਾ, ਸਾਡਾ ਮਸਲਾ ਇੰਨਾ ਵੀ ਉਹਨਾਂ ਨੂੰ ਹਟਾਓ ਤੇ ਸਾਡਾ ਰਿਕਾਰਡ ਬਚਾਓ, ਤੇ ਸਾਡੇ ਕੋਲ ਤਜਰਬੇਕਾਰ 137 ਬੰਦਾ ਅੱਜ, ਉਹਨਾਂ ਨੂੰ ਦਿਓ ਚਾਰਜ। ਇਹਦਾ ਕੋਈ ਫਿਰ ਕਾਨੂੰਨੀ ਵੀ ਰਸਤਾ ਅਖਤਿਆਰ ਕਰ ਸਕਦੇ ਹੋ ਤੁਸੀਂ ਵੀ ਤੁਹਾਡੇ ਨਾਲ ਧੱਕਾ ਹੋਇਆ? ਨਹੀਂ, ਕਾਨੂੰਨੀ ਸਾਡੇ ਨਾਲ ਨਹੀਂ ਧੱਕਾ ਹੋਇਆ, ਕਿਉਂਕਿ ਇਹਨਾਂ ਨੇ ਇਹ ਡਾਇਰੈਕਟ ਕੋਟੇ ਦੇ ਅਗੇਂਸਟ, ਇਹ ਤਾਂ ਨਹੀਂ, ਤੁਹਾਡੇ ਬੰਦੇ ਦਾ ਹੱਕ ਤਾਂ ਮਾਰਿਆ ਗਿਆ ਨਾ, ਜਿਹੜੇ 30-32 ਬੰਦੇ ਨੇ। ਸਾਡੇ ਬੰਦਿਆਂ ਦਾ ਹੱਕ ਨਹੀਂ ਮਾਰਿਆ ਗਿਆ। ਸਾਡੇ ਬੰਦੇ, ਅਸੀਂ ਤਾਂ ਆਉਣ ਦਾ ਮਕਸਦ ਹੈ, ਜਦੋਂ ਇਹ ਨਵੀਂ ਸਰਕਾਰ ਬਣੀ ਸਾਨੂੰ ਮਤਲਬ ਬੜੀਆਂ ਆਸਾਂ ਵੱਜੀਆਂ ਸਾਡੀ ਕਾਨੂੰਗੋ ਐਸੋਸੀਏਸ਼ਨ ਨੂੰ। ਸਾਡੇ 2 ਮੇਨ ਇਸ਼ੂ ਸੀ ਕਾਨੂੰਗੋਆਂ ਦੇ, 3 ਸੀਗੇ। ਇੱਕ ਸਾਡਾ ਇਹਨਾਂ ਨੇ ਪੂਰਾ ਕਰ ਦਿੱਤਾ, ਜੋ ਸੇਵਾਦਾਰ ਨਹੀਂ ਸੀ ਸਾਡੇ ਕੋਲੇ, ਬੜੇ ਅਸੀਂ ਖੱਜਲ ਖੁਆਰ ਹੁੰਦੇ ਸੀ। ਉਸ ਗੱਲ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਸਰਕਾਰ ਦਾ ਕਿ ਸਾਡੇ ਹੁਣ ਕਾਨੂੰਗੋਆਂ ਨੇ ਇਹਨਾਂ ਨੇ 500-600 ਬੰਦਾ ਭਰਤੀ ਕਰਕੇ ਆਊਟਸੋਰਸ ਰਾਹੀਂ ਸੇਵਾਦਾਰ ਜਿਹੜੇ ਉਹ ਦੇਣੇ ਸ਼ੁਰੂ ਕਰ ਦਿੱਤੇ ਆ, ਵੀ ਜਿਹੜੇ ਕਿ ਇਸ ਹਫ਼ਤੇ 'ਚ ਪੂਰੇ ਹੋ ਜਾਣਗੇ। ਬਾਕੀ 5 ਅਪ੍ਰੈਲ 2022 ਨੂੰ ਸਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਮੀਟਿੰਗ ਹੋਈ। ਅਸੀਂ ਜੋ 2 ਅੱਜ ਇਸ਼ੂ ਇੱਥੇ ਰੱਖਣ ਲੱਗੇ ਹਾਂ, ਅਸੀਂ ਜਿਹੜਾ ਲੈਟਰ ਲਿਖਿਆ ਸੀਐਮ ਸਾਹਿਬ ਨੂੰ, ਸੀਐਮ ਸਾਹਿਬ ਨੇ ਸਾਡੀ ਬੜੀ ਗੌਰ ਦੇ ਨਾਲ ਗੱਲ ਸੁਣੀ। ਉਹਨਾਂ ਨੇ ਸਾਡੇ ਮੰਤਰੀ ਸਾਹਿਬ ਦੀ ਤੇ ਸਾਡੇ FCR ਸਾਹਿਬ ਦੀ ਡਿਊਟੀ ਲਾਈ ਵੀ ਇਹਨਾਂ ਦੇ ਦੋਵੇਂ ਇਸ਼ੂ ਜਿਹੜੇ ਆ ਇਹ ਹੱਲ ਕਰਾਓ। ਤਾਂ ਅਸੀਂ 9 ਸਤੰਬਰ ਨੂੰ, ਕਿਉਂਕਿ ਜਿਹੜਾ ਸਾਡਾ ਇਹ ਸਕੇਲ ਦਾ ਮਸਲਾ ਹੈ, ਮੈਂ ਹੀ ਇਹ ਡੀਲ ਕਰ ਰਿਹਾ। ਮੇਰੇ ਵੱਲੋਂ 2016 ਦੇ ਵਿੱਚ ਪਟਵਾਰ ਯੂਨੀਅਨ ਦੇ ਵਿੱਚ ਹੁੰਦਿਆਂ ਹੋਇਆਂ ਇਹ ਮੰਗ ਜਿਹੜੀ ਉਠਾਈ ਗਈ ਸੀ, ਕਿਉਂਕਿ ਜੋ ਸਾਡਾ ਪੇ ਕਮਿਸ਼ਨ 1993 'ਚ ਉੱਠਿਆ, ਉਹਨੇ ਪਟਵਾਰੀਆਂ ਨੂੰ 950 1800 ਦਾ ਸਕੇਲ ਦਿੱਤਾ ਸੀ। ਤਾਂ ਪੰਜਾਬ ਸਰਕਾਰ ਤੋਂ ਅਸੀਂ ਮੰਗ ਰੱਖੀ ਵੀ ਸਾਰੇ ਪਟਵਾਰੀਆਂ ਨੂੰ 1365 2410 ਦਾ ਸਕੇਲ ਦਿੱਤਾ ਜਾਵੇ। ਪਰ ਵਿੱਤ ਵਿਭਾਗ ਨੇ ਸਾਡੇ ਨਾਲ ਕੀ ਚਲਾਕੀ ਕੀਤੀ ਵੀ ਉਹਨਾਂ ਨੇ 50% ਨੂੰ 950 1800 ਦਾ ਸਕੇਲ ਦੇ ਦਿੱਤਾ ਔਰ 50% ਨੂੰ 1365 2410 ਦਾ ਸਕੇਲ ਦੇ ਦਿੱਤਾ। ਤੇ ਇਹ 1186 ਤੋਂ ਲੈ ਕੇ 31/12/95 ਤੱਕ ਚੱਲਦਾ ਰਿਹਾ। 1/1/1996 ਨੂੰ ਆ ਕੇ ਇਹਨਾਂ ਨੇ ਇਹ ਖਤਮ ਕਰਕੇ ਇੱਕੋ ਸਕੇਲ ਬਣਾਤਾ। ਪਰ ਉਸ ਸਪੀਡ ਦੇ ਜਿਹੜੇ ਪਟਵਾਰੀ ਸੀ ਉਹਨਾਂ ਦਾ ਅੱਜ ਪੈਨਸ਼ਨ ਦੇ ਵਿੱਚ ਔਰ ਤਨਖਾਹਾਂ ਦੇ ਵਿੱਚ ਅੰਤਰ ਪੈ ਗਿਆ। ਭਾਵੇਂ ਸਾਡੇ ਕਈ ਸਾਥੀ ਪ੍ਰਮੋਟ ਹੋ ਕੇ ਕਾਨੂੰਗੋ ਵੀ ਬਣ ਗਏ, ਨਾਇਬ ਤਹਿਸੀਲਦਾਰ ਵੀ ਬਣ ਗਏ, ਪਰ ਉਹ ਪਟਵਾਰੀ ਨਾਲੋਂ ਘੱਟ ਤਨਖਾਹ ਲੈ ਰਹੇ ਨੇ, ਕਿਉਂਕਿ ਉਹਨਾਂ ਦੀ ਜਿਹੜੀ ਫਿਕਸੇਸ਼ਨ ਆ 950 1800 ਦੇ ਮੁਤਾਬਕ ਚੱਲੀ ਆ ਰਹੀ ਹੈ। ਸੋ ਇਹ ਭਾਰਤੀ ਸੰਵਿਧਾਨ ਦੇ
ਆਰਟੀਕਲ 39D ਦੀ ਉਲੰਘਣਾ ਹੈ ਕਿ ਹਿੰਦੁਸਤਾਨ ਦੇ ਵਿੱਚ ਇੱਕੋ ਜਿਹਾ ਕੰਮ ਕਰਨ ਵਾਲਿਆਂ ਦੀ ਸੈਲਰੀ ਦੇ ਵਿੱਚ ਅੰਤਰ ਨਹੀਂ ਹੋ ਸਕਦਾ। ਤਾਂ ਇਹ ਸਾਰੇ ਮਾਮਲੇ ਨੂੰ ਲੈ ਕੇ ਅਸੀਂ ਆਪਣੇ ਮੰਤਰੀ ਸਾਹਿਬ ਦੇ ਨੋਟ 'ਚ ਲਿਆਂਦੀ, ਉਹਨਾਂ ਨੇ ਮੰਨਿਆ ਵੀ ਵਾਕਈ ਬਹੁਤ ਵੱਡਾ ਧੱਕਾ ਹੈ ਤੁਹਾਡੇ ਨਾਲ। ਸਾਡੇ ਡਿਪਾਰਟਮੈਂਟ ਨੇ ਸਿਫਾਰਿਸ਼ ਕਰਕੇ ਭੇਜੀ ਤਾਂ ਸਾਡੇ ਮੰਤਰੀ ਸਾਹਿਬ ਜਿੰਪਾ ਸਾਹਿਬ ਜੀ ਨੇ ਫਾਈਨਾਂਸ ਮਿਨਿਸਟਰ ਦੇ ਨਾਲ ਟਾਈਮ ਲੈ ਕੇ ਮੀਟਿੰਗ ਰੱਖੀ ਸਾਂਝੀ। ਪਟਵਾਰ ਯੂਨੀਅਨ, ਕਾਨੂੰਗੋ ਐਸੋਸੀਏਸ਼ਨ, ਸੈਕਟਰੀ ਸਾਡੇ ਵਿੱਤ ਕਮਿਸ਼ਨਰ ਮਾਲ ਜੋ ਅੱਜ ਕੱਲ੍ਹ ਹੈ ਕੈਪਸਨਾ ਜੀ, ਉਹ ਵਿੱਚ ਸ਼ਾਮਲ ਸੀ। ਸੈਕਟਰੀ ਫਾਈਨਾਂਸ ਮੈਡਮ ਗੁਰਪ੍ਰੀਤ ਕੌਰ ਸਪਰਾ, ਔਰ ਮੈਡਮ ਗੁਰਪ੍ਰੀਤ ਕੌਰ ਸਪਰਾ ਨੇ ਉੱਥੇ ਉਸ ਮੀਟਿੰਗ ਦੇ ਵਿੱਚ ਇਹ ਸਿਫਾਰਿਸ਼ ਕੀਤੀ ਬਈ ਬਾਕੀ ਬਹੁਤ ਵੱਡਾ ਧੱਕਾ ਇਹਨਾਂ ਨਾਲ। ਮੰਤਰੀ ਸਾਹਿਬ ਫਾਈਨਾਂਸ ਮਿਨਿਸਟਰ ਨੂੰ ਕਿਹਾ ਵੀ ਇਹਨਾਂ ਦੀ ਤਨਖਾਹ ਸਾਨੂੰ ਇੱਕਸਾਰ ਕਰਨੀ ਚਾਹੀਦੀ ਹੈ, ਕਿਉਂਕਿ ਸਰਕਾਰ ਦੇ ਜੋ ਫਾਈਨੈਂਸ਼ੀਅਲੀ ਹਾਲਾਤ ਨੇ ਅਸੀਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਬਕਾਇਆ ਲੈਣ ਤੋਂ ਇਨਕਾਰ ਕਰ ਦਿੱਤਾ। ਭਾਵੇਂ ਕਿ ਹੋਰ ਡਿਪਾਰਟਮੈਂਟਾਂ ਦੇ ਵਿੱਚ ਸਰਕਾਰ ਨੇ ਬਕਾਇਆ ਵੀ ਦਿੱਤਾ ਹੈ। ਉਦਾਹਰਨ ਦੇ ਤੌਰ ਤੇ ਹੋਮਗਾਰਡ ਨੂੰ 400 ਕਰੋੜ ਰੁਪਈਆ ਇਹਨਾਂ ਨੇ ਬਕਾਇਆ ਦਿੱਤਾ, ਔਰ ਜਿਹੜੇ ITI ਦੇ ਇੰਸਟਰਕਟਰ ਨੇ ਉਹਨਾਂ ਦਾ ਵੀ ਇਹੀ ਕੇਸ ਸੀ, ਉਹਨਾਂ ਨੂੰ ਵੀ 2010 ਦੇ ਵਿੱਚ ਸਾਰਿਆਂ ਦੀ ਇੱਕ ਸਾਰ ਤਨਖਾਹ ਕਰਕੇ ਬਕਾਇਆ ਵੀ ਦਿੱਤਾ ਹੈ। ਪਰ ਅਸੀਂ ਫਾਈਨੈਂਸ਼ੀਅਲੀ ਹਾਲਾਤ ਸਰਕਾਰ ਨੂੰ ਦੇਖਦੇ ਹੋਏ ਅਸੀਂ ਬਕਾਇਆ ਛੱਡਣ ਨੂੰ ਤਿਆਰ ਹਾਂ, ਜੋ ਕਿ 500-600 ਕਰੋੜ ਰੁਪਈਆ ਬਣਦਾ। ਅਸੀਂ ਕਹਿੰਦੇ ਅੱਜ ਹੀ ਸਾਡੀ ਪੈਨਸ਼ਨ ਤੇ ਜਿਹੜੀ ਤਨਖਾਹ ਹੈ ਉਹ ਇੱਕਸਾਰ ਕੀਤੀ ਜਾਵੇ। ਤਾਂ ਮੰਤਰੀ ਸਾਹਿਬ ਨੇ ਇਹ ਗੱਲ, ਦੋਵਾਂ ਮੰਤਰੀਆਂ ਨੇ, ਵਿੱਤ ਮੰਤਰੀ ਨੇ ਤੇ ਰੈਵਨਿਊ ਮੰਤਰੀ ਨੇ ਇਹ ਗੱਲ ਮੰਨ ਲਈ, ਬਾਕੀ ਠੀਕ ਹੈ। ਤੇ ਮੰਤਰੀ ਸਾਹਿਬ ਨੇ ਕਿਹਾ 9 ਸਤੰਬਰ ਨੂੰ ਵੀ ਮੇਰੇ ਨੋਟ ਪੁੱਟ ਅਪ ਕਰੋ ਤਾਂ ਜੋ ਮੈਂ ਸਾਈਨ ਕਰਕੇ ਗੱਲ ਨੂੰ ਸੈਂਕਸ਼ਨ ਕਰਦਾ। ਪਰ ਜਿਹੜੀ ਅਫਸਰਸ਼ਾਹੀ ਹੈ ਉਹ ਸਾਡੇ ਪੈਰ ਨਹੀਂ ਲੱਗਣ ਦੇ ਰਹੀ 2016 ਤੋਂ। ਪਹਿਲਾਂ ਤਾਂ 2017 ਦੇ ਵਿੱਚ ਇਹੀ ਫਾਈਲ ਪਰਮਿੰਦਰ ਸਿੰਘ ਢੀਂਡਸਾ ਕਲੀਅਰ ਲੱਗਿਆ ਸੀ ਕਰਨ, ਉਸ ਟਾਈਮ ਵਿੱਤ ਵਿਭਾਗ ਦੇ ਅਫਸਰਾਂ ਨੇ ਫਾਈਲ ਗੁੰਮ ਕਰਤੀ, ਔਰ ਇਹ ਫਾਈਲ 2017 ਦੀ ਗੁੰਮ ਹੋਈ। ਮੈਂ ਮੁੜ ਕੈਪਟਨ ਕਰਨੈਲ ਸਿੰਘ ਜੋ IAS ਨੇ, ਉਹ DLR ਸੀ, ਉਹਨਾਂ ਨੇ ਮੇਰੇ ਨਾਲ ਮਦਦ ਕੀਤੀ। ਇਹ ਫਾਈਲ ਅਸੀਂ 2020 'ਚ ਲੱਭੀ। ਹੁਣ ਇਹ 2020 ਦੀ ਚਲਦੀ ਫਾਈਲ, ਤੇ ਸਾਨੂੰ ਇਹ ਸਰਕਾਰ ਤੋਂ ਆਸ ਵੱਜੀ ਸੀ ਵੀ ਹੁਣ ਹੋ ਜਾਊਗੀ, ਪਰ ਹੁਣ ਫੇਰ ਉਹੀ ਅਫਸਰਸ਼ਾਹੀ ਨੇ ਸਾਡੇ ਨਾਲ ਧੋਖਾ ਕੀਤਾ। ਅਸੀਂ ਤਾਂ ਮੰਤਰੀ ਸਾਹਿਬ ਵੀ ਸਾਡੇ ਮੰਨ ਕੇ ਬਹਿ ਗਏ ਗੱਲ ਵੀ ਇਹ ਕੰਮ ਹੋ ਗਿਆ, ਅਸੀਂ ਵੀ ਮੰਨ ਕੇ ਬਹਿ ਗਏ ਹੋ ਗਿਆ। ਪਰ 8 ਦਸੰਬਰ ਨੂੰ ਸਾਡੀ ਮੀਟਿੰਗ ਜਦੋਂ ਸ੍ਰੀ ਕੈਪਸਿਨਾ ਜੋ IAS ਸਾਡੇ FCR ਨੇ ਉਹਨਾਂ ਦੇ ਨਾਲ ਹੁੰਦੀ ਹੈ, ਉਹਨਾਂ ਨੇ ਸਾਨੂੰ ਦੱਸਿਆ ਵੀ ਨਹੀਂ ਯਾਰ ਆਪਣੀ ਫਾਈਲ ਕਲੀਅਰ ਨਹੀਂ ਹੋਈ, ਉਹ ਤਾਂ ਕੋਈ ਮਾੜੀ ਮੋਟੀ ਕੁਆਰੀ ਪਾ ਕੇ ਵਾਪਸ DLR ਨੂੰ ਭੇਜਤੀ। ਤਾਂ ਸਾਨੂੰ ਬੜਾ ਦੁੱਖ ਲੱਗਿਆ ਇਸ ਗੱਲ ਦੇ ਉੱਤੇ, ਤੇ ਇਹ ਅੱਜ ਅਸੀਂ CM ਸਾਹਿਬ ਦੇ ਨੋਟ 'ਚ ਲਿਆਂਦੇ ਗੱਲ ਵੀ ਜੋ ਤੁਸੀਂ ਸਾਡੇ ਵਾਸਤੇ ਕਿਹਾ ਸੀ ਸਾਡੀ ਗੱਲ ਨਹੀਂ ਮੰਨੇਗੀ। ਦੂਸਰਾ ਇਸ਼ੂ ਸਾਡਾ ਇਹ ਆ, ਕਿਉਂਕਿ ਸਾਡੇ ਮਹਿਕਮੇ ਦੇ ਵਿੱਚ 198 ਲਗਭਗ ਨਾਇਬ ਤਹਿਸੀਲਦਾਰ ਦੀਆਂ ਪੋਸਟਾਂ ਨੇ, ਜਿਹਦੇ ਵਿੱਚ 50% ਕਾਨੂੰਨਾਂ ਤੋਂ ਪ੍ਰਮੋਟ ਕੀਤੇ ਜਾਂਦੇ ਨੇ, 47% ਜਿਹੜੀ ਉਹ ਸਿੱਧੀ ਭਰਤੀ ਕੀਤੀ ਜਾਂਦੀ ਹੈ, 3% ਸੀਨੀਅਰ ਅਸਿਸਟੈਂਟਾਂ ਦੇ ਵਿੱਚੋਂ ਲਏ ਜਾਂਦੇ ਨੇ। ਹੁਣ ਇੱਥੇ ਹੋ ਕੀ ਰਿਹਾ, ਜਿਹੜੇ ਸੀਨੀਅਰ ਅਸਿਸਟੈਂਟ ਆਉਂਦੇ ਨੇ ਤਾਂ ਉਹਨਾਂ ਨੂੰ ਜੇ ਉਹ ਪੇਪਰ ਪਾਸ ਕਰ ਜਾਂਦੇ ਨਾਇਬ ਤਹਿਸੀਲਦਾਰ ਦੇ ਤਾਂ ਉਹਨਾਂ ਨੂੰ 11 ਮਹੀਨੇ ਦੀ ਟ੍ਰੇਨਿੰਗ ਕਰਨੀ ਪੈਂਦੀ ਹੈ। ਪਰ ਇੱਥੇ ਬੜੇ ਦੁੱਖ ਦੀ ਗੱਲ ਹੈ ਵੀ ਉਹਨਾਂ ਦੇ ਕੋਟਾ ਤਾਂ ਬਣਦਾ 6 ਸੀਟਾਂ ਦਾ, ਅੱਜ ਉਹ 32 ਸੀਟਾਂ 'ਤੇ ਕੰਮ ਕਰ ਰਹੇ ਨੇ। ਤਾਂ 32